चिट्टे कपड़े, चिट्टे वस्त्र। अज असी उस दे बारे प्रभु का वचन असी देखण जा रहे हैं। सो ध्यान दे नाल प्रभु का वचन सुनना है। ये समय है कि असी प्रभु के वचन के उत्ते ध्यान लगा सकीए। ठीक है, अज ध्यान किसी का किते आ, किसी का किते आ, लेकिन प्रभु ने किरपा की साडे उत्ते कि असी उसकी बंदगी दे विच आए और साडा ध्यान प्रभु अपने वचन के उत्ते लगाना चाहते हैं। समझ लग रही सारिਆਂ ਨੂੰ? प्रकाश की पोथी उसका 6 अध्याय और उसका 9 तो लैके असी पढ़ते हैं। हाँ जी, पढ़ते हैं असी। ਜਾਂ ਉਹਨੇ ਪੰਜਵੀਂ ਮੋਹਰ ਤੋੜੀ ਤਾਂ ਮੈਂ ਜਗਵੇਦੀ ਦੇ ਹੇਠਾਂ ਉਹਨਾਂ ਦੀਆਂ ਜਾਨਾਂ ਨੂੰ ਵੇਖਿਆ ਜਿਹੜੇ ਪਰਮੇਸ਼ਵਰ ਦੇ ਵਚਨ ਦੇ ਕਾਰਨ ਅਤੇ ਉਸ ਸਾਖੀ ਦੇ ਕਾਰਨ ਜੋ ਉਹਨਾਂ ਭਰੀ ਸੀ ਵੱਡੇ ਗਏ ਸਨ। ਹਾਲੇਲੂਇਆ। ਹੁਣ ਯੋਹੰਨਾ ਕੀ ਦੇਖਦਾ? ਕਿ ਜਗਵੇਦੀ ਦੇਖਦਾ ਹੈ स्वर्ग ਦੇ ਵਿੱਚ। ਕੀ ਦੇਖਦਾ? ਜਗਵੇਦੀ ਨੂੰ ਦੇਖਦਾ ਤੇ ਜਗਵੇਦੀ ਦੇ ਥੱਲੇ ਉਹਨਾਂ ਜਾਨਾਂ ਨੂੰ ਦੇਖਦਾ ਆ, ਉਹਨਾਂ ਰੂਹਾਂ ਨੂੰ ਦੇਖਦਾ, ਉਹਨਾਂ ਬੰਦਿਆਂ ਨੂੰ ਦੇਖਦਾ ਉਹ ਜਿਨ੍ਹਾਂ ਦੇ ਸਿਰ ਪ੍ਰਭੂ ਦੇ ਕਾਰਨ ਕੱਟੇ ਗਏ ਸੀਗੇ। ਹਾਲੇਲੂਇਆ। ਜਿਨ੍ਹਾਂ ਦੀਆਂ ਜਾਨਾਂ ਪ੍ਰਭੂ ਦੇ ਵਚਨ ਦੇ ਕਾਰਨ ਗਈਆਂ ਸੀਗੀਆਂ, ਜਿਨ੍ਹਾਂ ਨੇ ਦੁੱਖ ਪਰੇਸ਼ਾਨੀਆਂ ਨੂੰ ਉਠਾਇਆ ਸੀ, ਉਹਨਾਂ ਦੀਆਂ ਉਹ ਜਾਨਾਂ ਨੂੰ ਦੇਖਦਾ ਆ। ਉਹ ਉਹਨਾਂ ਲੋਕਾਂ ਨੂੰ ਉਹ ਦੇਖਦਾ ਕਿਹਦੇ ਥੱਲੇ? ਜਗਵੇਦੀ ਦੇ ਥੱਲੇ। ਹਾਂ, ਅਤੇ ਉਹਨਾਂ ਵੱਡੀ ਆਵਾਜ਼ ਨਾਲ ਪੁਕਾਰ ਕੇ ਇਹ ਆਖਿਆ। ਉਹਨਾਂ ਜਾਨਾਂ ਨੇ ਵੱਡੀ ਆਵਾਜ਼ ਦੇ ਕੇ, ਜਦੋਂ ਵਚਨ ਪੜ੍ਹਨਾ ਤਾਂ ਤੁਸੀਂ ਵਚਨ ਨਾਲ ਦੇਖਣਾ ਤੇ ਜਦੋਂ ਸੁਣਨਾ ਤਾਂ ਤੁਸੀਂ ਮੇਰੇ ਨਾਲ ਦੇਖ ਸਕਦੇ ਹੋ। ਹਾਲੇਲੂਇਆ। ਉਹ ਕੀ ਕਹਿਣ ਲੱਗੇ? ਉਹ ਜਿਹੜੀਆਂ ਜਾਨਾਂ ਸੀਗੀਆਂ, ਉਹ ਜਿਹੜੇ ਲੋਕ ਸੀਗੇ ਜਿਹੜੇ ਪ੍ਰਭੂ ਦੇ ਕਾਰਨ ਮਾਰੇ ਗਏ ਸੀਗੇ, ਉਹਨਾਂ ਜਾਨਾਂ ਨੇ ਕੀ ਕਿਹਾ? ਕੁਝ ਕਿਹਾ ਉਹਨਾਂ ਨੇ। ਕੀ ਕਿਹਾ? ਹਾਂ, ਭਈ ਹੇ ਸੁਆਮੀ ਜੀ, ਹੇ ਸੁਆਮੀ ਜੀ। ਉਹ ਪ੍ਰਭੂ ਨੂੰ ਕਹਿਣ ਲੱਗੇ ਉਹ ਲੋਕ ਜਿਹੜਾ ਪਵਿੱਤਰ ਅਤੇ ਸੱਤ ਹੈ, ਕਦੋਂ ਤੋੜੀ ਤੂੰ ਨਿਆਂ ਨਹੀਂ ਕਰਦਾ। ਕਹਿੰਦਾ ਕਦੋਂ ਤੋੜੀ ਤੂੰ ਨਿਆਂ ਨਹੀਂ ਕਰੇਗਾ ਪ੍ਰਭੂ? ਹੈ ਸਾਡੀਆਂ ਜਾਨਾਂ ਜਿਨ੍ਹਾਂ ਨੇ ਲਈਆਂ, ਅਸੀਂ ਤੇਰੇ ਵਚਨ ਦੇ ਕਾਰਨ ਕੱਟੇ ਗਏ, ਮਾਰੇ ਗਏ, ਗੋਲੀਆਂ ਵੱਜੀਆਂ, ਅਸੀਂ ਖਤਮ ਕੀਤੇ ਗਏ ਪ੍ਰਭੂ ਤੇਰੇ ਵਚਨ ਦੇ ਕਾਰਨ। ਤੇ ਪ੍ਰਭੂ ਤੂੰ ਕਦ ਤੱਕ ਸਾਡਾ ਨਿਆਂ ਨਹੀਂ ਚੁਕਾਵੇਂਗਾ? ਤੂੰ ਉਹਨਾਂ ਦਾ ਬਦਲਾ ਲੈ। ਉਹ ਜਾਣਦੇ ਸੀਗੇ ਕਿ ਇਹਨਾਂ ਲੋਕਾਂ ਨੇ ਸਾਡੀਆਂ ਜਾਨਾਂ ਲਈਆਂ, ਇਹਨਾਂ ਦੇ ਕੋਲੋਂ ਬਦਲਾ ਲੈਣਾ ਚਾਹੀਦਾ। ਪ੍ਰਭੂ ਤੂੰ ਕਦੋਂ ਬਦਲਾ ਲਵੇਂਗਾ? ਤੂੰ ਕਦੋਂ ਨਿਆਂ ਕਰੇਂਗਾ? ਦੇਖੋ, ਮਰਨ ਤੋਂ ਬਾਅਦ ਦੇ ਵਿੱਚ ਵੀ ਬੰਦਾ ਕੀ ਆ? ਯਾਦ ਰੱਖਦਾ ਕੁਝ ਗੱਲਾਂ ਨੂੰ। ਸਭ ਹਾਲੇਲੂਇਆ ਬੋਲਾਂਗੇ। ਮਰਨ ਤੋਂ ਬਾਅਦ ਦੇ ਵਿੱਚ ਵੀ ਕੁਝ ਯਾਦ ਰਹਿੰਦਾ ਆ ਕਿ ਪ੍ਰਭੂ ਜਿਹੜੇ ਧਰਤੀ ਦੇ ਉੱਤੇ ਵਾਸੀ ਰਹਿੰਦੇ ਆ, ਲੋਕ ਰਹਿੰਦੇ, ਉਹਨਾਂ ਨੇ ਸਾਡੀਆਂ ਜਾਨਾਂ ਤੇਰੇ ਵਚਨ ਦੇ ਉੱਤੇ ਜਦੋਂ ਅਸੀਂ ਚੱਲਦੇ ਸੀ, ਉਹਨਾਂ ਨੇ ਸਾਨੂੰ ਵੱਢ ਦਿੱਤਾ, ਸਾਨੂੰ ਦਫਨ ਕਰ ਦਿੱਤਾ, ਸਾਨੂੰ ਗੋਲੀਆਂ ਮਾਰੀਆਂ, ਸਾਨੂੰ ਆਹ ਕੀਤਾ। ਤੂੰ ਸਾਡੀਆਂ ਜਾਨਾਂ ਦਾ ਕਿਉਂ ਨਹੀਂ ਬਦਲਾ ਲੈਣਾ? ਇਹਦਾ ਮਤਲਬ ਉਹਨਾਂ ਨੂੰ ਯਾਦ ਹੈ ਇਹ ਸਾਰੀਆਂ ਗੱਲਾਂ। ਧਰਤੀ ਦੇ ਵਾਸੀ ਵੀ ਧਰਤੀ ਦੇ ਉੱਤੇ ਸਾਡੇ ਨਾਲ ਕੀ ਹੋਇਆ ਸੀਗਾ। ਠੀਕ ਹੈ, ਮਰ ਕੇ ਵੀ ਬੰਦਾ ਜਿਹੜਾ ਭੁੱਲਦਾ ਨਹੀਂ ਹੈਗਾ ਕੁਝ ਵੀ। ਸਮਝ ਲੱਗ ਰਹੀ ਸਾਰਿਆਂ ਨੂੰ? ਹਾਂ, ਫਿਰ ਅੱਗੇ ਪ੍ਰਭੂ ਕੀ ਕਹਿੰਦੇ ਆ? ਅਤੇ ਉਹਨਾਂ ਵਿੱਚੋਂ ਹਰੇਕ ਨੂੰ ਚਿੱਟਾ ਵਸਤਰ ਦਿੱਤਾ ਗਿਆ। ਅਤੇ ਯੋਹੰਨਾ ਕਹਿੰਦਾ ਕਿ ਉਹਨਾਂ ਦੇ ਵਿੱਚੋਂ ਸਾਰਿਆਂ ਨੂੰ ਜਿਹੜੇ ਇਹ ਗੱਲ ਕਹਿ ਰਹੇ ਸੀ ਕਿ ਪ੍ਰਭੂ ਸਾਡੀਆਂ ਜਾਨਾਂ ਦਾ ਹਿਸਾਬ ਕਿਤਾਬ ਕਰ, ਇਹ ਜਿਹੜੇ ਪ੍ਰਿਥਵੀ ਦੇ ਲੋਕ ਆ, ਸਾਨੂੰ ਮਾਰ ਦਿੱਤਾ ਸੀ, ਸਾਨੂੰ ਕੁੱਟਿਆ ਸੀ, ਸਾਡਾ ਆਹ ਕੀਤਾ, ਸਾਡਾ ਉਹ, ਸਾਡੀਆਂ ਜਾਨਾਂ ਦਾ ਤੂੰ ਬਦਲਾ ਲੈ ਇਹਨਾਂ ਲੋਕਾਂ ਦੇ ਕੋਲੋਂ। ਬਾਈਬਲ 'ਚ ਲਿਖਿਆ ਆ ਪ੍ਰਭੂ ਨੇ ਉਹਨਾਂ ਨੂੰ ਕਿਹਾ, ਕੀ ਕਿਹਾ? ਤੁਸੀਂ ਮੇਰੇ ਕੋਲੋਂ ਚਿੱਟਾ ਵਸਤਰ ਲੈ ਲਓ। ਕਿਹੜਾ ਵਸਤਰ ਲੈ ਲਓ ਜੀ? ਚਿੱਟਾ ਵਸਤਰ ਲੈ ਲਓ। ਹਾਂ, ਅਤੇ ਉਹਨਾਂ ਨੂੰ ਇਹ ਬਚਨ ਹੋਇਆ, ਭਾਈ ਥੋੜਾ ਚਿਰ ਹੋਰ ਆਰਾਮ ਕਰੋ। ਥੋੜਾ ਚਿਰ ਕੀ ਕਰੋ? ਤੁਸੀਂ ਆਰਾਮ ਕਰ ਲਓ। ਸਭ ਹਾਲੇਲੂਇਆ ਬੋਲਾਂਗੇ। ਥੋੜਾ ਜਿਹਾ ਤੁਸੀਂ ਹੋਰ ਆਰਾਮ ਕਰ ਲਓ। ਇਹਦਾ ਮਤਲਬ ਇਹ ਆ ਕਿ ਉਹ ਪਰਮੇਸ਼ਰ ਦੀ ਗੋਦੀ ਦੇ ਵਿੱਚ ਆ, ਪਰਮੇਸ਼ਰ ਦੇ ਕੋਲ ਆ ਉਹ ਲੋਕ, ਤੇ ਉਹ ਆਰਾਮ ਕਰ ਰਹੇ ਆ। ਕੀ ਕਰ ਰਹੇ ਹੋ? ਤੇ ਉਹਨਾਂ ਨੂੰ ਇੱਕ ਵਸਤਰ ਦਿੱਤਾ ਗਿਆ। ਕਿਹੜਾ ਵਸਤਰ? ਚਿੱਟਾ ਵਸਤਰ, ਸਫੇਦ ਵਸਤਰ ਦਿੱਤਾ ਗਿਆ ਉਹਨਾਂ ਨੂੰ। ਕਿਹੜਾ ਵਸਤਰ ਦਿੱਤਾ ਗਿਆ? ਸਫੇਦ ਵਸਤਰ। ਅੱਜ ਅਸੀਂ ਸਫੇਦ ਵਸਤਰ ਦੀ ਗੱਲ ਕਰ ਰਹੇ ਹਾਂ। ਸਫੇਦ ਵਸਤਰ ਦੇ ਬਾਰੇ ਜਾਣਾਂਗੇ ਕਿ ਸਫੇਦ ਵਸਤਰ ਹੈ ਕੀ। ਹਾਲੇਲੂਇਆ। ਥੋੜਾ ਜਿਹਾ ਮੈਂ ਤੁਹਾਡਾ ਧਿਆਨ ਕਰਾਉਣਾ ਚਾਹਨਾ ਕਿ ਬੰਦਾ ਮਰਨ ਤੋਂ ਬਾਅਦ ਵਿੱਚ ਵੀ ਭੁੱਲਦਾ ਨਹੀਂ ਕੁਝ ਵੀ, ਉਹਨੂੰ ਸਾਰਾ ਕੁਝ ਯਾਦ ਹੁੰਦਾ, ਕਿਉਂਕਿ ਆਤਮਾ ਕਦੀ ਮਰਦਾ ਨਹੀਂ ਹੈਗਾ। ਉਹਨੂੰ ਪਤਾ ਹੈ ਕਿ ਮੇਰਾ ਐਕਸੀਡੈਂਟ ਹੋਇਆ ਸੀ, ਉਹਨੂੰ ਪਤਾ ਹੈ ਕਿ ਮੈਨੂੰ ਏਦਾਂ ਮਾਰਿਆ ਸੀ, ਉਹਨੂੰ ਪਤਾ ਕਿ ਮੈਂ ਇਸ ਬਿਮਾਰੀ ਨਾਲ ਮਰਿਆ ਸੀ, ਉਹਨੂੰ ਸਾਰਾ ਕੁਝ ਪਤਾ ਹੁੰਦਾ ਆਤਮਾ ਦੇ ਵਿੱਚ। ਤੁਹਾਨੂੰ ਪਤਾ ਹੈ ਕਿ ਧਨੀ ਔਰ ਲਾਜ਼ਰ ਦੋਨੇ ਮਰ ਗਏ। ਦੋਨੇ ਮਰ ਗਏ ਨਾ। ਕਿੱਥੇ? ਇੱਕ ਆਰਾਮ ਵਾਲੀ ਜਗ੍ਹਾ ਤੇ ਇੱਕ ਬੇਆਰਾਮ ਵਾਲੀ ਜਗ੍ਹਾ ਤੇ। ਧਨੀ ਕੀ ਕਹਿੰਦਾ ਹੈ ਕਿ हे पिता, हे परमेश्वर, हे अब्राहम,
ਅਬਰਾਹਮ ਜਿਹੜਾ ਪਿਤਾ ਨੂੰ ਦਰਸਾਉਂਦਾ, ਯਾਦ ਰੱਖਿਓ ਇਸ ਗੱਲ ਨੂੰ। ਹਾਲੇਲੂਇਆ। ਹੇ ਪਿਤਾ, ਕੋਈ ਐਦਾਂ ਦਾ ਘੱਲ ਮੇਰੇ ਭਰਾਵਾਂ ਦੇ ਕੋਲ। ਸਭ ਹਾਲੇਲੂਇਆ ਬੋਲੇ। ਉਹਨੂੰ ਕਿੱਦਾਂ ਪਤਾ ਕਿ ਮੇਰੇ ਭਰਾ ਆ? ਕਿਉਂਕਿ ਮਰਨ ਤੋਂ ਬਾਅਦ ਬੰਦਾ ਕੀ ਨਹੀਂ ਕਰਦਾ? ਭੁੱਲਦਾ ਨਹੀਂ ਆ। ਪਤਾ ਲੱਗਾ ਹੁਣ ਸਾਰਿਆਂ ਨੂੰ? ਮਰਨ ਤੋਂ ਬਾਅਦ ਵੀ ਬੰਦਾ ਕੁਝ ਵੀ ਭੁੱਲਦਾ ਨਹੀਂ। ਉਹਨੂੰ ਪਤਾ ਕਿ ਮੇਰੇ ਭਰਾ ਹੈਗੇ ਜਿਹੜੇ ਧਰਤੀ ਦੇ ਉੱਤੇ ਆ। ਜਾਓ ਉਹਨਾਂ ਨੂੰ ਜਾ ਕੇ ਸ਼ੁਭ ਸਮਾਚਾਰ ਸੁਣਾਓ। ਕਿਤੇ ਇੱਥੇ ਜਿੱਥੇ ਮੈਂ ਹੁਣ ਜਲ ਰਿਹਾ, ਮੈਂ ਇੱਥੇ ਦੁਬਿਧਾ ਵਿੱਚ ਆ, ਮੇਰਾ ਪ੍ਰਾਣ ਸੁੱਕ ਰਿਹਾ ਇੱਥੇ, ਮੈਂ ਜਲ ਰਿਹਾ ਆ, ਮੈਂ ਪਿਆਸਾ ਆ ਇੱਥੇ, ਕਿਤੇ ਇੱਥੇ ਨਾ ਆ ਜਾਣ ਉਹ। ਜਾਓ ਉਹਨਾਂ ਨੂੰ ਜਾ ਕੇ ਸ਼ੁਭ ਸਮਾਚਾਰ ਦੱਸੋ। ਮੈਂ ਤੁਹਾਡਾ ਧਿਆਨ ਲਿਆਉਣਾ ਚਾਹਨਾ ਇਸ ਗੱਲ ਦੇ ਉੱਤੇ ਕਿ ਸੱਚਮੁੱਚ ਮਰਨ ਤੋਂ ਬਾਅਦ ਵੀ ਬੰਦਾ ਕੁਝ ਭੁੱਲਦਾ ਨਹੀਂ ਹੈਗਾ। ਉਹਨਾਂ ਨੂੰ ਪਤਾ ਆ ਕਿ ਸਾਡੀਆਂ ਜਾਨਾਂ ਕਿਹਨਾਂ ਨੇ ਲਈਆਂ, ਔਰ ਉਹ ਲੋਕ ਕਹਿ ਰਹੇ ਕਿ ਬਦਲਾ ਲੈ ਪ੍ਰਭੂ ਉਹਨਾਂ ਦੇ ਕੋਲੋਂ। ਤੇ ਪ੍ਰਭੂ ਕੀ ਕਹਿੰਦਾ? ਆ ਲਓ, ਫੜੋ ਚਿੱਟਾ ਵਸਤਰ ਮੇਰੇ ਕੋਲੋਂ ਲੈ ਲਓ ਤੇ ਤੁਸੀਂ ਥੋੜਾ ਚਿਰ ਆਰਾਮ ਕਰੋ। ਹਲੇ ਕੀ ਕਰੋ? ਸਮਝ ਲੱਗ ਰਹੀ ਸਾਰਿਆਂ ਨੂੰ? ਬੜੇ ਮੈਂ ਵਿਸਤਾਰ ਤਰੀਕੇ ਦੇ ਨਾਲ ਹੌਲੀ ਹੌਲੀ ਸਮਝਾ ਰਿਹਾ ਤਾਂ ਕਿ ਤੁਸੀਂ ਸਮਝੋ ਕਿ ਮੈਂ ਕੀ ਦੱਸਣਾ ਚਾਹੁੰਦਾ। ਠੀਕ ਹੈ, 11 ਤੱਕ ਪੜ੍ਹਨਾ। ਜਦੋਂ ਤੀਕ ਤੁਹਾਡੇ ਨਾਲ ਦੇ ਦਾਸਾਂ ਅਤੇ ਤੁਹਾਡੇ ਭਰਾਵਾਂ ਦੀ, ਜਿਹੜੇ ਤੁਹਾਡੇ ਵਾਂਗੂ ਵੱਡੇ ਜਾਣਗੇ, ਗਿਣਤੀ ਪੂਰੀ ਨਾ ਹੋ ਲਵੇ। ਸਭ ਹਾਲੇਲੂਇਆ ਬੋਲਾਂਗੇ। ਕਹਿੰਦਾ ਤੁਸੀਂ ਮੇਰੇ ਤੋਂ ਚਿੱਟਾ ਵਸਤਰ ਲੈ ਲਓ, ਤੁਸੀਂ ਆਰਾਮ ਕਰੋ, ਤੇ ਜਦ ਤੱਕ ਤੁਹਾਡੇ ਜਿਹੜੇ ਭਰਾ ਆ ਹਲੇ ਧਰਤੀ ਦੇ ਉੱਤੇ, ਜਦ ਤੱਕ ਉਹ ਵੱਡੇ ਨਹੀਂ ਜਾਂਦੇ, ਕੀ ਨਹੀਂ ਕੀਤੇ ਜਾਂਦੇ? ਸਤਾਏ ਨਹੀਂ ਜਾਂਦੇ, ਵੱਡੇ ਨਹੀਂ ਜਾਂਦੇ, ਦੁਖੀ ਨਹੀਂ ਹੁੰਦੇ ਵਚਨ ਦੇ ਕਾਰਨ, ਜਦ ਤੱਕ ਉਹਨਾਂ ਦੀ ਗਿਣਤੀ ਪੂਰੀ ਨਹੀਂ ਹੋ ਜਾਂਦੀ, ਤੁਸੀਂ ਇੱਥੇ ਆਰਾਮ ਕਰੋ। ਇਹ ਮੇਰੇ ਤੋਂ ਚਿੱਟਾ ਵਸਤਰ ਲੈ ਲਓ। ਹੁਣ ਇਹ ਚਿੱਟੇ ਵਸਤਰ ਹੈ ਕੀ? ਚਿੱਟੇ ਵਸਤਰ ਕੀ ਹੁੰਦੇ ਆ? ਇੱਕ ਵਚਨ ਪੜ੍ਹਦੇ ਅਸੀਂ ਮੱਤੀ ਦੀ ਕਿਤਾਬ ਉਸ ਦਾ 17 ਅਧਿਆਇ ਔਰ ਉਸ ਦਾ 2 ਵਚਨ। ਅਸੀਂ ਦੇਖਾਂਗੇ ਕਿ ਚਿੱਟੇ ਵਸਤਰ ਹੁੰਦੇ ਕੀ ਆ। ਮੱਤੀ ਦੀ ਕਿਤਾਬ ਔਰ ਉਸ ਦਾ 17 ਅਧਿਆਇ ਔਰ ਉਸ ਦਾ 2 ਵਚਨ। ਠੀਕ ਹੈ, ਪੜ੍ਹੋ ਜੀ। ਅਤੇ ਉਹਨਾਂ ਦਾ ਰੂਪ ਉਹਨਾਂ ਦੇ ਸਾਹਮਣੇ ਬਦਲ ਗਿਆ। ਇੱਥੇ ਦੇਖੋ, ਏਲੀਆ ਆ, ਮੂਸਾ ਆ ਔਰ ਯਿਸੂ ਆ, 3 ਜਣੇ ਪਹਾੜ ਦੇ ਉੱਤੇ ਆ। ਅਰ ਉਹਦਾ ਮੂੰਹ ਸੂਰਜ ਵਾਂਗੂ ਚਮਕਿਆ। ਯਿਸੂ ਮਸੀਹ ਦਾ ਮੂੰਹ ਸੂਰਜ ਦੇ ਵਾਂਗੂ ਚਮਕ ਉੱਠਿਆ। ਸੂਰਜ ਵੱਲ ਕੋਈ ਦੇਖ ਸਕਦਾ? ਨਹੀਂ ਦੇਖ ਸਕਦਾ। ਉਹਦਾ ਰੂਪ ਬਦਲ ਗਿਆ, ਮਤਲਬ ਉਹ ਸਰੀਰਕ ਰੂਪ ਤੋਂ ਇੱਕ ਆਤਮਿਕ ਰੂਪ ਦੇ ਵਿੱਚ ਆ ਗਿਆ। ਉਹ ਬਦਲ ਗਿਆ। ਹਾਂ, ਅਤੇ ਉਹਦੇ ਕੱਪੜੇ ਚਾਨਣ ਜਿਹੇ ਚਿੱਟੇ ਹੋ ਗਏ। ਉਹਦਾ ਜਿਹੜਾ ਬਸਤਰ ਸੀਗਾ ਉਹ ਚਿੱਟਾ ਹੋ ਗਿਆ। ਇਹੋ ਜਿਹਾ ਚਿੱਟਾ ਹੋਇਆ। ਤੁਹਾਨੂੰ ਪਤਾ ਹੈ ਕਿ ਯਿਸੂ ਮਸੀਹ ਦਾ ਜਿਹੜਾ ਬਸਤਰ ਸੀ ਉਸ ਸਮੇਂ ਕਿੱਦਾਂ ਦਾ ਹੋ ਗਿਆ ਸੀ? ਉਹ ਚਿੱਟਾ ਵਸਤਰ, ਜਿਸ ਵਸਤਰ ਦੀ ਉੱਥੇ ਗੱਲ ਕਰ ਰਿਹਾ ਯੋਹੰਨਾ, ਉਹ ਵਸਤਰ ਜਿਹੜਾ ਉਹਨਾਂ ਲੋਕਾਂ ਨੂੰ ਦਿੱਤਾ ਗਿਆ ਜਿਹੜੇ ਯਿਸੂ ਮਸੀਹ ਦੇ ਕਾਰਨ ਮਾਰੇ ਗਏ ਸੀਗੇ, ਉਹਨਾਂ ਨੂੰ ਵਸਤਰ ਦਿੱਤਾ ਗਿਆ। ਉਹ ਵਸਤਰ ਯਿਸੂ ਮਸੀਹ ਦੇ ਉੱਤੇ ਆ ਗਿਆ। ਫਿਰ ਯਿਸੂ ਮਸੀਹ ਦੇ ਉੱਤੇ ਜਦੋਂ ਆ ਗਿਆ ਉਹ ਵਸਤਰ, ਤਾਂ ਉਹ ਇੰਨਾ ਚਿੱਟਾ ਵਸਤਰ, ਇੰਨਾ ਠੀਕ ਹੈ। ਆਪਾਂ ਇੱਕ ਵਚਨ ਪੜ੍ਹ ਲੈਂਦੇ ਆ, ਮਰਕੁਸ ਦੀ ਕਿਤਾਬ ਉਸ ਦਾ 9 ਅਧਿਆਇ ਔਰ ਉਸ ਦਾ 3 ਵਚਨ। ਦੇਖੋ ਕਿ ਕਿਹੋ ਜਿਹਾ ਉਹ ਚਿੱਟਾ ਵਸਤਰ ਸੀਗਾ। ਉਹਨੂੰ ਕੋਈ ਧੋ ਨਹੀਂ ਸੀ ਸਕਦਾ, ਕੋਈ ਸਾਫ਼ ਨਹੀਂ ਸੀ ਏਦਾਂ ਦਾ ਕਰ ਸਕਦਾ, ਏਦਾਂ ਦਾ ਉਹ ਚਿੱਟਾ ਹੋ ਗਿਆ ਸੀਗਾ। ਹਾਂਜੀ ਪੜੋ। ਅਰ ਉਹਦੇ ਕੱਪੜੇ ਅਤੇ ਉਹਦੇ ਕੱਪੜੇ ਚਮਕਣ ਲੱਗੇ। ਯਿਸੂ ਮਸੀਹ ਦੇ ਕੱਪੜੇ ਏਦਾਂ ਦੇ ਚਮਕਣ ਲੱਗੇ ਅਰ ਅਜਿਹੇ ਡਾਢੇ ਚਿੱਟੇ ਹੋ ਗਏ। ਉਹ ਏਦਾਂ ਦੇ ਚਿੱਟੇ ਹੋ ਗਏ ਜਿਹੜੇ ਈਜ਼ੀ ਦੇ ਨਾਲ ਵੀ ਚਿੱਟੇ ਨਹੀਂ ਹੁੰਦੇ ਕੱਪੜੇ। ਸਭ ਹਾਲੇਲੂਇਆ ਬੋਲਾਂਗੇ। ਈਜ਼ੀ ਦੇ ਨਾਲ ਜਿਹੜੇ ਕੱਪੜੇ ਧੋਤੇ ਜਾਂਦੇ ਆ ਉਹ ਸਾਫ਼ ਹੋ ਸਕਦੇ ਆ, ਪਰ ਕਹਿੰਦਾ ਉਹ ਏਦਾਂ ਦੇ ਚਿੱਟੇ ਹੋ ਗਏ ਕੱਪੜੇ ਕਿ ਜਗਤ ਵਿੱਚ ਕੋਈ ਸ਼ੀਂਬਾ ਮਤਲਬ ਪਤਾ ਕੀ ਹੁੰਦਾ? ਧੋਬੀ। ਸਾਰੇ ਬੋਲਾਂਗੇ ਸ਼ੀਂਬਾ ਦਾ ਮਤਲਬ ਕੀ ਹੁੰਦਾ? ਠੀਕ ਹੈ, ਪੰਜਾਬੀ ਦੀ ਬਾਈਬਲ ਸ਼ੀਂਬਾ ਲਿਖਿਆ ਤੇ ਹਿੰਦੀ ਦੀ ਬਾਈਬਲ ਚ ਕੀ ਲਿਖਿਆ? ਧੋਬੀ। ਕੋਈ ਵੀ ਧੋਬੀ, ਕੋਈ ਵੀ ਧੋਬੀ ਹਾਂ ਉਹੋ ਜਿਹੇ ਚਿੱਟੇ ਨਹੀਂ ਕਰ ਸਕਦਾ। ਹਾਲੇਲੂਇਆ। ਇਹੋ ਜਿਹੇ ਚਿੱਟੇ ਨਹੀਂ ਕਰ ਸਕਦਾ। ਉਹਦੇ ਤਾਂ ਵਸਤਰ ਹੀ ਏਦਾਂ ਦੇ ਹੋ ਗਏ ਸੀ, ਕਿਉਂਕਿ ਉਹ ਕਿਹੜੇ ਵਸਤਰ ਸੀਗੇ? ਉਹ ਸਵਰਗੀ ਵਸਤਰ ਸੀਗੇ। ਚਿੱਟੇ ਵਸਤਰ ਜਿਨ੍ਹਾਂ ਦੇ ਕੋਲ ਨਹੀਂ ਆ ਉਹ ਨੰਗੇ ਆ। ਚਿੱਟੇ ਵਸਤਰ ਹੋਣੇ ਬਹੁਤ ਜ਼ਰੂਰੀ ਆ। ਔਰ ਥੋੜਾ ਜਿਹਾ ਹੋਰ ਅੱਗੇ ਜਾਂਦੇ ਅਸੀਂ, ਚਿੱਟੇ ਵਸਤਰ ਹੋਰ ਦੇਖਾਂਗੇ ਅਸੀਂ। ਚਿੱਟੇ ਵਸਤਰ ਹੁੰਦੇ ਕੀ ਆ? ਕੋਈ ਵੀ ਧੋਬੀ ਉਸ ਨੂੰ ਧੋ ਨਹੀਂ ਸਕਦਾ। ਇਹੋ ਜਿਹੇ ਚਿੱਟੇ ਵਸਤਰ ਯਿਸੂ ਮਸੀਹ ਦੇ ਹੋ ਗਏ ਸੀਗੇ। ਔਰ ਪ੍ਰਕਾਸ਼ ਦੀ ਪੋਥੀ 3 ਅਧਿਆਇ ਉਸ ਦਾ 5 ਵਚਨ ਅਸੀਂ ਪੜ੍ਹਨ ਜਾ ਰਹੇ ਹਾਂ। ਪ੍ਰਕਾਸ਼ ਦੀ ਪੋਥੀ 3 ਅਧਿਆਇ ਔਰ ਉਸ ਦਾ 5 ਵਚਨ। ਤੁਹਾਡਾ ਆਣਾ, ਬੰਦਗੀ 'ਚ ਬੈਠਣਾ ਇੱਕ ਆਸ਼ੀਸ਼ ਦਾ ਕਾਰਨ ਬਣ ਜਾਏ, ਇਸ ਲਈ ਅਸੀਂ ਪ੍ਰਭੂ ਦੇ ਵਚਨ ਨੂੰ ਆਦਰ ਦੇ ਕੇ ਅਸੀਂ ਪੜ੍ਹਨਾ ਔਰ ਸੁਣਨਾ ਆ।
ਬਹੁਤ ਅੱਛਾ ਲੱਗਦਾ ਜਿੱਦਾਂ ਹੁਣ ਬੱਚੇ ਸਾਰੇ ਟਿਕੇ ਹੋਏ ਆ, ਵਚਨ ਸੁਣ ਰਹੇ ਆ। ਠੀਕ ਹੈ, ਹਾਂਜੀ ਪੜੋ। ਜਿਹੜਾ ਜਿੱਤਣ ਵਾਲਾ ਹੈ ਜਿਹੜਾ ਜਿੱਤਣ ਵਾਲਾ ਆ ਉਹਨੂੰ ਇਸੇ ਪ੍ਰਕਾਰ ਚਿੱਟੇ ਵਸਤਰ ਪਹਿਨਾਏ ਜਾਣਗੇ। ਉਹਨੂੰ ਚਿੱਟੇ ਵਸਤਰ ਪਹਿਨਾਏ ਜਾਣਗੇ ਜਿਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ ਆ। ਇਸ ਦਾ ਮਤਲਬ ਇਹ ਹੋਏਗਾ ਕਿ ਜਿਹੜਾ ਯੋਹੰਨਾ ਦਰਸ਼ਨ ਦੇਖਦਾ ਆ ਉਹ ਉਹਨਾਂ ਲੋਕਾਂ ਨੂੰ ਦੇਖਦਾ ਆ, ਉਹਨਾਂ ਜਾਨਾਂ ਨੂੰ ਦੇਖਦਾ ਜਿਹੜੀਆਂ ਯਿਸੂ ਮਸੀਹ ਦੇ ਨਾਮ ਦੇ ਕਾਰਨ, ਯਿਸੂ ਮਸੀਹ ਦੇ ਵਚਨ ਦੇ ਕਾਰਨ ਵੱਡੀਆਂ ਗਈਆਂ ਸੀਗੀਆਂ। ਉਹਨਾਂ ਨੂੰ ਇੱਕ ਚਿੱਟਾ ਵਸਤਰ ਦਿੱਤਾ ਗਿਆ। ਉਹ ਜਿੱਤੇ ਹੋਏ ਲੋਕ ਸੀਗੇ। ਕਹਿੰਦਾ ਜੋ ਜੈ ਪਾਏਗਾ ਉਹਨੂੰ ਮੈਂ ਚਿੱਟਾ ਵਸਤਰ ਦੇਵਾਂਗਾ। ਹਾਂ, ਅਤੇ ਮੈਂ ਉਹਨਾਂ ਦਾ ਨਾਮ ਜੀਵਨ ਦੀ ਪੋਥੀ ਵਿੱਚ ਕਦੇ ਨਾ ਮੇਟਾਂਗਾ। ਮੈਂ ਉਹਨਾਂ ਦਾ ਨਾਮ ਵੀ ਨਹੀਂ ਮੇਟਾਂਗਾ ਕਿਉਂਕਿ ਉਹਨਾਂ ਦੇ ਕੋਲ ਚਿੱਟੇ ਵਸਤਰ ਆ। ਅੱਜ ਅਸੀਂ ਚਿੱਟੇ ਵਸਤਰਾਂ ਦੇ ਬਾਰੇ ਦੇਖ ਰਹੇ ਕਿ ਚਿੱਟੇ ਕੱਪੜੇ, ਚਿੱਟੇ ਵਸਤਰ ਹੁੰਦੇ ਕੀ ਆ। ਔਰ ਇਸ ਦਾ 18 ਵਚਨ ਦੇਖੋ, ਇਸੇ ਦਾ 18 ਵਚਨ। ਤਾਂ ਮੈਂ ਤੈਨੂੰ ਸਲਾਹ ਦਿੰਦਾ ਆ ਭਈ ਅੱਗ ਵਿੱਚ ਤਾਇਆ ਹੋਇਆ ਸੋਨਾ ਮੇਰੇ ਕੋਲੋਂ ਮੁੱਲ ਲੈ ਤਾਂ ਜੋ ਤੂੰ ਧਨਵਾਨ ਹੋ ਜਾਵੇਂ। ਅੱਗ ਦੇ ਵਿੱਚ ਤਾਇਆ ਹੋਇਆ ਸੋਨਾ ਮੇਰੇ ਕੋਲ ਲੈ ਲੈ, ਮਤਲਬ ਵਚਨ ਮੇਰੇ ਕੋਲ ਲੈ ਲੈ। ਹਾਂ, ਤਾਂ ਜੋ ਤੂੰ ਧਨਵਾਨ ਹੋ ਜਾਵੇਂ, ਤਾਂ ਤੂੰ ਧਨੀ ਹੋ ਜਾਵੇਂ। ਅਤੇ ਚਿੱਟੇ ਵਸਤਰ ਲੈ, ਚਿੱਟੇ ਵਸਤਰ ਤੂੰ ਲੈ ਲੈ, ਤਾਂ ਜੋ ਤੂੰ ਆਪਣੇ ਉਧਾਲੇ ਪਾਵੇਂ, ਤਾਂ ਕਿ ਤੂੰ ਆਪਣੇ ਲਪੇਟ ਲਵੇਂ ਆਲੇ ਦੁਆਲੇ। ਅਤੇ ਤੇਰੇ ਨੰਗੇਜ ਦੀ ਲੱਜਾ, ਤੇਰਾ ਨੰਗਾਪਨ ਕੋਈ ਪ੍ਰਗਟ ਨਾ ਹੋਵੇ, ਤੇਰਾ ਨੰਗਾਪਨ ਪ੍ਰਗਟ ਨਾ ਹੋਵੇ, ਤੇਰੇ ਨੰਗੇਜ ਨੂੰ ਕੋਈ ਦੇਖ ਨਾ ਸਕੇ। ਚਿੱਟੇ ਵਸਤਰ ਮੇਰੇ ਕੋਲ ਲੈ ਲੈ। ਚਿੱਟੇ ਵਸਤਰ ਨੰਗੇਜ ਨੂੰ ਢੱਕਣ ਦੇ ਲਈ ਆ। ਇੱਕ ਬੰਦਾ ਮੰਨ ਲਓ ਕਿ ਨੰਗਾ ਆ ਕੋਈ, ਠੀਕ ਹੈ, ਤੇ ਉਹ ਸ਼ਰਮਿੰਦਗੀ ਹੈ ਉਸਦੇ ਜੀਵਨ 'ਚ। ਕੀ ਹੈ ਉਸਦੇ ਜੀਵਨ ਦੇ ਵਿੱਚ? ਲੇਕਿਨ ਇੱਕ ਬੰਦਾ ਢੱਕਿਆ ਹੋਇਆ ਹੈ, ਉਸਦੇ ਜੀਵਨ 'ਚ ਮਹਿਮਾ ਹੈ। ਇਹ ਵਸਤਰ ਜੋ ਹਨ ਇਹ ਮਹਿਮਾ ਨੂੰ ਪ੍ਰਗਟ ਕਰਦੇ ਆ। ਕਿਹਨੂੰ ਪ੍ਰਗਟ ਕਰਦੇ ਆ? ਮਹਿਮਾ ਨੂੰ ਪ੍ਰਗਟ ਕਰਦੇ ਆ। ਕਿਸੇ ਦੀ ਇੱਜ਼ਤ ਹੁੰਦੀ ਹੈ ਵਸਤਰਾਂ ਦੇ ਨਾਲ। ਕੋਈ ਢੱਕਿਆ ਜਾਂਦਾ, ਕੋਈ ਕੱਜਿਆ ਜਾਂਦਾ, ਕੋਈ ਢੱਕਿਆ ਜਾਂਦਾ ਹੈ ਵਸਤਰਾਂ ਦੇ ਨਾਲ, ਔਰ ਉਸ ਦੀ ਮਹਿਮਾ ਹੁੰਦੀ ਹੈ। ਲੇਕਿਨ ਜੋ ਵਸਤਰਾਂ ਤੋਂ ਬਗੈਰ ਆ ਉਹ ਲੱਜਿਤ ਆ, ਉਹ ਸ਼ਰਮਿੰਦਗੀ ਹੈ। ਇਸ ਲਈ ਪ੍ਰਭੂ ਕਹਿੰਦੇ ਆ ਮੇਰੇ ਕੋਲੋਂ ਚਿੱਟਾ ਵਸਤਰ ਲੈ ਲੈ ਤਾਂ ਕਿ ਤੇਰਾ ਨੰਗੇਜ ਕੋਈ ਦੇਖ ਨਾ ਸਕੇ। ਤੂੰ ਨੰਗਾ ਨਾ ਰਹੇ, ਤੂੰ ਸ਼ਰਮਿੰਦਾ ਨਾ ਰਹੇ। ਇਸ ਲਈ ਤੂੰ ਚਿੱਟੇ ਵਸਤਰ ਲੈ ਮੇਰੇ ਕੋਲੋਂ। ਅਸੀਂ 7 ਦੀ 9 ਪੜ੍ਹਦੇ ਹਾਂ, ਪ੍ਰਕਾਸ਼ ਦੀ ਪੋਥੀ 7 ਅਧਿਆਇ ਉਸ ਦਾ 9 ਵਚਨ ਅਸੀਂ ਦੇਖਣ ਜਾ ਰਹੇ ਹਾਂ। ਹਾਂਜੀ ਪੜ੍ਹੋ। ਇਹਦੇ ਮਗਰੋਂ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਹਰੇਕ ਕੌਮ ਵਿੱਚੋਂ ਅਤੇ ਸਭਨਾ ਗੋਤਾਂ, ਉਮਤਾਂ ਅਤੇ ਭਾਖਿਆਂ ਵਿੱਚੋਂ ਇੱਕ ਵੱਡੀ ਭੀੜ ਜਿਹਦੀ ਗਿਣਤੀ ਕਿਸੇ ਕੋਲ ਨਹੀਂ ਹੁੰਦੀ। ਸਭ ਹਾਲੇਲੂਇਆ ਬੋਲਾਂਗੇ। ਸਾਰੀਆਂ ਭਾਸ਼ਾਵਾਂ ਦੇ ਵਿੱਚੋਂ ਸਾਡੀ ਭਾਸ਼ਾ ਕਿਹੜੀ ਹੈ? ਠੀਕ ਹੈ। ਕੇਰਲਾ ਦੇ ਵਿੱਚ ਰਹਿੰਦੇ ਆ, ਉਹਨਾਂ ਦੀ ਭਾਸ਼ਾ ਕਿਹੜੀ ਹੈ? ਕੇਰਲਾ ਵਾਲੀ। ਤਮਿਲਨਾਡੂ ਦੇ ਵਿੱਚ ਰਹਿੰਦੇ ਆ, ਉਹਨਾਂ ਦੀ ਭਾਸ਼ਾ ਤਮਿਲ ਆ। ਨੇਪਾਲ ਦੇ ਵਿੱਚ ਰਹਿੰਦੇ, ਉਹਨਾਂ ਦੀ ਭਾਸ਼ਾ ਹਿੰਦੀ ਆ, ਨੇਪਾਲੀ ਆ। ਹੈਗੇ ਤੁਸੀਂ ਇੱਥੇ ਹੀ ਆ? ਕਿੰਨੇ ਜਿਹੜੇ ਹੈਗੇ ਹਾਲੇਲੂਇਆ ਬੋਲਾਂਗੇ। ਠੀਕ ਹੈ, ਠੀਕ। ਉਹ ਸਾਰੀਆਂ ਭਾਸ਼ਾਵਾਂ ਦੇ ਵਿੱਚੋਂ ਲੋਕ ਉੱਥੇ ਇਕੱਠੇ ਆ ਤੇ ਕੀ ਕਰ ਰਹੇ ਹੋ? ਹਾਂਜੀ ਪੜੋ ਅੱਗੇ। ਅਤੇ ਉਹਨੇ ਚਿੱਟੇ ਵਸਤਰ ਪਹਿਨੇ, ਉਹਨਾਂ ਨੇ ਸਾਰਿਆਂ ਨੇ ਚਿੱਟੇ ਵਸਤਰ ਪਹਿਨੇ ਅਤੇ ਖਜੂਰ ਦੀਆਂ ਟਹਿਣੀਆਂ ਹੱਥਾਂ ਵਿੱਚ ਲਈ। ਉਹ ਪ੍ਰਭੂ ਦੀ ਮਹਿਮਾ ਕਰਦੇ ਸੀ। ਬਸ ਠੀਕ ਹੈ, ਹਾਲੇਲੂਇਆ। ਉਹਨਾਂ ਸਾਰੀਆਂ ਉਮਤਾਂ, ਕੌਮਤਾਂ ਔਰ ਭਾਸ਼ਾਵਾਂ ਦੇ ਵਿੱਚੋਂ ਸਾਰਿਆਂ ਨੇ ਚਿੱਟੇ ਵਸਤਰ ਪਹਿਨੇ ਹੋਏ ਸੀਗੇ। ਠੀਕ ਹੈ। ਪੰਜਾਬੀਆਂ ਦੇ ਵਿੱਚੋਂ ਵੀ ਸਵਰਗ ਜਾਣਾ ਕਿੰਨਿਆਂ ਨੇ? ਹਾਲੇਲੂਇਆ। ਇਹਦਾ ਮਤਲਬ ਇਹ ਵਚਨ ਸਪਸ਼ਟ ਕਰਦਾ ਹੈ ਕਿ ਪੰਜਾਬੀ ਲੋਕ ਵੀ ਉੱਥੇ ਹੋਣਗੇ। ਹਾਲੇਲੂਇਆ। ਕਿਉਂਕਿ ਇੱਥੇ ਲਿਖਿਆ ਕਿ ਭਾਸ਼ਾਵਾਂ ਦੇ ਵਿੱਚੋਂ, ਚਾਹੇ ਕੋਈ ਹਿੰਦੀ ਬੋਲਦਾ, ਇੰਗਲਿਸ਼ ਬੋਲਦਾ, ਤਮਿਲ ਬੋਲਦਾ, ਪੰਜਾਬੀ, ਹਰੇਕ ਭਾਸ਼ਾ ਦੇ ਵਿੱਚੋਂ ਉੱਥੇ ਬੰਦੇ ਖੜੇ ਸੀਗੇ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ। ਉਹਨਾਂ ਨੂੰ ਚਿੱਟੇ ਵਸਤਰ ਦਿੱਤੇ ਗਏ। ਉਹਨਾਂ ਨੂੰ ਕੀ ਦਿੱਤੇ ਗਏ? ਚਿੱਟੇ ਵਸਤਰ ਦਿੱਤੇ ਗਏ। ਚਿੱਟੇ ਵਸਤਰ ਦੇਖੋ ਕਿੰਨੇ ਮਾਇਨੇ ਰਖਾਉਂਦੇ ਆ। ਅਸੀਂ ਵਚਨ ਪੜ੍ਹਦੇ ਹਾਂ 2 ਕੁਰਿੰਥੀਆਂ ਔਰ ਉਸ ਦਾ 5 ਅਧਿਆਈ ਅਸੀਂ ਵਚਨ ਦੇਖਾਂਗੇ। ਅਸੀਂ ਜਾਣਦੇ ਹਾਂ ਭਈ ਜੇ ਸਾਡਾ ਤੰਬੂ ਜਿਹਾ ਘਰ। ਧਿਆਨ ਨਾਲ ਸੁਣਨਾ, ਹੁਣ ਵਸਤਰਾਂ ਦੀ ਗੱਲ ਹੋ ਰਹੀ ਹੈ ਇੱਥੇ, ਨਾ ਕਿ ਘਰ ਦੀ ਗੱਲ ਹੋ ਰਹੀ ਹੈ। ਹਾਂਜੀ ਪੜੋ। ਹਾਂ ਪੜੋ। ਤੰਬੂ ਜਿਹਾ ਘਰ
ਜਿਹੜਾ ਧਰਤੀ ਤੇ ਹੈ ਢਹਿ ਪਵੇ। ਅਸੀਂ ਜਾਣਦੇ ਹਾਂ ਕਿ ਜਿਹੜਾ ਸਾਡਾ ਤੰਬੂ ਜਿਹਾ ਘਰ ਆ, ਮੇਰੇ ਵੱਲ ਦੇਖੋ, ਆ ਜਿਹੜਾ ਤੰਬੂ ਜਿਹਾ ਘਰ ਆ, ਇਹ 70 ਸਾਲ 80 ਸਾਲ 100 ਸਾਲ, ਇਹ ਜਿਹੜਾ ਤੰਬੂ ਜਿਹਾ ਘਰ ਸਾਡਾ ਢਹਿ ਜਾਂਦਾ ਆ, ਹਾਂ, ਤਾਂ ਪਰਮੇਸ਼ਵਰ ਤੋਂ ਇੱਕ ਘਰ ਸਾਨੂੰ ਮਿਲੇਗਾ, ਪਰਮੇਸ਼ਵਰ ਤੋਂ ਇੱਕ ਘਰ ਸਾਨੂੰ ਮਿਲੇਗਾ ਜੋ ਬਿਨਾਂ ਹੱਥ ਲਾਏ ਬਿਨਾਂ ਹੱਥ ਲਾਏ ਅਟਲ ਅਤੇ ਸਵਰਗ ਵਿੱਚ ਬਣਿਆ ਹੈ। ਸਵਰਗ ਵਿੱਚ ਬਣਿਆ ਆ, ਬਿਨਾਂ ਹੱਥ ਲਾਏ ਸਵਰਗ ਦੇ ਵਿੱਚ ਇੱਕ ਘਰ ਬਣਿਆ ਹੋਇਆ। ਯਿਸੂ ਮਸੀਹ ਨੇ ਕਿਹਾ ਮੈਂ ਤੁਹਾਡੇ ਲਈ ਇੱਕ ਜਗ੍ਹਾ ਤਿਆਰ ਕਰਨ ਜਾ ਰਿਹਾ, ਹੈਨਾ, ਹਾਲੇਲੂਇਆ। ਤੇ ਸਵਰਗ ਦੇ ਵਿੱਚ ਬਣਿਆ ਹੋਇਆ ਆ, ਹਾਂ, ਕੀ ਬਣਿਆ ਹੋਇਆ? ਘਰ ਬਣਿਆ ਹੋਇਆ। ਇਹ ਜੇ ਤੰਬੂ ਜਿਹਾ ਘਰ ਸਾਡਾ ਢਹਿ ਜਾਵੇਗਾ ਤੇ ਇੱਕ ਹੋਰ ਘਰ ਮਿਲੇਗਾ, ਠੀਕ ਹੈ, ਆਤਮਾ ਨਿਕਲ ਜਾਣਾ ਆ, ਤੰਬੂ ਜਿਹਾ ਘਰ ਮਿੱਟੀ 'ਚ ਮਿਲ ਜਾਣਾ ਹੈ, ਇੱਕ ਹੋਰ ਘਰ ਮਿਲਣਾ ਆ। ਹਾਂਜੀ ਪੜੋ, ਉਹ ਕਿਹੜਾ ਘਰ ਆ? ਕਿਉਂ ਜੋ ਇਸ ਵਿੱਚ ਅਸੀਂ ਹੌਂਕੇ ਭਰਦੇ ਆ, ਹਾਂ, ਅਤੇ ਤਰਸਦੇ ਹਾਂ। ਅਸੀਂ ਤਰਸਦੇ ਵੀ ਆ, ਇਸ ਦੇ ਵਿੱਚ ਹੌਂਕੇ ਭਰਦੇ ਹੁੰਦੇ ਨਾ ਸਰੀਰ ਦੇ ਵਿੱਚ, ਕਿੱਦਾਂ ਨਾ ਟੈਨਸ਼ਨਾਂ, ਬੋਝ, ਪਰੇਸ਼ਾਨੀਆਂ, ਹੌਂਕੇ ਭਰੀ ਜਾ ਰਹੇ ਆ, ਕਿੱਦਾਂ ਲੱਗਦਾ ਨਾ ਜੀਵਨ, ਕਿੱਦਾਂ ਬਾਈਬਲ ਲੱਗਦਾ ਹੈ ਕਿ ਛੱਡੋ ਪਰੇ ਸਾਰਾ ਕੁਝ, ਠੀਕ ਆ, ਕੁਝ ਨਹੀਂ, ਖਤਮ ਕਹਾਣੀ ਕਰੋ, ਹੈਨਾ, ਹੌਂਕੇ ਭਰਦੇ ਆ ਇਹਦੇ ਵਿੱਚ। ਭਈ ਆਪਣੇ ਵਸੇਰੇ ਨੂੰ ਜਿਹੜਾ ਸੁਰਗੋਂ ਹੈ ਉਧਾੜੇ ਲੈ ਲਈਏ। ਬਾਈਬਲ ਏਦਾਂ ਕਰਦਾ ਕਿ ਉਹਨੂੰ ਕੀ ਲੈ ਲਈਏ? ਜਿਹੜਾ ਸਵਰਗੋਂ ਆ ਵਸੇਰਾ, ਉਹਨੂੰ ਕੀ ਲੈ ਲਈਏ? ਉਧਾੜੇ ਲੈ ਲਈਏ। ਕੀ ਲੈ ਲਈਏ? ਸਵਰਗੋਂ ਇੱਕ ਡੇਰਾ ਆ, ਸਵਰਗੋਂ ਕੀ ਆ ਜੀ? ਇੱਕ, ਅੱਜ ਅਸੀਂ ਚਿੱਟੇ ਵਸਤਰ ਦੇ ਬਾਰੇ ਦੇਖ ਰਹੇ ਹਾਂ ਕਿ ਚਿੱਟਾ ਵਸਤਰ ਹੁੰਦਾ ਕੀ ਆ? ਕਹਿੰਦਾ ਉਹਨੂੰ ਆਲੇ ਦੁਆਲੇ ਲੈ ਲਈਏ। ਸਮਲਗਰੀ ਵਸਤਰ ਦਾ ਮਤਲਬ ਕੀ ਹੈ? ਘਰ ਦਾ ਮਤਲਬ ਕੀ ਹੈ? ਘਰ ਵਿੱਚ ਅਸੀਂ ਰਹਿੰਦੇ ਆਂ ਤੇ ਕੱਪੜਿਆਂ ਨੂੰ ਅਸੀਂ ਆਲੇ ਦੁਆਲੇ ਲਪੇਟਦੇ ਆਂ ਆਪਣੇ ਸਰੀਰ ਦੇ। ਜਿੱਥੇ ਘਰ ਦੀ ਗੱਲ ਹੋਈ ਹੈਗੀ ਆ ਉੱਥੇ ਕੱਪੜਿਆਂ ਦੀ ਗੱਲ ਹੋ ਰਹੀ ਹੈ। ਸਮਝ ਲੱਗ ਰਹੀ ਸਾਰਿਆਂ ਨੂੰ? ਮੇਰੇ ਵੱਲ ਦੇਖੋ, ਕਹਿੰਦਾ ਜਦੋਂ ਇਹ ਸਾਡਾ ਤੰਬੂ ਜਿਹਾ ਘੱਟ ਹੈ ਜਾਵੇਗਾ, ਇੱਕ ਹੋਰ ਘਰ ਮਿਲਣਾ, ਉਹਨੂੰ ਅਸੀਂ ਆਲੇ ਦੁਆਲੇ ਲੈ ਲਈਏ, ਉਹਨੂੰ ਅਸੀਂ ਆਪਣੇ ਆਲੇ ਦੁਆਲੇ ਲੈ ਲਈਏ, ਉਹ ਸਾਡੀ ਆਤਮਾ ਦੇ ਆਲੇ ਦੁਆਲੇ ਲਿਪਟ ਜਾਵੇ। ਔਰ ਉਹ ਕੀ ਆ ਫਿਰ? ਹਾਂ ਪੜੋ। ਤਾਂ ਜੋ ਅਸੀਂ ਪਹਿਨੇ ਹੋਏ ਹੋ ਕੇ, ਤਾਂ ਜੋ ਅਸੀਂ ਪਹਿਨੇ ਹੋਏ ਹੋਈਏ, ਤਾਂ ਜੋ ਅਸੀਂ ਪਹਿਨਦੇ ਕੀ ਆ ਲੋਕ? ਘਰ ਨੂੰ ਜਾਂ ਕੱਪੜੇ ਨੂੰ? ਕਿੰਨੇ ਆਸ਼ੀਸ਼ ਪਾ ਰਹੇ? ਹਾਲੇਲੂਇਆ ਬੋਲੇ। ਉਹ ਲੋਕੀ ਪਹਿਨਦੇ ਕੀ ਆ? ਕੱਪੜੇ ਜਾਂ ਘਰ ਨੂੰ ਪਹਿਨਦੇ ਆ? ਕੱਪੜੇ ਨੂੰ ਪਹਿਨਦੇ ਆ। ਕਹਿੰਦਾ ਜਦੋਂ ਤੰਬੂ ਜਿਹਾ ਘੱਟ ਹੈ ਜਾਵੇਗਾ, ਇੱਕ ਘਰ ਹੋਰ ਮਿਲੇਗਾ ਸਵਰਗ ਦੇ ਵਿੱਚ, ਜਿਹੜਾ ਬਿਨਾਂ ਹੱਥ ਲਾਏ ਬਣਾਇਆ ਹੋਇਆ ਹੈ। ਔਰ ਉਹ ਇਹੋ ਜਿਹਾ ਘਰ ਹੈ ਕਿ ਉਹ ਉਸ ਘਰ ਨੂੰ ਇਹੋ ਜਿਹਾ ਰੰਗ ਹੋਇਆ ਕਿ ਕੋਈ ਕਰ ਨਹੀਂ ਸਕਦਾ ਪੇਂਟਰ ਏਦਾਂ ਦਾ ਰੰਗ। ਉਸ ਘਰ ਦਾ ਰੰਗ ਹੀ ਇਹੋ ਜਿਹਾ ਹੈ ਕਿ ਕੋਈ ਧੋਬੀ ਨਹੀਂ ਧੋ ਸਕਦਾ ਉਸ ਨੂੰ। ਉਹ ਘਰ ਏਦਾਂ ਦਾ ਜਿਹੜਾ ਸਾਡੇ ਨੰਗੇਜ ਨੂੰ ਢੱਕ ਲੈਂਦਾ ਆ, ਸਾਡੀ ਸ਼ਰਮਿੰਦਗੀ ਨੂੰ ਸਾਤੋਂ ਦੂਰ ਕਰਦਾ ਆ। ਕਹਿੰਦਾ ਉਸ ਨੂੰ ਦੁਆਲੇ ਅਸੀਂ ਆਲੇ ਦੁਆਲੇ ਲਪੇਟ ਲਈਏ। ਕਹਿੰਦਾ ਬਾਈਬਲ ਮਨ ਕਰਦਾ ਏਦਾਂ, ਹੌਂਕੇ ਭਰਦੇ ਅਸੀਂ ਇਸ ਘਰ ਦੇ ਵਿੱਚ। ਇਹ ਮਿੱਟੀ ਜਿਹਾ ਘਰ, ਇਹ ਤੰਬੂ ਜਿਹਾ ਘਰ ਜਦੋਂ ਢਹਿ ਜਾਂਦਾ ਤੇ ਸਾਨੂੰ ਇੱਕ ਹੋਰ ਘਰ ਮਿਲਦਾ ਹੈ। ਸਮਝ ਲੱਗ ਰਹੀ ਸਾਰਿਆਂ ਨੂੰ? ਹਾਲੇਲੂਇਆ। ਠੀਕ ਹੈ, ਇਸ ਗੱਲ ਨੂੰ ਫਿਰ ਪੜੋ ਦੁਬਾਰਾ, ਪੂਰਾ ਨਹੀਂ, ਜਿਹੜੀ ਗੱਲ ਤੁਸੀਂ ਪੜ ਰਹੇ। ਭਈ ਆਪਣੇ ਬਸੇਰੇ ਨੂੰ ਜਿਹੜਾ ਸੁਰਗੋਂ ਹੈ ਉਧਾੜੇ ਲੈ ਲਈਏ, ਉਹਨੂੰ ਆਲੇ ਦੁਆਲੇ ਲੈ ਲਈਏ। ਹਾਂਜੀ, ਤਾਂ ਜੋ ਅਸੀਂ ਪਹਿਨੇ ਹੋਏ ਹੋ ਕੇ, ਤਾਂ ਜੋ ਅਸੀਂ ਪਹਿਨੇ ਹੋਏ ਹੋਈਏ। ਘਰ ਦਾ ਮਤਲਬ ਪਤਾ ਕੀ ਹੈ? ਇੱਥੇ ਪੌਲਸ ਦੱਸ ਰਿਹਾ, ਦੇਖੋ ਭਾਸ਼ਾ ਕਿਹੜੀ ਵਰਤ ਰਹੇ ਹੋ, ਭਾਸ਼ਾ ਕਿਹੜੀ ਵਰਤੀ ਜਾ ਰਹੀ ਹੈ? ਘਰ ਦੀ ਵਰਤੀ ਜਾ ਰਹੀ ਹੈ। ਠੀਕ ਹੈ, ਸਾਡੀ ਆਤਮਾ ਕਿਸ ਘਰ 'ਚ ਰਹਿੰਦੀ ਹੈ? ਸਾਡੀ ਆਤਮਾ ਕਿਸ ਘਰ 'ਚ ਰਹਿੰਦੀ ਹੈ? ਸਾਰੇ ਬੋਲ ਸਕਦੇ, ਮੇਰੇ ਸਰੀਰ 'ਚ ਰਹਿੰਦੀ ਮੇਰੀ ਆਤਮਾ। ਸਭ ਹਾਲੇਲੂਇਆ ਬੋਲਣਗੇ। ਠੀਕ ਹੈ, ਇਹਨੂੰ ਤੁਸੀਂ ਆਲੇ ਦੁਆਲੇ ਲਪੇਟਿਆ ਆਪਣੇ ਸਰੀਰ ਨੂੰ ਚੰਬੜੀ ਦੇ ਨਾਲ, ਇਹ ਠੀਕ ਹੈ, ਇਹਦੇ ਵਿੱਚ ਆਤਮਾ ਰਹਿੰਦਾ। ਕਹਿੰਦਾ ਉਹਨੂੰ ਆਲੇ ਦੁਆਲੇ ਲਪੇਟ ਲਈਏ। ਹਾਂ ਅੱਗੇ, ਤਾਂ ਜੋ ਅਸੀਂ ਨੰਗੇ ਨਾ ਪਾਏ ਜਾਈਏ, ਨੰਗੇ ਨਾ ਪਾਏ ਜਾਈਏ। ਬਸਤਰ ਢੱਕਦੇ ਆ ਸਾਨੂੰ। ਪ੍ਰਕਾਸ਼ ਦੀ ਪੋਥੀ ਦੇ ਵਿੱਚੋਂ ਪੜ੍ਹ ਕੇ ਹਟੇ ਅਸੀਂ, ਹੁਣੇ ਪੜਿਆ ਵਚਨ। ਕਿੰਨਿਆਂ ਨੂੰ ਯਾਦ ਹੈ ਵਚਨ ਉਹ? ਹੈਨਾ, ਤਾਂ ਜੋ ਤੁਹਾਡਾ ਨੰਗੇਜ ਢੱਕ ਹੋ ਜਵੇ, ਤਾਂ ਕਿ ਤੁਸੀਂ ਨੰਗੇ ਨਾ ਪਾਏ ਜਾਓ।
ਤੁਹਾਨੂੰ ਸ਼ਰਮਿੰਦਗੀ ਨਾ ਹੋਵੇ, ਤੁਸੀਂ ਨੰਗੇ ਨਾ ਪਾਏ ਜਾਓ। ਠੀਕ ਹੈ, ਉਸ ਘਰ ਨੂੰ ਮਤਲਬ ਕੀ ਕਰ ਲਈਏ, ਆਪਣੇ ਉੱਤੇ ਲੈ ਲਈਏ। ਠੀਕ ਹੈ, ਇਹ ਕਿਹਦੀ ਗੱਲ ਹੋ ਰਹੀ ਹੈ, ਘਰ ਦੀ ਜਾਂ ਵਸਤਰ ਦੀ? ਕਿਹਦੀ ਗੱਲ ਹੋ ਰਹੀ ਹੈ ਜੀ, ਘਰ ਦੀ ਜਾਂ ਵਸਤਰ ਦੀ? ਦੇਖੋ ਬਾਈਬਲ ਦੀ ਕਿੱਦਾਂ ਦੀ ਲੈਂਗੁਏਜ ਹੈ, ਕਿਤੇ ਵੀ ਬਚਨ ਇੱਧਰ ਉੱਧਰ ਮਿਸਟੇਕ ਨਹੀਂ ਹੋ ਰਿਹਾ, ਇਹ ਪਵਿੱਤਰ ਆਤਮਾ ਦੇ ਦੁਆਰਾ ਲਿਖੀ ਗਈ ਹੈ। ਦੇਖੋ ਉੱਥੇ ਯੋਹੰਨਾ ਦਰਸ਼ਨ ਦੇਖਦਾ ਆ, ਸਵਰਗ ਦੇ ਵਿੱਚੋਂ ਲੋਕ ਦੇਖਦਾ, ਉਹਨਾਂ ਦੇ ਆਲੇ ਦੁਆਲੇ ਕੱਪੜਿਆਂ ਨੂੰ, ਚਿੱਟਿਆਂ ਨੂੰ ਦੇਖਦਾ। ਉੱਥੇ ਭਾਸ਼ਾ, ਅਲੱਗ-ਅਲੱਗ ਭਾਸ਼ਾ ਦੇ ਲੋਕ ਇਕੱਠੇ ਹੋਏ ਆ, ਜਿਹਦੀ ਕੋਈ ਗਿਣਤੀ ਨਹੀਂ ਕਰ ਸਕਦਾ। ਉਹਨਾਂ ਲੋਕਾਂ ਨੂੰ ਦੇਖਦਾ ਯੋਹੰਨਾ, ਉਹਨਾਂ ਨੇ ਆਲੇ ਦੁਆਲੇ ਕੱਪੜੇ ਪਾਏ ਹੋਏ ਚਿੱਟੇ, ਔਰ ਇਦਾਂ ਦੇ ਕੱਪੜੇ ਪਾਏ ਹੋਏ ਆ ਕਿ ਕੋਈ ਵੀ ਉਸ ਨੂੰ ਨਿਖਾਰ ਨਹੀਂ ਸਕਦਾ। ਇਦਾਂ ਦੇ ਉਹ ਸਫੇਦ ਆ, ਕੋਈ ਵੀ ਧੋਬੀ ਨਹੀਂ ਕੰਮ ਉੱਥੇ ਆ ਸਕਦਾ, ਕੋਈ ਵੀ ਸਰਫ ਉੱਥੇ ਸਾਬਣ ਕੁਛ ਵੀ ਨਹੀਂ। ਉੱਥੇ ਉਹ ਪਰਮੇਸ਼ਰ ਨੇ ਬਣਾਇਆ ਹੋਇਆ ਹੈ, ਉਹ ਵਸਤਰ ਬਿਨਾਂ ਹੱਥ ਲਾਏ, ਪਰਮੇਸ਼ਰ ਦੀ ਸਾਮਰਥ ਦੇ ਦੁਆਰਾ ਬਣਿਆ ਹੋਇਆ ਵਸਤਰ, ਉਹ ਆਲੇ ਦੁਆਲੇ ਲਪੇਟ ਲਈਏ। ਕਾਦੀ ਗੱਲ ਹੋ ਰਹੀ ਹੈ? ਵਸਤਰਾਂ ਦੀ, ਕਿ ਉਹ ਤੁਹਾਡੇ ਆਲੇ ਦੁਆਲੇ ਲਪੇਟ ਹੋ ਜਾਣੇ, ਤੁਹਾਡੀ ਆਤਮਾ ਦਾ ਨੰਗਾਪਨ ਢੱਕ ਹੋ ਜਾਣਾ। ਠੀਕ ਹੈ, ਕਦੀ ਵੀ ਨੰਗਾਪਨ ਜਿਹੜਾ ਆ, ਜੋ ਸਾਡੀ ਸ਼ਰਮਿੰਦਗੀ ਆ, ਜੋ ਸਾਡਾ ਨੰਗਾਪਨ ਹੈ, ਕਿਸੇ ਵੀ ਚੀਜ਼ ਦੇ ਨਾਲ ਢੱਕਿਆ ਨਹੀਂ ਜਾ ਸਕਦਾ ਸਿਵਾਏ ਉਸ ਵਸਤਰਾਂ ਤੋਂ। ਔਰ ਵਸਤਰ ਕੀ ਆ? ਖੁਦ ਮਹਿਮਾ ਆ। ਠੀਕ ਹੈ, ਉਸ ਮਹਿਮਾ ਨੂੰ ਪਾਲੋਗੇ ਤੁਸੀਂ, ਉਸ ਮਹਿਮਾ ਦੇ ਵਿੱਚ ਪ੍ਰਵੇਸ਼ ਹੋ ਜਾਓਗੇ ਤੁਸੀਂ, ਪ੍ਰਭੂ ਵਰਗੇ ਬਣ ਜਾਣਾ। ਫਿਰ ਅਸੀਂ ਕਿਹਦੇ ਵਰਗੇ ਬਣ ਜਾਣਾ? ਅਸੀਂ ਦਿਨ ਪ੍ਰਤੀ ਦਿਨ ਉਹਦੇ ਸਰੂਪ ਦੇ ਵਿੱਚ ਬਦਲਦੇ ਜਾ ਰਹੇ ਹਾਂ। ਹਾਲੇਲੂਇਆ। ਮੰਨ ਲਓ ਕੋਈ ਪ੍ਰਭੂ ਵਿੱਚ ਮਰ ਗਿਆ, ਕੋਈ ਪ੍ਰਭੂ ਵਿੱਚ ਮਰ ਗਿਆ ਤੇ ਉਹ ਕਿੱਥੇ ਜਾਂਦਾ? ਫਿਰ ਪ੍ਰਭੂ ਦੇ ਕੋਲ ਜਾਂਦਾ, ਔਰ ਉਹਨੂੰ ਇੱਕ ਵਸਤਰ ਦਿੱਤਾ ਜਾਂਦਾ ਹੈ। ਮੈਂ ਪਹਿਲਾਂ ਹੀ ਪੜ੍ਹਾਈਆਂ ਸੀ ਇਹ ਗੱਲਾਂ, ਕਿ ਉਹ ਯੋਹੰਨਾ ਉਹਨਾਂ ਜਾਨਾਂ ਨੂੰ ਦੇਖਦਾ ਜਿਹੜੀਆਂ ਯਿਸੂ ਮਸੀਹ ਦੇ ਕਾਰਨ ਵੱਢੀਆਂ ਗਈਆਂ ਸੀਗੀਆਂ। ਉਹਨਾਂ ਨੂੰ ਚਿੱਟਾ ਵਸਤਰ ਦਿੱਤਾ ਗਿਆ ਔਰ ਕਿਹਾ ਗਿਆ ਕਿ ਤੁਸੀਂ ਆਰਾਮ ਕਰੋ ਇਸ ਵਸਤਰ ਦੇ ਵਿੱਚ। ਲਾਜ਼ਰ ਨੂੰ ਕਿਹੜਾ ਵਸਤਰ ਮਿਲਿਆ ਸੀਗਾ? ਚਿੱਟਾ ਵਸਤਰ। ਕਿਹੜਾ ਵਸਤਰ ਮਿਲਿਆ ਸੀ? ਧਨੀ ਨੂੰ ਕੋਈ ਵਸਤਰ ਨਹੀਂ ਮਿਲਿਆ, ਕਿਉਂਕਿ ਜਿਹਦੇ ਕੋਲ ਵਸਤਰ ਨਹੀਂ ਉਹਨੂੰ ਸ਼ਰਮਿੰਦਗੀ ਹੈ। ਸਮਝ ਲੱਗ ਰਹੀ ਸਾਰਿਆਂ ਨੂੰ? ਉਹ ਕਹਿੰਦਾ ਮੈਂ ਦੁਖੀ ਹਾਂ, ਮੈਂ ਪਰੇਸ਼ਾਨ ਹਾਂ, ਮੈਂ ਪੀੜਾ ਦੇ ਵਿੱਚ ਹਾਂ। ਉਹਨੂੰ ਵਸਤਰ ਹੀ ਨਹੀਂ ਮਿਲਿਆ, ਉਹ ਨੰਗਾ ਸੀਗਾ, ਉਹ ਦੁਬਿਧਾ ਵਿੱਚ ਸੀ, ਉਹ ਪਰੇਸ਼ਾਨੀ ਸੀ, ਉਹ ਜਕੜਿਆ ਹੋਇਆ ਸੀਗਾ। ਮਰਨ ਤੋਂ ਬਾਅਦ ਵੀ ਬੰਦਾ ਕੋਈ ਚੀਜ਼ ਭੁੱਲਦਾ ਨਹੀਂ ਹੈਗਾ। ਠੀਕ ਹੈ, ਕਿ ਭੁੱਲ ਜਾਂਦਾ ਬੰਦਾ? ਮਰਨ ਤੋਂ ਬਾਅਦ ਭੁੱਲਦਾ ਨਹੀਂ ਬੰਦਾ ਕੁਛ ਵੀ। ਉਹਨੂੰ ਪਤਾ ਕਿ ਮੇਰੇ ਭਰਾ ਕੌਣ ਆ, ਮੇਰੀਆਂ ਭੈਣਾਂ ਕੌਣ ਆ, ਔਰ ਮੈਨੂੰ ਕੁੱਟਿਆ ਮਾਰਿਆ ਕਿਹਨਾਂ ਨੇ, ਸਾਰਾ ਕੁਝ ਪਤਾ ਲੱਗ ਜਾਂਦਾ ਉਹਨੂੰ। ਕਿਉਂਕਿ ਤੁਹਾਨੂੰ ਪਤਾ ਹੈ ਕਿ ਧਨੀ ਜਦੋਂ ਨਰਕ ਦੇ ਵਿੱਚ ਸੀਗਾ, ਉਸ ਬੇਆਰਾਮ ਵਾਲੀ ਜਗ੍ਹਾ ਦੇ ਵਿੱਚ ਸੀਗਾ, ਤਾਂ ਧਨੀ ਨੇ ਕੀ ਕਿਹਾ ਸੀਗਾ? ਲਾਜ਼ਰ ਨੂੰ ਨਹੀਂ, ਸੌਰੀ, ਪਿਤਾ ਨੂੰ, ਅਬਰਾਹਮ ਨੂੰ ਕੀ ਕਿਹਾ ਸੀ? ਕਿ ਮੇਰੇ ਭਰਾ ਹੋਰ ਵੀ ਆ। ਉਹਨੂੰ ਕਿੱਦਾਂ ਪਤਾ ਲੱਗ ਗਿਆ? ਕਈ ਲੋਕੀ ਕਹਿੰਦੇ ਮਰ ਕੇ ਕਿਸੇ ਨੇ ਦੇਖਿਆ ਅੱਗਾ, ਉਹ ਤਾਂ ਨਹੀਂ ਦੱਸ ਰਿਹਾ ਕਿ ਅੱਗੇ ਹੈਗਾ ਕੁਛ। ਬਈ ਮੈਂ ਤਾਂ ਇੱਥੇ ਕਲਪ ਲਿਆ। ਲਾਜ਼ਰ ਨੂੰ ਕਹਿ ਕਿ ਇੱਕ ਚੀਚੀ ਪਾਣੀ ਦੇ ਨਾਲ ਭੇ ਕੇ ਮੇਰੀ ਜੀਭ ਉੱਤੇ ਰੱਖੇ, ਮੈਂ ਇੱਥੇ ਕਲਪਦਾ ਪਿਆ, ਮੈਨੂੰ ਸ਼ਰਮਿੰਦਗੀ ਆ ਕਿਉਂਕਿ ਮੇਰੇ ਕੋਲ ਵਸਤਰ ਹੈ ਨਹੀਂ। ਸਮਝ ਲੱਗ ਰਹੀ ਸਾਰਿਆਂ ਨੂੰ? ਕਹਿੰਦਾ ਮੇਰੇ ਭਰਾ। ਉਹਨੂੰ ਕਿੱਦਾਂ? ਮਰਨ ਤੋਂ ਬਾਅਦ ਕਦੀ, ਦੇਖੋ ਮਰਨ ਤੋਂ ਬਾਅਦ ਕਦੀ ਬੰਦਾ ਭੁੱਲਦਾ ਨਹੀਂ ਕਿਸੇ ਵੀ ਚੀਜ਼ ਨੂੰ। ਇੱਥੇ ਉਹ ਬਜ਼ੁਰਗ ਜਿਨ੍ਹਾਂ ਦੀਆਂ ਜਾਨਾਂ ਗਈਆਂ ਸੀ ਪ੍ਰਭੂ ਦੇ ਕਾਰਨ, ਤਾਂ ਉਹ ਬਜ਼ੁਰਗ ਕਹਿ ਰਹੇ ਬਦਲਾ ਲੈ ਪ੍ਰਭੂ ਉਹਨਾਂ ਦੇ ਕੋਲੋਂ ਜਿਨ੍ਹਾਂ ਨੇ ਸਾਨੂੰ ਕੁੱਟਿਆ ਮਾਰਿਆ। ਤੇ ਉਹ ਪਤਾ ਕੀ ਕਹਿੰਦੇ? ਪ੍ਰਭੂ ਕਹਿੰਦੇ ਤੁਸੀਂ ਮੇਰੇ ਤੋਂ ਚਿੱਟਾ ਵਸਤਰ ਲਓ, ਤੁਸੀਂ ਆਰਾਮ ਕਰੋ। ਚਿੱਟਾ ਵਸਤਰ ਆਰਾਮ ਦੇ ਲਈ ਆ। ਚਿੱਟਾ ਵਸਤਰ ਜਿਹੜਾ ਉਹ ਆਰਾਮ ਦੇ ਲਈ ਆ। ਉਹ ਆਰਾਮ ਕਰ ਰਿਹਾ, ਉਹ ਆਰਾਮ ਕਰ ਰਹੇ। ਹਾਲੇ ਤੁਹਾਡੇ ਹੋਰ ਵੀ ਆ ਭਰਾ ਭੈਣਾਂ ਜਿਨ੍ਹਾਂ ਨੇ ਮੇਰੇ ਕਾਰਨ ਜਾਨਾਂ ਦੇਣੀਆਂ, ਉਹਨਾਂ ਨੂੰ ਆਲਣ ਦਿਓ। ਵੇਟ ਕਰੋ, ਹਲੇ ਇੰਤਜ਼ਾਰ ਕਰੋ, ਮੈਂ ਨਿਆਂ ਕਰ ਦੇਣਾ ਹੈ, ਮੈਂ ਨਿਆਂ ਕਰ ਦੇਣਾ। ਵੇਟ ਕਰੋ, ਵੇਟ ਕਰੋ। ਦਾਊਦ ਨਹੀਂ ਕਹਿੰਦਾ ਇਹਨਾਂ ਅੱਖਾਂ ਦੇ ਨਾਲ ਮੈਂ ਆਪਣੇ ਦੁਸ਼ਟਾਂ ਦਾ ਬਦਲਾ ਦੇਖਾਂਗਾ। ਸਭ ਹਾਲੇਲੂਇਆ ਬੋਲਾਂਗੇ। ਪੜ੍ਹਿਆ ਕਦੀ ਇਹ ਵਚਨ ਕਿ ਜਦੋਂ ਮੈਂ ਉਹਨਾਂ ਦੁਸ਼ਟਾਂ ਦਾ ਅੰਤ ਦੇਖਿਆ ਤੇ ਉਹ ਘਾਹ ਫੂਸ ਦੇ ਵਾਂਗੂ ਉੱਡ ਗਏ। ਉਹ ਪ੍ਰਭੂ ਨੇ ਉਹਨਾਂ ਨੂੰ ਸਤਿਆਨਾਸ਼ ਕਰ ਦਿੱਤਾ। ਇੱਟ ਤੇ ਇੱਟ ਨਹੀਂ ਰਹਿਣੀ, ਉਹਦਾ ਨਿਆਂ ਦਾ ਸਮੇਂ ਠਹਿਰਾਇਆ ਹੋਇਆ। ਹੁਣ ਮੰਨ ਲਓ ਅਸੀਂ ਮਰ ਗਏ ਤੇ ਉੱਥੇ ਵੀ ਨਹੀਂ ਗਏ, ਠੀਕ ਹੈ, ਕਿਉਂਕਿ ਵਸਤਰ ਹੈ ਨਹੀਂ, ਅਸੀਂ ਨੰਗੇ ਹਾਂ। ਪ੍ਰਿਥਵੀ ਔਰ ਨਰਕ ਦੇ ਵਿਚਕਾਰ ਲਟਕ ਗਏ ਸੀ।
ਅਸੀਂ ਲਟਕ ਗਏ ਵਿੱਚ, ਕਿਉਂਕਿ ਬਸਤਰ ਹੈ ਨਹੀਂ, ਸ਼ਰਮਿੰਦਗੀ ਆ, ਢਕੇ ਨਹੀਂ ਗਏ, ਸ਼ਰਮਿੰਦਗੀ ਆ। ਗੱਬੇ ਲਟਕ ਗਏ। ਕੀ ਹੋ ਗਿਆ ਜੀ? ਗੱਬੇ। ਹੁਣ ਨਾ ਪਿੱਛੇ ਨੂੰ ਆ ਸਕਦੇ, ਨਾ ਅੱਗੇ ਨੂੰ ਜਾ ਸਕਦੇ। ਹੁਣ ਨਾ ਤਾਂ ਪਿੱਛੇ ਨੂੰ ਜਾ ਸਕਦੇ, ਨਾ ਅੱਗੇ ਨੂੰ ਜਾ ਸਕਦੇ, ਕਿਉਂਕਿ ਪਿੱਛੇ ਦਾ ਸਮੇਂ ਪੂਰਾ ਹੋ ਗਿਆ। ਪਿੱਛੇ ਦਾ ਸਮੇਂ ਜੋ ਸੀਗਾ ਉਹ 70 ਜਾਂ 80 ਸਾਲ ਦਾ ਸੀ, ਉਹ ਪੂਰਾ ਹੋ ਗਿਆ। ਹੁਣ ਆਤਮਾ ਸਰੀਰ ਦੇ ਵਿੱਚ ਨਹੀਂ ਵੜ ਸਕਦੀ। ਠੀਕ ਹੈ, ਸਮਝ ਲੱਗ ਰਹੀ ਸਾਰਿਆਂ ਨੂੰ? ਉਹ ਸਮੇਂ ਜਿੰਨਾ ਸੀਗਾ ਪ੍ਰਭੂ ਨੇ ਦਿੱਤਾ ਹੋਇਆ ਉਹ ਪੂਰਾ ਹੋ ਗਿਆ। ਸਰੀਰ ਮਿੱਟੀ ਦੇ ਵਿੱਚ ਮਿਲ ਗਿਆ, ਨਾ ਹੁਣ ਪਿੱਛੇ ਜਾ ਸਕਦੇ, ਅੱਗਾ ਕੁਝ ਹੈ ਨਹੀਂ, ਉਹ ਵਸਤਰ ਹੈ ਨਹੀਂ, ਨਾ ਅੱਗੇ ਜਾ ਸਕਦੇ। ਗੱਬੇ ਲਟਕ ਗਏ ਸੀ। ਉਹਦੀ ਸ਼ਾਂਤੀ ਦੇ ਲਈ ਫਿਰ ਕੀ ਕਰਦੇ ਆ? ਪ੍ਰਾਰਥਨਾਵਾਂ ਕਰਦੇ ਆ, ਆ ਕਰਦੇ, ਉਹ ਕਰਦੇ। ਇਹ ਕਿਆ ਕੰਮ ਆਣੀਆਂ ਹੈ? ਆਰਾਮ ਤਾਂ ਕੋਈ ਫਰਮਾ ਰਹੇ ਆ, ਆਰਾਮ ਤਾਂ ਕੋਈ ਕਰ ਰਹੇ, ਔਰ ਆਰਾਮ ਕੌਣ ਕਰ ਰਹੇ? ਪ੍ਰਕਾਸ਼ ਦੀ ਪੋਥੀ ਉਹਦਾ 6 ਅਧਿਆਇ ਔਰ ਉਸਦਾ 11 ਵਚਨ ਦੇ ਵਿੱਚ ਕੁਝ ਲਿਖਿਆ ਹੋਇਆ। ਦੇਖੋ ਕੀ ਲਿਖਿਆ ਹੋਇਆ। ਆਰਾਮ ਕੋਈ ਕਰ ਰਿਹਾ ਹੈ, ਜਿਨ੍ਹਾਂ ਨੂੰ ਪ੍ਰਭੂ ਨੇ ਆਰਾਮ ਦੇਣਾ ਹੈ, ਜਿਨ੍ਹਾਂ ਨੂੰ ਦੇ ਦਿੱਤਾ ਹੈ ਆਰਾਮ, ਔਰ ਜਿਹੜੇ ਆਰਾਮ ਕਰ ਰਹੇ ਆ। ਅਤੇ ਉਹਨਾਂ ਵਿੱਚੋਂ ਹਰੇਕ ਨੂੰ ਚਿੱਟਾ ਬਸਤਰ ਦਿੱਤਾ ਗਿਆ ਅਤੇ ਉਹਨਾਂ ਨੂੰ ਇਹ ਵਚਨ ਹੋਇਆ, ਭਾਈ ਥੋੜਾ ਚਿਰ ਹੋਰ ਆਰਾਮ ਕਰੋ। ਥੋੜਾ ਚਿਰ ਕੀ ਕਰ ਲਓ ਤੁਸੀਂ? ਥੋੜਾ ਚਿਰ ਕੀ ਕਰ ਲਓ ਜੀ ਤੁਸੀਂ? ਉਹ ਆਰਾਮ ਤਾਂ ਉਹਨਾਂ ਨੂੰ ਮਿਲਦਾ। ਠੀਕ ਹੈ, ਇਹ ਵਸਤਰ ਪਾਣੇ ਬਹੁਤ ਜ਼ਰੂਰੀ ਹੈ, ਕਿਉਂਕਿ ਵਸਤਰਾਂ ਦੇ ਵਿੱਚ ਹੀ ਆਰਾਮ ਆ। ਚਿੱਟੇ ਵਸਤਰਾਂ ਦੇ ਵਿੱਚ ਹੀ ਆਰਾਮ ਆ, ਹੋਰ ਕਿਤੇ ਆਰਾਮ ਨਹੀਂ ਆ। ਆਰਾਮ ਲੱਭਦੇ ਅਸੀਂ, ਆਰਾਮ ਲੱਭਦੇ ਹਾਂ। ਠੀਕ ਹੈ, ਆਰਾਮ ਕਿਤੇ ਨਹੀਂ ਮਿਲਣਾ, ਆਰਾਮ ਚਿੱਟੇ ਵਸਤਰਾਂ ਦੇ ਵਿੱਚ ਹੀ ਆ। ਔਰ ਚਿੱਟੇ ਵਸਤਰ ਪੌਲਸ ਉਸ ਦੇ ਬਾਰੇ ਕੀ ਕਹਿ ਰਿਹਾ? ਘਰ ਕਹਿ ਰਿਹਾ। ਕਿਹੜੇ ਸ਼ਬਦ ਯੂਜ਼ ਕਰ ਰਿਹਾ? ਉਹ ਘਰ ਕਹਿ ਰਿਹਾ ਕਿ ਤੰਬੂ ਜਿਹਾ ਘਰ ਢਹਿ ਜਾਣਾ ਸਾਡਾ, ਸਰੀਰ ਮਿੱਟੀ 'ਚ ਮਿਲ ਜਾਣਾ, ਆਤਮਾ ਕਦੀ ਨਹੀਂ ਮਰਦਾ। ਇਹ ਆਤਮਾ ਨੂੰ ਇੱਕ ਹੋਰ ਘਰ ਮਿਲਣਾ। ਉਹ ਕਿਹੜੇ ਘਰ ਦੀ ਗੱਲ ਕਰ ਰਿਹਾ? ਕਹਿੰਦਾ ਉਹਨੂੰ ਦੁਆਲੇ ਪਾਣਾ ਸੀ। ਉਹਨੂੰ ਕੀ ਕਰਨਾ ਸੀ? ਆਲੇ ਦੁਆਲੇ ਕੀ ਕਰਨਾ? ਪਹਿਨਣਾ ਹੈ। ਆਲੇ ਦੁਆਲੇ ਉਸ ਨੂੰ ਪਾਣਾ ਆ ਸੀ, ਉਸ ਨੂੰ ਲਪੇਟ ਲੈਣਾ ਸੀ, ਉਸ ਨੂੰ ਪਾਣਾ ਆ ਸੀ। ਪਾਏ ਕੀ ਜਾਂਦਾ ਹੈ? ਰਹਿੰਦੇ ਅਸੀਂ ਕਿੱਥੇ ਆ? ਇਹਦਾ ਮਤਲਬ ਉਹ ਪੌਲਸ ਕਿਹਦੀ ਗੱਲ ਕਰਦਾ? ਘਰ ਦੀ ਗੱਲ ਕਰਦਾ ਜਾਂ ਕੱਪੜਿਆਂ ਦੀ ਗੱਲ ਕਰਦਾ? ਕਿਹਦੀ ਗੱਲ ਕਰਦਾ? ਕੱਪੜਿਆਂ ਦੀ ਗੱਲ ਕਰਦਾ। ਕਿਹੜੇ ਕੱਪੜੇ? ਜਿਨ੍ਹਾਂ ਦੇ ਵਿੱਚ ਸ਼ਾਂਤੀ ਮਿਲਣੀ ਹੈ, ਪਵਿੱਤਰ ਕੱਪੜੇ ਜਿਹੜੇ ਸੰਤਾਂ ਨੂੰ ਪਹਿਨਾਏ ਗਏ, ਚਿੱਟਾ ਵਸਤਰ। ਅਸੀਂ ਉਸ ਦੇ ਬਾਰੇ ਦੇਖ ਰਹੇ ਹਾਂ ਵਚਨ। ਹਾਲੇਲੂਇਆ। ਚਲੋ ਇੱਕ ਵਚਨ ਪੜ੍ਹਦੇ ਹਾਂ ਅਸੀਂ। ਨੰਗਾਪਨ ਸ਼ਰਮਿੰਦਗੀ ਨੂੰ ਦਰਸਾਉਂਦਾ। ਪਤਾ ਤੁਹਾਨੂੰ? ਇੱਕ ਵਚਨ 'ਚ ਲਿਖਿਆ ਹੋਇਆ ਨਾ, ਵਚਨ ਕਦੀ ਪੜ੍ਹਿਆ ਹੈ ਕਿ ਹੇ ਪਹਾੜੋ ਮੇਰੇ ਉੱਤੇ? ਕਿੰਨੇ ਨੇ ਪੜ੍ਹਿਆ? ਸੱਚਮੁੱਚ ਕਿੰਨੇ ਨੇ ਪੜ੍ਹਿਆ? ਹੇ ਪਹਾੜੋ ਮੇਰੇ ਉੱਤੇ। ਇਹ ਜਿਹੜੇ ਕੰਮ ਮੈਂ ਦੇਖਦਾ, ਇਹ ਤਾਂ ਮੈਂ ਹੀ ਕੀਤੇ ਸੀ, ਜੋ ਵੀ ਕੀਤਾ। ਇਹ ਪਹਾੜੋ ਮੇਰੇ ਉੱਤੇ। ਉਹ ਸ਼ਰਮਿੰਦਗੀ ਜਿਹੜੀ ਹੈ ਨਾ, ਉਹ ਨੰਗੇਪਨ ਦੇ ਵਿੱਚ ਆ, ਕਿਉਂਕਿ ਉਹਨਾਂ ਦੇ ਕੋਲ ਉਹ ਵਸਤਰ ਨਹੀਂ ਆ। ਇਹ ਪਹਾੜੋ ਮੇਰੇ ਉੱਤੇ ਡਿੱਗ ਪਾਓ, ਇਹ ਸ਼ਰਮਿੰਦਗੀ ਮੇਰੇ ਤੋਂ ਨਹੀਂ ਸਹੀ ਜਾ ਰਹੀ। ਹੁਣ ਗੱਲ ਇੱਥੇ ਆ ਕੇ ਅਟਕ ਗਈ ਆ, ਗੱਲ ਇੱਥੇ ਆ ਕੇ ਮੁੱਕ ਗਈ ਆ ਵੀ ਹੁਣ ਕਰੀਏ ਕੀ? ਹੁਣ ਵਸਤਰ ਤਾਂ ਪਾਣੇ ਬਹੁਤ ਜ਼ਰੂਰੀ ਆ, ਉਹ ਵਸਤਰ ਮਿਲਣੇ ਬਹੁਤ ਜ਼ਰੂਰੀ ਆ। ਠੀਕ ਹੈ, ਕਿੰਨਿਆਂ ਦੇ ਕੋਲ ਹੈਗੇ ਵਸਤਰ? ਹੈਗੇ? ਠੀਕ ਹੈ, ਜੇ ਨਹੀਂ ਹੈ ਤਾਂ ਅੱਜ ਸੱਚਮੁੱਚ ਮਿਲ ਜਾਣੇ ਆ ਤੁਹਾਨੂੰ ਸਭ। ਹਾਲੇਲੂਇਆ ਬੋਲਾਂਗੇ। ਇਹ ਮੈਂ ਤੁਹਾਨੂੰ ਇਸ ਲਈ ਕੁਝ ਬੇਸ ਮਤਲਬ ਕੁਝ ਨੀਂਹ ਧਰੀ ਹੈ, ਕਿਸੇ ਗੱਲ ਨੂੰ ਸਮਝਾਉਣ ਦੇ ਲਈ ਨੀਂਹ ਧਰੀ ਹੈ, ਕੁਝ ਦੱਸਣ ਦੇ ਲਈ ਤੁਹਾਨੂੰ ਕਿ ਆਹ ਵਚਨ ਆ ਔਰ ਹੁਣ ਅਸੀਂ ਕੀ ਕਰਨਾ ਹੈ। ਠੀਕ ਹੈ, ਨੰਗੇ ਹੋਣ ਦਾ ਮਤਲਬ ਕੀ ਆ? ਬੇਇੱਜ਼ਤੀ, ਦਰਦ, ਬੇਚੈਨੀ ਜਿੱਦਾਂ ਉਸ ਧਨੀ ਦੇ ਕੋਲ ਆ, ਦੁਬਿਧਾ, ਦੁੱਖ, ਪਰੇਸ਼ਾਨੀ, ਅਸ਼ਾਂਤੀ, ਕੋਈ ਸ਼ਾਂਤੀ ਨਹੀਂ ਆ। ਨੰਗੇ ਹੋਣ ਦਾ ਮਤਲਬ ਇਹ ਆ। ਜਦੋਂ ਪ੍ਰਭੂ ਨੇ ਉਹਨਾਂ ਨੂੰ ਵਸਤਰ ਦਿੱਤੇ ਸੀਗੇ ਤਾਂ ਕਿਹਾ ਸੀ ਆਰਾਮ ਕਰੋ ਇਹਨਾਂ ਵਸਤਰਾਂ ਦੇ ਵਿੱਚ। ਤੇ ਲਾਜ਼ਰ ਦੀ ਗੋਦ ਦੇ ਵਿੱਚ, ਅਬਰਾਹਮ ਦੀ ਗੋਦ ਦੇ ਵਿੱਚ ਲਾਜ਼ਰ ਪਿਆ ਤਾਂ ਕੀ ਕਰ ਰਿਹਾ? ਉਹ ਕੀ ਕਰ ਰਿਹਾ? ਆਰਾਮ ਕਰ ਰਿਹਾ। ਉਹ ਵਸਤਰ ਪਹਿਨਾਏ ਗਏ ਉਸਨੂੰ। ਠੀਕ ਹੈ, ਜਿਸ ਦੇ ਕੋਲ ਵਸਤਰ ਨਹੀਂ ਆ ਉਹ ਨੰਗਾ ਆ। ਔਰ ਬੇਇੱਜ਼ਤੀ ਆ, ਦੁਬਿਧਾ ਆ, ਦਰਦ ਆ, ਬੇਚੈਨੀ ਆ, ਕੋਈ ਸ਼ਾਂਤੀ ਨਹੀਂ ਆ, ਕਿਉਂਕਿ ਵਸਤਰ ਹੈ ਨਹੀਂ।
ਠੀਕ ਹੈ। ਹੁਣ ਵਚਨ ਦੇ ਵਿੱਚ ਚੱਲਦੇ ਅਸੀਂ। ਕਿੰਨਿਆਂ ਨੂੰ ਪਤਾ ਆ ਕਿ ਆਦਮ ਔਰ ਹਵਾ ਨੰਗੇ ਰਹਿੰਦੇ ਸੀ? ਸਭ ਹਾਲੇਲੂਇਆ ਬੋਲਾਂਗੇ। ਆਦਮ ਔਰ ਹਵਾ ਨੰਗੇ ਰਹਿੰਦੇ ਸੀਗੇ, ਠੀਕ ਹੈ। ਬੜੀ ਵਧੀਆ ਸੰਗਤੀ ਸੀਗੀ, ਮੁੰਡਾ ਕੁੜੀ ਸੀਗੇ ਪ੍ਰਭੂ ਦੇ। ਜਿਹੜਾ ਪਹਿਲਾ ਮੁੰਡਾ ਹੈ ਨਾ ਪ੍ਰਭੂ ਦਾ, ਉਹ ਕੌਣ ਹੈ? ਆਦਮ। ਪਹਿਲੀ ਕੁੜੀ ਪ੍ਰਭੂ ਦੀ ਕੌਣ? ਹਵਾ। ਪਰਿਵਾਰ ਆ ਬੜਾ ਵਧੀਆ, ਖੁਸ਼ੀ ਆ, ਸ਼ਾਂਤੀ ਆ, ਬੰਦਗੀ ਹੋ ਰਹੀ ਆ, ਆਣਾ ਜਾਣਾ ਲੱਗਿਆ ਆ ਪ੍ਰਭੂ ਦਾ। ਸਮਝ ਲੱਗ ਰਹੀ ਸਾਰਿਆਂ ਨੂੰ? ਮਿੱਠਾ ਰਿਸ਼ਤਾ ਹੈ ਉਹਨਾਂ ਦਾ, ਰਿਸ਼ਤੇ ਦੇ ਵਿੱਚ ਮਿਠਾਸ ਆ। ਉਹ ਪ੍ਰਭੂ ਨੂੰ ਬਹੁਤ ਪਿਆਰ ਕਰਦੇ, ਪ੍ਰਭੂ ਉਹਨਾਂ ਨੂੰ ਬਹੁਤ ਪਿਆਰ ਕਰਦਾ। ਉਹ ਪ੍ਰਭੂ ਤੋਂ ਬਗੈਰ ਨਹੀਂ ਰਹਿ ਸਕਦੇ, ਪ੍ਰਭੂ ਉਹਨਾਂ ਤੋਂ ਬਗੈਰ ਨਹੀਂ ਰਹਿ ਸਕਦਾ। ਮਿੱਠਾ ਰਿਸ਼ਤਾ, ਮਿੱਠਾ ਵਿਸ਼ਵਾਸ, ਮਿੱਠੀ ਸੰਗਤੀ, ਮਿੱਠਾ ਪਰਿਵਾਰ, ਸਭ ਕੁਝ ਸਹੀ ਚੱਲ ਰਿਹਾ। ਕੋਈ ਉੱਥੇ ਆ ਗਿਆ। ਉਹ ਕੌਣ ਆ ਗਿਆ? ਜਦੋਂ ਉਹ ਆ ਗਿਆ ਤੇ ਉਹ ਕੀ ਲੈ ਕੇ ਆਇਆ? ਵਚਨ ਲੈ ਕੇ ਗਿਆ। ਉਹਨੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ। ਔਰ ਉਹਨੇ ਕੀ ਪ੍ਰਸ਼ਨ ਚਿੰਨ੍ਹ ਲਗਾਇਆ ਪਤਾ ਤੁਹਾਨੂੰ? 3 ਅਧਿਆਈ, ਉਤਪਤੀ 3 ਅਧਿਆਈ ਕੱਢੋ, 3 ਅਧਿਆਈ ਕੱਢੋ, ਪੜੋ। 3 ਦੀ 1 ਤੋਂ ਲੈ ਕੇ ਪੜ੍ਹ ਦੋ। ਹਾਂ ਪੜੋ। ਸੱਪ ਸਭ ਜੰਗਲੀ ਜਾਨਵਰਾਂ ਨਾਲੋਂ ਜਿਨ੍ਹਾਂ ਨੂੰ ਯਹੋਵਾ ਪਰਮੇਸ਼ਵਰ ਨੇ ਬਣਾਇਆ ਸੀ ਚਾਤਰ ਸੀ, ਅਤੇ ਉਸ ਨੇ ਉਸ ਤੀਮੀ ਨੂੰ ਆਖਿਆ। ਉਸ ਤੀਮੀ ਨੂੰ ਆਖਿਆ, ਸੁਣੋ, ਕਿਸ ਤੀਮੀ ਨੂੰ? ਜਿਹੜੀ ਪ੍ਰਭੂ ਦੀ ਬੇਟੀ ਹੈ, ਹੈਨਾ, ਉਹਨੂੰ ਆਖਿਆ। ਹਾਂ, ਭਲਾ ਪਰਮੇਸ਼ਵਰ ਨੇ ਸੱਚਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ। ਇੱਕ ਮਿੰਟ, ਕਿਆ ਇਹ ਗੱਲ ਕਹੀ ਨਹੀਂ ਸੀ ਪ੍ਰਭੂ ਨੇ? ਕਹੀ ਨਹੀਂ ਸੀ? ਹਿੰਦੀ ਦੀ ਬਾਈਬਲ ਦੇਖੋ, ਤੁਹਾਡੀ ਪ੍ਰਸ਼ਨ ਡੰਡੀ ਏਦਾਂ ਪਈ ਹੋਣੀ। ਪੰਜਾਬੀ ਚ ਪਈ ਹੈ? ਅੱਛਾ, ਪੰਜਾਬੀ ਚ। ਉਹਨੇ ਪ੍ਰਸ਼ਨ ਖੜਾ ਕੀਤਾ ਉਹਨੇ, ਠੀਕ ਹੈ। ਇਹ ਕੌਣ ਹੈ ਪਤਾ ਜਿਹੜਾ ਉਸ ਦੇ ਕੋਲ ਆਇਆ? ਇਹ ਕਰੂਬੀ ਆ, ਯਾਦ ਰੱਖਿਓ ਸੀ। ਇਹ ਮਣੀਆਂ ਦੇ ਨਾਲ ਘਿਰਿਆ ਹੋਇਆ ਸੀਗਾ। ਏਦਾਂ ਦੇ ਪੱਥਰ ਇਸ ਦੇ ਕੋਲ ਸੀਗੇ। ਇਸ ਦੇ ਪਰ ਜਿਹੜੇ ਸੀਗੇ ਉਹਨਾਂ ਦੇ ਵਿੱਚੋਂ ਸੰਗੀਤ ਨਿਕਲਦਾ ਸੀ। ਇਹ ਵਰਸ਼ਿਪ ਲੀਡਰ ਸੀਗਾ ਪਰਮੇਸ਼ਰ ਦਾ, ਇੱਕ ਪ੍ਰਧਾਨ ਸੀਗਾ ਸਵਰਗ ਦੇ ਵਿੱਚ। ਉਸ ਨੂੰ ਪਤਾ ਕਿ ਸਵਰਗ ਕਿੱਦਾਂ ਦਾ ਆ, ਉਸ ਨੂੰ ਪਤਾ ਹੈ ਸਵਰਗ ਕਿੱਦਾਂ ਦਾ, ਸਵਰਗ ਵਿੱਚ ਕੀ ਹੈ, ਉਸ ਨੂੰ ਸਾਰਾ ਕੁਝ ਪਤਾ। ਦੁਬਾਰਾ ਪੜੋ, ਦੁਬਾਰਾ ਪੜੋ। ਉਸ ਨੇ ਉਸ ਤੀਮੀ ਨੂੰ ਆਖਿਆ, ਭਲਾ ਪਰਮੇਸ਼ਵਰ ਨੇ ਸੱਚਮੁੱਚ ਆਖਿਆ ਹੈ। ਕਹਿੰਦਾ ਪਰਮੇਸ਼ਰ ਨੇ ਸੱਚੀ ਕਿਹਾ ਕਿ ਬਾਗ ਦੇ ਕਿਸੇ ਸ਼ੱਕ ਪੈਦਾ ਕੀਤੀ, ਸ਼ੱਕ ਪੈਦਾ ਕੀਤੀ। ਹਾਂ, ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ। ਤੀਵੀ ਨੇ ਸੱਪ ਨੂੰ ਆਖਿਆ ਕਿ ਬਾਗ ਦੇ ਬਿਰਛਾਂ ਦੇ ਫਲੋਂ ਤਾਂ ਅਸੀਂ ਖਾਂਦੇ ਹਾਂ, ਪਰ ਜਿਹੜਾ ਬਿਰਛ ਬਾਗ ਦੇ ਵਿਚਕਾਰ ਹੈ ਉਸ ਦੇ ਫਲ ਤੋਂ ਪਰਮੇਸ਼ਵਰ ਨੇ ਆਖਿਆ ਤੁਸੀਂ ਨਾ ਖਾਓ, ਨਾ ਉਹਨੂੰ ਹੱਥ ਲਾਓ, ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ। ਪਰ ਸੱਪ ਨੇ ਤੀਵੀ ਨੂੰ ਆਖਿਆ ਕਿ ਤੁਸੀਂ ਕਦੇ ਨਹੀਂ ਮਰੋਗੇ। ਸਭ ਹਾਲੇਲੂਇਆ ਬੋਲਾਂਗੇ। ਤੇ ਪ੍ਰਭੂ ਕਹਿੰਦਾ ਤੁਸੀਂ ਮਰ ਜਾਣਾ ਹੈ। ਤੇ ਹੁਣ ਕੀ ਲੈ ਕੇ ਗਿਆ? ਵਚਨ ਲੈ ਕੇ ਗਿਆ, ਠੀਕ ਹੈ। ਸਗੋਂ ਤੁਸੀਂ ਪਰਮੇਸ਼ਰ ਵਰਗੇ ਬਣ ਜਾਣਾ ਹੈ। ਸ਼ੱਕ ਪੈਦਾ ਕੀਤਾ, ਵਚਨ ਲੈ ਕੇ ਗਿਆ ਔਰ ਕਿਹਾ ਕਿ ਤੁਸੀਂ ਨਹੀਂ ਮਰੋਗੇ। ਉਸਨੇ ਵਚਨ ਦੇ ਵਿੱਚ ਕੀ ਕਰ ਦਿੱਤੀ? ਮਿਲਾਵਟ ਕਰ ਦਿੱਤੀ। ਵਚਨ ਦੇ ਵਿੱਚ ਕੀ ਕਰ ਦਿੱਤੀ? ਮਿਲਾਵਟ ਕਰ ਦਿੱਤੀ। ਜਦੋਂ ਵਚਨ ਦੇ ਵਿੱਚ ਮਿਲਾਵਟ ਹੋਈ ਤਾਂ ਉਸਨੇ ਕਿਹਾ ਅੱਛਾ ਇਹ ਗੱਲ ਹੈ। ਤੀਮੀ ਨੇ ਕਿਹਾ ਇਹ ਗੱਲ ਹੈ, ਔਰ ਉਸਨੇ ਵੀ ਖਾਧਾ ਔਰ ਆਪਣੇ ਪਤੀ ਨੂੰ ਵੀ ਖਿਲਾਇਆ, ਤੇ ਉਹ ਦੋਨੇ ਕੀ ਹੋ ਗਏ? ਹੈ ਆਤਮਾ ਦੇ ਵਿੱਚ ਕੀ ਹੋ ਗਏ? ਦੋਨੇ ਮਰ ਗਏ। ਦੋਨੇ ਕੀ ਹੋ ਗਏ ਜੀ? ਮਰ ਗਏ। ਤੇ ਅੱਗੇ ਲਿਖਿਆ ਆ ਉਹਨਾਂ ਦੀਆਂ ਅੱਖਾਂ ਖੁੱਲ ਗਈਆਂ। ਸਭ ਹਾਲੇਲੂਇਆ ਬੋਲਾਂਗੇ। ਉਹਨਾਂ ਦੀਆਂ ਕੀ ਖੁੱਲ ਗਈਆਂ ਜੀ? ਅੱਖਾਂ ਖੁੱਲ ਗਈਆਂ। ਤੇ ਉਹਨਾਂ ਨੂੰ ਪਤਾ ਲੱਗਾ ਕਿ ਅਸੀਂ ਕੀ ਆ? ਨੰਗੇ। ਪਹਿਲਾਂ ਉਹ ਨੰਗੇ ਨਹੀਂ ਸੀ, ਪਹਿਲਾਂ ਵੀ ਨੰਗੇ ਸੀਗੇ, ਕਿਉਂਕਿ ਪ੍ਰਭੂ ਨੇ ਉਹਨਾਂ ਨੂੰ ਬਣਾਇਆ ਸੀ, ਕੋਈ ਕੱਪੜੇ ਨਹੀਂ ਸੀ ਬਣਾਏ।
ਅਗਰ ਕੱਪੜੇ ਉਹਨਾਂ ਦੇ ਉੱਤੇ ਹੁੰਦੇ ਤਾਂ ਉਹਨਾਂ ਨੇ ਪੱਤਿਆਂ ਨੂੰ ਆਪਣੇ ਕੱਪੜੇ ਨਹੀਂ ਸੀ ਬਣਾਉਣੇ, ਪਹਿਲਾਂ ਵੀ ਉਹ ਨੰਗੇ ਸੀ। ਲੇਕਿਨ ਕੁਝ ਚੀਜ਼ ਨੇ ਉਹਨਾਂ ਨੂੰ ਢੱਕਿਆ ਹੋਇਆ ਸੀ, ਉਹ ਸੀ ਚਿੱਟੇ ਵਸਤਰ ਜਿਹੜੇ ਪਰਮੇਸ਼ਰ ਨੇ ਉਹਨਾਂ ਨੂੰ ਪਹਿਨਾਏ ਹੋਏ ਸੀ। ਹਾਲੇਲੂਇਆ, ਸਭ ਹਾਲੇਲੂਇਆ ਬੋਲਾਂਗੇ। ਉਹ ਸੀ ਚਿੱਟਾ ਵਸਤਰ ਜਿਨ੍ਹਾਂ ਦੇ ਨਾਲ ਉਹ ਕੱਜੇ ਗਏ ਸੀ, ਉਹ ਸੀ ਪਰਮੇਸ਼ਰ ਦੀ ਪਵਿੱਤਰਤਾ ਜਿਨ੍ਹਾਂ ਦੇ ਨਾਲ ਉਹ ਕੱਜੇ ਗਏ ਸੀਗੇ, ਉਹ ਢੱਕੇ ਗਏ ਸੀਗੇ, ਉਹ ਪ੍ਰੋਟੈਕਸ਼ਨ ਦੇ ਵਿੱਚ ਸੀਗੇ, ਉਹ ਜੀਵਨ ਦੇ ਵਿੱਚ ਸੀ। ਕਾਦੇ ਵਿੱਚ ਸੀਗੇ? ਉਹ ਜੀਵਨ ਦੇ ਵਿੱਚ ਸੀ, ਮੌਤ 'ਚ ਨਹੀਂ ਸੀਗੇ ਉਹ ਜੀਵਨ ਦੇ ਵਿੱਚ ਸੀ। ਜੀਵਨ ਨੇ ਢੱਕਿਆ ਹੋਇਆ ਸੀ ਉਹਨਾਂ ਨੂੰ। ਕਿਹਨੇ ਢੱਕਿਆ ਹੋਇਆ ਸੀ? ਜੀਵਨ ਨੇ ਢੱਕਿਆ ਹੋਇਆ ਸੀ, ਪਵਿੱਤਰ ਵਸਤਰਾਂ ਨੇ ਢੱਕਿਆ ਹੋਇਆ ਸੀ, ਚਿੱਟੇ ਵਸਤਰ ਸੀ ਉਹਨਾਂ ਦੇ ਕੋਲ, ਤੇ ਉਹਨਾਂ ਨੂੰ ਪਤਾ ਨਹੀਂ ਸੀ ਲੱਗਦਾ ਕਿ ਅਸੀਂ ਕੀ ਹਾਂ, ਨੰਗੇ ਹਾਂ। ਹਾਲੇਲੂਇਆ। ਔਰ ਪ੍ਰਭੂ ਨੇ ਕਦੀ ਆਦਮ ਨੂੰ ਮਰਨ ਵਾਸਤੇ ਨਹੀਂ ਸੀ ਬਣਾਇਆ। ਮਰਨ ਵਾਸਤੇ ਬਣਾਇਆ ਸੀ? ਮਰਨ ਵਾਸਤੇ ਬਣਾਇਆ ਸੀ? ਤੁਸੀਂ ਦੱਸੋ। ਹਾਂਜੀ ਵਿੱਕੀ ਭਾਈ, ਪ੍ਰਭੂ ਨੇ ਮਰਨ ਵਾਸਤੇ ਬਣਾਇਆ? ਨਹੀਂ। ਹਾਂਜੀ ਅੰਸ਼ੂ, ਮਰਨ ਵਾਸਤੇ ਨਹੀਂ ਸੀ ਬਣਾਇਆ, ਕਿਉਂਕਿ ਜੇ ਮਰਨ ਵਾਸਤੇ ਬਣਾਇਆ ਹੁੰਦਾ ਤਾਂ ਪ੍ਰਭੂ ਨੇ ਇਹ ਕਾਤੇ ਗੱਲ ਕਹਿਣੀ ਸੀਗੀ ਕਿ ਜਿੱਦਣ ਤੁਸੀਂ ਖਾਧਾ ਉਦਣ ਮਰ ਜਾਣਾ ਤੁਸੀਂ। ਇਹਦਾ ਮਤਲਬ ਉਹਨਾਂ ਨੂੰ ਜੀਵਨ ਵਾਸਤੇ ਬਣਾਇਆ ਸੀ, ਉਹਨਾਂ ਦੇ ਉੱਤੇ ਵਸਤਰ ਪਹਿਨਾਏ, ਪ੍ਰੋਟੈਕਸ਼ਨ ਦੇ ਵਿੱਚ ਉਹਨਾਂ ਨੂੰ ਇੱਕ ਵਸਤਰ ਪਹਿਨਾਇਆ। ਉਹ ਕਿਹੜਾ ਸਰੀਰ ਸੀ? ਉਹ ਜਲਾਲੀ ਸਰੀਰ ਸੀ, ਉਹ ਵਸਤਰਾਂ ਦੇ ਨਾਲ ਢੱਕਿਆ ਹੋਇਆ ਸੀਗਾ, ਉਹਨਾਂ ਨੂੰ ਸ਼ਰਮਿੰਦਗੀ ਨਹੀਂ ਸੀਗੀ। ਪਰ ਜਦੋਂ ਹੀ ਵਸਤਰ ਹਟਿਆ ਤੇ ਉਹਨਾਂ ਨੂੰ ਪਤਾ ਲੱਗਾ ਕਿ ਅਸੀਂ ਨੰਗੇ ਹਾਂ। ਸ਼ਰਮਿੰਦਗੀ ਆ ਗਈ, ਦੁਬਿਧਾ ਆ ਗਈ, ਟੈਨਸ਼ਨ ਆ ਗਈ, ਬੋਝ ਆ ਗਿਆ। ਉਹ ਬੋਝ ਜਿਹੜਾ ਉਹ ਧਨੀ ਦੇ ਜੀਵਨ ਦੇ ਵਿੱਚ ਸੀਗਾ, ਕਹਿੰਦਾ ਮੈਂ ਸੜ ਰਿਹਾ ਆ, ਝੁਲਸ ਰਿਹਾ ਆ, ਕਹਿੰਦਾ ਮੈਂ ਕੋਈ ਚੈਨ ਨਹੀਂ ਆ, ਕੋਈ ਚੈਨ ਨਹੀਂ ਆ, ਕੋਈ ਸ਼ਾਂਤੀ ਨਹੀਂ ਆ। ਜੀਵਨ ਬਰਬਾਦ ਹੋ ਗਿਆ, ਜੀਵਨ ਚਲਾ ਗਿਆ, ਪਵਿੱਤਰ ਵਸਤਰ ਚਲੇ ਗਏ ਜਿਹਦੇ ਨਾਲ ਉਹ ਕੱਜੇ ਗਏ ਸੀ, ਜਿਹਦੇ ਨਾਲ ਟੱਕੇ ਗਏ ਸੀ ਜੀਵਨ ਦੇ ਨਾਲ। ਹਾਲੇਲੂਇਆ। ਕਿਉਂ ਗਿਆ ਉਹਨਾਂ ਦੇ ਕੋਲੋਂ ਜੀਵਨ? ਕਿਉਂ ਗਏ ਚਿੱਟੇ ਵਸਤਰ ਉਹਨਾਂ ਦੇ ਕੋਲੋਂ ਜਿਹਦੇ ਨਾਲ ਉਹ ਟੱਕੇ ਗਏ ਸੀ? ਹੈ ਕਿਉਂ ਗਿਆ? ਕਿਉਂਕਿ ਕਿਸੇ ਨੇ ਕੁਛ ਵਚਨ ਦੇ ਵਿੱਚ ਕੀ ਕਰ ਦਿੱਤੀ? ਕਹਿੰਦਾ ਤੁਸੀਂ ਨਹੀਂ ਮਰੋਗੇ। ਠੀਕ ਹੈ, ਕਿਸੇ ਨੇ ਮਿਲਾਵਟ ਕਰ ਦਿੱਤੀ। ਇਸ ਲਈ ਯਿਸੂ ਮਸੀਹ ਨੇ ਕਿਹਾ ਮੱਤੀ 13 ਦੇ ਵਿੱਚ 7 ਦ੍ਰਿਸ਼ਟਾਂਤ ਹੈ ਉੱਥੇ ਲਿਖੇ ਹੋਏ, 7 ਦ੍ਰਿਸ਼ਟਾਂਤਾਂ ਦੇ ਵਿੱਚੋਂ ਇੱਕ ਦ੍ਰਿਸ਼ਟਾਂਤ ਆ, ਕਹਿੰਦਾ ਬੀਜ ਬੀਜਣ ਵਾਲਾ ਨਿਕਲਿਆ। ਸਭ ਹਾਲੇਲੂਇਆ ਬੋਲਾਂਗੇ। ਉਹਨੇ ਚੰਗਾ ਹੀ ਬੀਜ ਬੀਜਿਆ। ਕੀ ਬੀਜਿਆ? ਵਧੀਆ ਬੀਜ ਬੀਜਿਆ। ਚੇਲੇ ਕਹਿਣ ਲੱਗੇ, ਕਹਿੰਦਾ ਲੋਕਾਂ ਨੇ ਕਿਹਾ, ਕਹਿੰਦੇ ਚੇਲੇ ਨੇ ਕਿਹਾ ਕਿ ਆ ਬੂਟੀ ਕਿੱਥੋਂ ਆ ਗਈ? ਫਿਰ ਪ੍ਰਭੂ ਨੇ ਕਿਹਾ ਇਹ ਮਾਲਕ ਦਾ ਕੰਮ ਨਹੀਂ ਆ, ਇਹ ਪਿਤਾ ਦਾ ਕੰਮ ਨਹੀਂ ਆ, ਇਹ ਮਾਲਕ ਦਾ ਕੰਮ ਨਹੀਂ ਆ, ਇਹ ਦੁਸ਼ਟ ਦਾ ਕੰਮ ਹੈ। ਕਿਹਦਾ ਕੰਮ ਹੈ? ਦੁਸ਼ਟ ਦਾ ਕੰਮ ਹੈ। ਉੱਥੇ ਸ਼ੈਤਾਨ ਦਾ ਕੰਮ ਹੋ ਗਿਆ, ਉੱਥੇ ਮਿਲਾਵਟ ਹੋ ਗਈ, ਉੱਥੇ ਜ਼ਿੰਦਗੀ ਨਹੀਂ ਰਹੀ, ਉੱਥੇ ਬੇਇੱਜ਼ਤੀ ਆ ਗਈ, ਉੱਥੇ ਬੇਚੈਨੀ ਆ ਗਈ, ਉੱਥੇ ਦਰਦ ਆ ਗਿਆ। ਹੁਣ ਉਹ ਗੱਬੇ ਲਟਕ ਗਏ, ਹੁਣ ਨਾ ਉਧਰ ਨਾ ਇੱਧਰ। ਹੁਣ ਕਰੀਏ ਤਾਂ ਕਰੀਏ ਕੀ ਕਰੀਏ? ਔਖਾ ਹੋ ਗਿਆ। ਇਹ ਕਿਉਂ ਇਹ ਚਲਾ ਗਿਆ ਉਸ ਦੇ ਕੋਲੋਂ ਵਸਤਰ, ਉਹ ਚਿੱਟਾ ਵਸਤਰ ਜਿਹਦੇ ਨਾਲ ਉਹ ਢਕੇ ਗਏ ਸੀਗੇ, ਢਕੇ ਹੋਏ ਸੀਗੇ, ਸ਼ਰਮਿੰਦਗੀ ਨਹੀਂ ਸੀ ਕੋਈ। ਕਿਉਂ ਚਲਾ ਗਿਆ? ਸਮਝ ਲੱਗ ਰਹੀ ਸਾਰਿਆਂ ਨੂੰ? ਸ਼ੈਤਾਨ ਕਰੂਪੀ ਸੀਗਾ, ਮਸਾ ਕੀਤਾ ਹੋਇਆ ਸੀਗਾ। ਠੀਕ ਹੈ, ਪ੍ਰਸ਼ਨ ਚਿੰਨ੍ਹ ਲਗਾਇਆ ਉਸਨੇ। ਮਿੱਠੀ ਸੰਗਤੀ ਨਹੀਂ ਰਹੀ, ਮਿੱਠਾ ਪਰਿਵਾਰ ਨਹੀਂ ਰਿਹਾ, ਮਿੱਠਾ ਰਿਸ਼ਤਾ ਨਹੀਂ ਰਿਹਾ। ਆਦਮ ਨੇ 3 ਗੱਲਾਂ ਗਵਾ ਲਈਆਂ। ਕਿੰਨੀਆਂ ਗੱਲਾਂ ਗਵਾਈਆਂ? 3 ਗੱਲਾਂ ਉਸਨੇ ਗਵਾ ਲਈਆਂ। ਕੋਈ ਦੱਸ ਸਕਦਾ 3 ਗੱਲਾਂ ਕਿਹੜੀਆਂ ਗਵਾਈਆਂ? ਕੋਈ ਦੱਸ ਸਕਦਾ? 3 ਗੱਲਾਂ ਗਵਾ ਲਈਆਂ ਉਹਨੇ। ਪਹਿਲਾਂ ਉਸਨੇ ਜੀਵਨ ਗਵਾ ਲਿਆ, ਉਹ ਮਰ ਗਿਆ। ਪ੍ਰਭੂ ਨੇ ਮਰਨ ਦੇ ਲਈ ਨਹੀਂ ਸੀ ਬਣਾਇਆ। ਉਹਨੇ ਸੰਗਤੀ ਗਵਾ ਲਈ, ਕਿਉਂਕਿ ਪਰਮੇਸ਼ਰ ਉਹਨਾਂ ਦੇ ਨਾਲ ਮਿਲਣ ਆਉਂਦੇ ਸੀਗੇ, ਸੰਗਤੀ ਕਰਨ ਆਉਂਦੇ ਸੀ। ਸ਼ਾਮ ਦੇ ਵੇਲੇ ਅਸੀਂ ਗਾਇਆ ਨਾ ਭਜਨ, ਠੰਡੀ ਠੰਡੀ ਸ਼ਾਮ ਦੀਆਂ ਗੱਲਾਂ ਯਾਦ ਆਉਂਦੀਆਂ, ਤੇਰੇ ਕਲਾਮ ਦੀਆਂ ਗੱਲਾਂ ਪ੍ਰਭੂ ਯਾਦ ਆਉਂਦੀਆਂ। ਉਹ ਅਦਨ ਦੇ ਬਾਗ ਦੀ ਸਵੇਰ ਯਾਦ ਆਉਂਦੀ ਆ। ਅਦਨ ਦੇ ਬਾਗ ਦੇ ਵਿੱਚ ਸਵੇਰਾ ਚੜ੍ਹਦਾ ਸੀ, ਬੜਾ ਆਨੰਦ। ਇੱਧਰ ਫੁੱਲ
ਉਹ ਇੱਧਰ ਪੰਛੀ ਇੱਧਰ ਜਾਨਵਰ ਆਵਾਜ਼ ਮਾਰਦਾ ਸੀ, ਆਦਮ ਆਉਂਦੇ ਸੀ, ਆਵਾਜ਼ ਮਾਰਦਾ ਸੀ, ਬਹਿੰਦੇ ਸੀ, ਆਵਾਜ਼ ਮਾਰਦਾ ਸੀ, ਉੱਡਦੇ ਸੀ, ਆਵਾਜ਼। ਉਹ ਕਿੱਥੇ ਗਿਆ ਆਨੰਦ? ਉਸਨੇ ਉਸ ਆਨੰਦ ਨੂੰ ਗਵਾ ਲਿਆ, ਉਸਨੇ ਸੰਗਤੀ ਨੂੰ ਗਵਾ ਲਿਆ। ਉਸਨੇ ਕੀ ਕੀਤਾ? ਸੰਗਤੀ ਨੂੰ ਗਵਾ ਲਿਆ। ਸੰਗਤੀ ਚਲ ਗਈ ਜੀਵਨ ਦੇ ਵਿੱਚੋਂ, ਕਿਉਂਕਿ ਸੰਗਤੀ ਪਰਮੇਸ਼ਰ ਉਹਨਾਂ ਦੇ ਨਾਲ ਕਰਦਾ ਸੀ ਆ ਕੇ। ਕਿਹਨਾਂ ਨੂੰ ਪਤਾ? ਸ਼ਾਮ ਦੇ ਵੇਲੇ ਆਂਦਾ ਸੀ ਪ੍ਰਭੂ, ਆਂਦਾ ਸੀ ਨਾ, ਠੰਡੇ ਵੇਲੇ ਮਿਲਣ ਦੇ ਲਈ ਆਂਦਾ ਸੀ। ਸੰਗਤੀ ਗਵਾ ਲਈ, ਜੀਵਨ ਗਵਾ ਲਿਆ, ਤੇ ਉਹਨਾਂ ਨੇ ਅਧਿਕਾਰ ਵੀ ਗਵਾ ਲਿਆ। ਅਧਿਕਾਰ ਵੀ ਕੀ ਗੱਲ ਆ? 3 ਗੱਲਾਂ। ਪਹਿਲੀ ਗੱਲ ਤੁਸੀਂ ਬੋਲਣਾ, ਪਹਿਲੀ ਗੱਲ ਜੀਵਨ ਚਲਾ ਗਿਆ, ਦੂਸਰੀ ਗੱਲ ਸੰਗਤੀ ਚਲ ਗਈ, ਤੀਸਰੀ ਗੱਲ ਅਧਿਕਾਰ ਚਲਾ ਗਿਆ। ਕਿਸ ਕਾਰਨ? ਕਿਉਂਕਿ ਮਿਲਾਵਟ ਵਾਲਾ ਵਚਨ ਬੀਜ ਜਦੋਂ ਉਹਨਾਂ ਦੇ ਅੰਦਰ ਗਿਆ। ਸਮਝ ਲੱਗ ਰਹੀ ਸਾਰਿਆਂ ਨੂੰ? ਤੇ ਉਹਨਾਂ ਦੇ ਕੋਲ ਜਿਹੜਾ ਕੱਪੜਾ ਸੀ, ਜਿਸ ਕੱਪੜੇ ਦੇ ਨਾਲ ਉਹ ਟਕੇ ਗਏ ਸੀਗੇ, ਉਹ ਕੱਪੜਾ ਵੀ ਚਲਾ ਗਿਆ, ਤੇ ਉਹਨਾਂ ਨੂੰ ਪਤਾ ਲੱਗਾ ਕਿ ਅਸੀਂ ਨੰਗੇ। ਉਹ ਵਸਤਰ ਦੇ ਨਾਲ ਟਕੇ ਹੋਏ ਸੀ, ਪਵਿੱਤਰ ਵਸਤਰ ਦੇ ਨਾਲ। ਠੀਕ ਹੈ, ਉਹ ਪ੍ਰੋਟੈਕਸ਼ਨ ਸੀ ਪਰਮੇਸ਼ਰ ਦੀ। ਇਸ ਲਈ ਮੈਂ ਤੁਹਾਨੂੰ ਉਹ ਵਚਨ ਪੜ੍ਹਾਏ ਆ, ਤਾਂ ਕਿ ਤੁਹਾਨੂੰ ਸਮਝ ਲੱਗੇ ਕਿ ਇਹ ਵਚਨ ਕਿਉਂ ਪੜ੍ਹਾਏ ਆ ਇਹਨੇ। ਪਹਿਲਾਂ ਜਿਹੜੇ ਪੜ੍ਹੇ ਅਸੀਂ ਕਿ ਚਿੱਟਾ ਵਸਤਰ ਹੁੰਦਾ ਕੀ ਆ, ਠੀਕ ਹੈ। ਔਰ ਅੱਗੇ ਥੋੜਾ ਜਿਹਾ ਮੈਂ ਸਿਰਫ 5 ਜਾਂ 10 ਮਿੰਟ ਗੱਲ ਕਰਨੀ, ਔਰ ਉਹ ਇਸ ਤੋਂ ਵੀ ਵਧੇਕ ਵਧੀਆ ਆ ਤੁਹਾਡੇ ਲਈ। 3 ਗੱਲਾਂ ਚੱਲ ਗਈਆਂ, ਜੀਵਨ ਚਲਾ ਗਿਆ, ਅਧਿਕਾਰ ਚਲਾ ਗਿਆ, ਸ਼ਾਂਤੀ ਚਲ ਗਈ, ਸੰਗਤੀ ਚਲ ਗਈ, ਅਧਿਕਾਰ ਵੀ ਚਲਾ ਗਿਆ। ਕੀ ਚਲਾ ਗਿਆ? ਅਧਿਕਾਰ ਕਿਹੜਾ ਸੀਗਾ? ਸ਼ੇਰ ਨੂੰ ਬੁਲਾਉਂਦੇ ਸੀ, ਸ਼ੇਰ ਆਉਂਦਾ ਸੀ। ਸ਼ੇਰ ਨੂੰ ਕਹਿੰਦੇ ਸੀ, ਸ਼ੇਰ ਬੈਠਦਾ ਸੀ। ਸ਼ੇਰ ਨੂੰ ਕਹਿੰਦੇ ਸੀ ਨੱਠ, ਤਾਂ ਉਹ ਨੱਠਦਾ ਸੀ। ਪੰਛੀਆਂ ਨੂੰ ਆਵਾਜ਼ ਮਾਰਦੇ ਸੀ, ਆਉਂਦੇ ਸੀ। ਅੱਜ ਇਹ ਸੁਣਦੇ ਸਾਡੀ ਗੱਲ? ਰੌਲਾ ਪਾਈ ਜਾਓ। ਸਮੁੰਦਰ ਦੀਆਂ ਮਛਲੀਆਂ ਨੂੰ ਆਵਾਜ਼ ਮਾਰੋ, ਆਕਾਸ਼ ਦੇ ਪੰਛੀਆਂ ਨੂੰ ਆਵਾਜ਼ ਮਾਰੋ, ਆਂਦੇ? ਨਹੀਂ ਆਂਦੇ। ਸਾਰਾ ਕੁਝ ਅੰਡਰ ਦੇ ਵਿੱਚ ਸੀਗਾ, ਲੇਕਿਨ ਉਹ ਅਧਿਕਾਰ ਚਲਾ ਗਿਆ। ਸਾਰਾ ਕੁਝ ਪ੍ਰਭੂ ਨੇ ਉਸਦੇ ਅੰਡਰ ਦੇ ਵਿੱਚ ਕੀਤਾ, ਅਧਿਕਾਰ ਚਲਾ ਗਿਆ। ਕਿਸ ਕਾਰਨ? ਮਿਲਾਵਟ ਵਾਲਾ ਬੀਜ ਜਦੋਂ ਉਹਨਾਂ ਦੇ ਅੰਦਰ ਗਿਆ, ਵਚਨ ਜਦੋਂ ਉਹਨਾਂ ਦੇ ਅੰਦਰ ਗਿਆ, ਮਿਲਾਵਟ ਵਾਲਾ। ਠੀਕ ਹੈ, ਸਮਝ ਲੱਗ ਰਹੀ ਸਾਰਿਆਂ ਨੂੰ? ਹਾਲੇਲੂਇਆ। ਠੀਕ ਹੈ, ਹੁਣ ਮੇਨ ਗੱਲ ਦੱਸਣ ਲੱਗਾ ਤੁਹਾਨੂੰ। ਠੀਕ ਹੈ, ਤੇ ਪ੍ਰਭੂ ਆ ਗਏ। ਫਿਰ ਉੱਥੇ ਕੌਣ ਆ ਗਿਆ ਜੀ? ਪ੍ਰਭੂ ਆ ਗਏ। ਪ੍ਰਭੂ ਕਹਿੰਦੇ, ਹੇ ਆਦਮ ਤੂੰ ਕਿੱਥੇ ਆ? ਸਭ ਹਾਲੇਲੂਇਆ ਬੋਲ। ਲੱਭਣ ਆਏ ਪ੍ਰਭੂ। ਕਿੱਥੇ ਆ ਤੂੰ? ਕਿੱਥੇ ਆ ਤੂੰ? ਕਿੱਥੇ ਆ? ਯਿਸੂ ਮਸੀਹ ਨੇ ਕਿਹਾ, ਮੈਂ ਗਵਾਚਿਆ ਹਾਂ, ਨੂੰ ਲੱਭਣ ਨਹੀਂ ਆਇਆ, ਤੇ ਨਾ ਉਹਨਾਂ ਦੀ ਭਾਲ ਕਰਨ ਆਇਆ। ਠੀਕ, ਤੁਸੀਂ ਸਹੀ, ਤੁਸੀਂ ਇੱਥੇ ਹੀ ਆ ਫਿਰ। ਹਾਲੇਲੂਇਆ। ਯਿਸੂ ਮਸੀਹ ਨੇ ਕਿਹਾ, ਕਹਿੰਦਾ ਕਿ ਮੈਂ ਗਵਾਚਿਆ ਹਾਂ, ਲੱਭਣ ਤੇ ਉਹਨਾਂ ਦੀ ਭਾਲ ਕਰਨ ਆਇਆ। ਹਾਲੇਲੂਇਆ। ਉਹ ਲੱਭ ਰਿਹਾ ਹੁਣ ਕਿ ਕਿੱਥੇ ਆ ਮੇਰੇ ਬੱਚੇ, ਕਿੱਥੇ ਗਵਾਚ ਗਏ, ਕਿਆ ਹੋ ਗਿਆ, ਕਿੱਥੇ ਸੰਗਤੀ ਕਰਨੀ ਆ, ਬੰਦਗੀ ਕਰਨੀ ਆ, ਮਿੱਠਾ ਪਿਆਰ ਕਰਨਾ ਆ। ਅਸੀਂ ਤੁਸੀਂ ਮੇਰੇ ਬੱਚੇ, ਮੈਂ ਤੁਹਾਡੇ ਨਾਲ ਗੱਲ ਕਰਨੀ ਆ, ਮੈਂ ਤੁਹਾਡਾ ਪਿਤਾ, ਤੁਸੀਂ ਮੇਰੇ ਨਾਲ ਗੱਲ ਕਰੋ। ਸੰਗਤੀ ਵਿਗੜ ਗਈ। ਕਿੱਥੇ ਹੋ ਗਿਆ, ਕਿਆ ਹੋ ਗਿਆ, ਕਿੱਦਾਂ ਹੋ ਗਿਆ, ਤੁਸੀਂ ਕਿੱਥੇ ਚਲ ਗਏ? ਉਹਨਾਂ ਨੇ ਕਿਹਾ ਕਿ ਅਸੀਂ ਤੇਰਾ ਸ਼ਬਦ ਸੁਣ ਕੇ ਡਰ ਗਏ ਆ। ਅਸੀਂ ਕਿਉਂਕਿ ਅਸੀਂ ਕੀ ਆ? ਅਸੀਂ ਕੀ ਆ? ਪ੍ਰਭੂ ਨੇ ਕਿਹਾ, ਵਸਤਰ ਦਿੱਤਾ ਸੀ ਤੁਹਾਨੂੰ, ਕਿੱਥੇ ਗਿਆ? ਉਹ ਚਿੱਟਾ ਵਸਤਰ ਗਵਾ ਦਿੱਤਾ ਤੁਸੀਂ। ਉਹ ਕੀ ਹੋ ਗਿਆ ਤੁਹਾਨੂੰ? ਕਿਹਨੇ ਖੋਲਿਆ? ਚੋਰ ਚੋਰੀ ਕਰਨ ਆਂਦਾ, ਔਰ ਘਾਤ ਕਰਨ ਆਂਦਾ, ਵੱਢਣ ਆਂਦਾ, ਸ਼ੈਤਾਨ ਆਂਦਾ, ਤੇ ਉਹ ਕਿਹਨੂੰ ਪਾੜ ਖਾਵੇ? ਸ਼ੈਤਾਨ ਇਸ ਲਈ ਆਂਦਾ ਕਿ ਵੱਡੇ ਔਰ ਮਾਰ ਖਾਵੇ। ਯਿਸੂ ਮਸੀਹ ਨੇ ਕਿਹਾ, ਮੈਂ ਇਸ ਲਈ ਆਇਆ ਕਿ ਤੁਸੀਂ ਜੀਵਨ ਪਾਓ, ਸਗੋਂ ਚੋਖਾ ਜੀਵਨ ਪਾਓ। ਹਾਲੇਲੂਇਆ। ਉਹ ਕਿੱਥੇ ਚਲ ਗਏ ਤੁਸੀਂ? ਉਹਨਾਂ ਨੇ ਕਿਹਾ, ਅਸੀਂ ਡਰ ਗਏ, ਅਸੀਂ ਨੰਗੇ ਆ। ਉਹਨੇ ਕਿਹਾ, ਤੁਸੀਂ? ਕਿਹਨੇ ਕਿਹਾ ਤੁਹਾਨੂੰ ਨੰਗੇ ਤੁਸੀਂ? ਹੈ, ਕਿਆ ਤੁਸੀਂ ਉਸ ਫਲ ਤੋਂ ਤਾਂ ਨਹੀਂ ਖਾਧਾ? ਲਓ ਜੀ, ਹੁਣ ਇੱਥੇ ਕਹਾਣੀ ਸ਼ੁਰੂ ਹੁੰਦੀ ਆ ਆਦਮ ਔਰ ਹਵਾ ਦੀ। ਆਦਮ ਨੂੰ ਪੁੱਛਿਆ, ਕਹਿੰਦਾ, ਆਹ ਔਰਤ ਆ ਜਿਹੜੀ ਤੂੰ ਦਿੱਤੀ ਆ, ਕੀ ਇਹ ਬਣਾ ਕੇ ਦਿੱਤਾ? ਕੋਈ ਵਧੀਆ ਚੀਜ਼ ਬਣਾ ਕੇ ਦਿੰਦਾ ਨਾ। ਇਹਨੇ ਮੈਨੂੰ ਕਿਹਾ ਤੇ ਮੈਂ ਖਾਧਾ। ਔਰਤ ਨੂੰ ਪੁੱਛਿਆ, ਆ ਸੱਪ ਨੇ ਕਿਹਾ ਤੇ ਮੈਂ ਖਾਧਾ। ਮੰਨੀ ਨਹੀਂ ਗਲਤੀ। ਪਰਮੇਸ਼ਰ ਦਾ ਪ੍ਰੇਮ ਦੇਖੋ ਕਿੰਨਾ ਵੱਡਾ ਆ। ਅੱਗੇ ਸਾਰਿਆਂ ਦੇ ਪਾਪਾਂ ਨੂੰ ਉਸਨੇ ਲੈਣਾ ਸੀ ਆਪਣੇ ਉੱਤੇ।
ਉਹਨੇ ਕਿਹਾ ਚਲੋ ਠੀਕ ਹੈ, ਤੁਸੀਂ ਕਿੱਥੇ ਹੋ? ਤੁਸੀਂ ਮੇਰੇ ਸਾਹਮਣੇ, ਤਾਂ ਉਹ ਸਾਹਮਣੇ ਆ ਨਹੀਂ ਸਕਦੇ ਹੁਣ। ਫਿਰ ਉਹਨਾਂ ਨੇ ਇੰਤਜ਼ਾਮ ਕੀਤਾ, ਫੰਗੂੜੀ ਦੇ ਪੱਤੇ ਉਹਨਾਂ ਨੇ ਲਏ ਔਰ ਆਲੇ ਦੁਆਲੇ ਲਪੇਟੇ। ਸਭ ਹਾਲੇਲੂਇਆ। ਉਹਨਾਂ ਨੇ ਇੰਤਜ਼ਾਮ ਕੀਤਾ ਨੰਗੇਜ਼ ਨੂੰ ਢੱਕਣ ਦਾ, ਉਹਨਾਂ ਨੇ ਇੰਤਜ਼ਾਮ ਕੀਤਾ ਨੰਗੇਪਨ ਨੂੰ ਢੱਕਣ ਦਾ। ਪ੍ਰਭੂ ਜਦੋਂ ਉਹਨਾਂ ਦੇ ਕੋਲ ਆਏ ਤਾਂ ਉਹਨਾਂ ਸਾਰਿਆਂ ਕੱਪੜਿਆਂ ਨੂੰ ਪਾੜ ਦਿੱਤਾ। ਪਤਾ ਤੁਹਾਨੂੰ ਕਿਉਂ ਪਾੜਿਆ? ਕਹਿੰਦਾ ਲਾਓ ਇਹਨਾਂ ਨੂੰ। ਤੁਸੀਂ ਏਦਾਂ ਮੈਨੂੰ ਮਿਲਣਾ ਚਾਹੁੰਦੇ ਹੋ? ਤੁਸੀਂ ਏਦਾਂ ਚਿੱਟੇ ਵਸਤਰਾਂ ਦੇ ਨਾਲ ਢੱਕੇ ਜਾਣਾ ਚਾਹੁੰਦੇ ਹੋ? ਤੁਸੀਂ ਏਦਾਂ ਜੀਵਨ ਨੂੰ ਪ੍ਰਾਪਤ ਕਰਨਾ ਚਾਹੁੰਦੇ? ਕਹਿੰਦਾ ਏਦਾਂ ਨਹੀਂ ਹੋ ਸਕਦਾ, ਇਹ ਤੁਹਾਡੇ ਇੰਤਜ਼ਾਮ ਆ। ਸ਼ੈਤਾਨ ਇਹੀ ਚਾਹੁੰਦਾ ਹੈ ਕਿ ਸਾਡੇ ਆਪਣੇ ਤਰੀਕੇ ਹੋਣ, ਸ਼ੈਤਾਨ ਦੇ ਆਪਣੇ ਤਰੀਕੇ ਹੋਣ, ਤੇ ਉਸ ਤਰੀਕੇ ਦੇ ਹਿਸਾਬ ਦੇ ਨਾਲ ਅਸੀਂ ਆਰਾਧਨਾ ਕਰੀਏ, ਬੰਦਗੀ ਕਰੀਏ, ਸਭ ਕੁਝ ਕਰੀਏ, ਉਸ ਨੂੰ ਮੰਨੀਏ। ਉਹ ਸਾਰੇ ਤਰੀਕੇ, ਸਾਰੇ ਇੰਤਜ਼ਾਮ ਜੋ ਉਹਨਾਂ ਦੇ ਆਪਣੇ ਸੀਗੇ, ਉਹ ਸਾਰੇ ਪਾੜ ਦਿੱਤੇ ਪ੍ਰਭੂ ਨੇ। ਕੱਪੜੇ ਪਾੜ ਦਿੱਤੇ ਉਹਨਾਂ ਦੇ। ਉਹ ਜਿਹੜੇ ਫੰਗੂੜੀ ਦੇ ਕੱਪੜੇ ਬਣਾਏ ਸੀ ਨਾ, ਕਿੰਨਿਆਂ ਨੂੰ ਪਤਾ? ਉਹਨਾਂ ਨੇ ਪੱਤੇ ਲਏ ਸੀ, ਉਹਨਾਂ ਨੇ ਆਲੇ ਦੁਆਲੇ ਲਪੇਟੇ, ਹੈ ਨਾ? ਪਤਾ ਕਿੰਨਿਆਂ? ਸੱਚਮੁੱਚ ਪਤਾ? ਠੀਕ ਹੈ, ਹਾਲੇਲੂਇਆ। ਤੇ ਪ੍ਰਭੂ ਨੇ ਪਾੜ ਦਿੱਤੇ। ਤੇ ਉੱਥੇ ਫਿਰ ਇੱਕ ਲੇਲਾ ਕੱਟਿਆ ਗਿਆ। ਸਭ ਹਾਲੇਲੂਇਆ ਬੋਲੇ। ਕੀ ਕੱਟਿਆ ਗਿਆ? ਉੱਥੇ ਲੇਲਾ ਕੱਟਿਆ ਗਿਆ ਔਰ ਉਸ ਲੇਲੇ ਦੀ ਚੰਬੜੀ ਜਿਹੜੀ ਸੀਗੀ ਉਹ ਉਹਨਾਂ ਦੇ ਆਲੇ ਦੁਆਲੇ ਲਪੇਟੀ। ਉਸ ਲੇਲੇ ਦੇ ਜਿਹੜਾ ਚੰਬੜੀ ਸੀਗੀ ਉਹਦੇ ਵਿੱਚੋਂ ਲਹੂ ਟਪਕ ਰਿਹਾ ਸੀ ਔਰ ਉਹ ਉਹਨਾਂ ਦਾ ਨਿਸਤਾਰਾ ਸੀ ਔਰ ਉਹ ਉਹਨਾਂ ਦੇ ਕੱਪੜੇ ਸੀਗੇ ਜਿਹਦੇ ਨਾਲ ਉਹਨਾਂ ਦੀ ਸ਼ਰਮਿੰਦਗੀ ਢੱਕੀ ਜਾਣੀ ਸੀ। ਹਾਲੇਲੂਇਆ। ਜਿਹਦੇ ਨਾਲ ਉਹਨਾਂ ਨੂੰ ਜੀਵਨ ਮਿਲਣਾ ਸੀ, ਜਿਹਦੇ ਨਾਲ ਉਹਨਾਂ ਦੇ ਸਾਰੇ ਜਿਹੜੇ ਕੰਮ ਸੀ, ਉਹਨਾਂ ਦੇ ਆਪਣੇ ਕੰਮ ਸੀਗੇ, ਫੇਲ ਹੋਣੇ ਸੀ ਉਹਦੇ ਸਾਹਮਣੇ। ਇਹ ਸੀ ਪਰਮੇਸ਼ਵਰ ਦੀ ਕੁਰਬਾਨੀ ਜੋ ਪਰਮੇਸ਼ਵਰ ਨੇ ਆਪਣੇ ਲੋਕਾਂ ਦੇ ਲਈ ਦਿੱਤੀ, ਆਦਮ ਔਰ ਹਵਾ ਦੇ। ਠੀਕ ਹੈ, ਸਮਝ ਲੱਗ ਰਹੀ? ਸਭ ਹਾਲੇਲੂਇਆ ਬੋਲੋ। ਪਰਮੇਸ਼ਵਰ ਨੇ ਕੀ ਕੀਤਾ? ਉਹਨਾਂ ਨੂੰ ਚਮੜੇ ਦੇ ਵਸਤਰ ਪਹਿਨਾਏ। ਫਿਰ ਕਾਹਦੇ ਵਸਤਰ ਪਹਿਨਾਏ? ਲੇਲਾ ਮਾਰਿਆ। ਉਹ ਲੇਲਾ ਪਤਾ ਕੌਣ ਸੀਗਾ? ਕਿੰਨਿਆਂ ਨੂੰ ਪਤਾ? ਪ੍ਰਭੂ ਯਿਸੂ ਮਸੀਹ ਖੁਦ ਮਰ ਗਏ ਪਰਮੇਸ਼ਵਰ, ਕਿ ਹੁਣ ਪਾਪਾਂ ਨੂੰ ਇਹਨਾਂ ਦੇ ਪਾਪਾਂ ਨੂੰ ਮੈਨੂੰ ਆਪਣੇ ਉੱਤੇ ਲੈਣਾ ਹੀ ਪੈਣਾ। ਠੀਕ ਹੈ, ਇੱਥੇ ਦੇ ਬਚ ਸਕਦੇ, ਏਦਾਂ ਬਚ ਨਹੀਂ ਸਕਦੇ। ਦੇਖੋ ਪਰਮੇਸ਼ਰ ਦਾ ਕਿੰਨਾ ਵੱਡਾ ਪ੍ਰੇਮ ਆ। ਅਗਰ ਪ੍ਰੇਮ ਦੀ ਗੱਲ ਕਰਾਂ ਤਾਂ ਇੱਧਰ ਨੂੰ ਲੈ ਚੱਲਾਂ ਗੱਲ, ਵਚਨ ਲੈ ਚੱਲੀਏ ਤਾਂ ਬਹੁਤ ਤੁਸੀਂ ਕਹਿਣਾ ਕਿ ਏਦਾਂ ਦਾ ਪਰਮੇਸ਼ਰ ਦਾ ਪ੍ਰੇਮ ਆ। ਹਾਲੇਲੂਇਆ। ਸੋ ਜਿਹੜੇ ਉਹਨਾਂ ਦੇ ਆਪਣੇ ਇੰਤਜ਼ਾਮ ਸੀਗੇ, ਪਰਮੇਸ਼ਰ ਨੇ ਸਾਰੇ ਉਹ ਫੇਲ ਕਰ ਦਿੱਤੇ ਕਿ ਨਹੀਂ ਏਦਾਂ ਹੋ ਸਕਦੀ। ਉਹਨਾਂ ਨੇ ਸੰਸਥਾਵਾਂ ਬਣਾ ਲਈਆਂ ਔਰ ਉਹਨਾਂ ਨੇ ਮਿਸ਼ਨ ਬਣਾ ਲਏ, ਉਹਨਾਂ ਨੇ ਸੰਸਥਾਵਾਂ ਬਣਾ ਲਈਆਂ, ਉਹਨਾਂ ਨੇ ਸਾਰਾ ਕੁਝ ਰੀਤੀ ਰਿਵਾਜ ਆਪਣੇ ਸ਼ੁਰੂ ਕਰ ਲਏ, ਸਾਰਾ ਕੁਝ ਉਹਨਾਂ ਦਾ ਆਪਣਾ ਹੋ ਗਿਆ। ਲੇਕਿਨ ਪਰਮੇਸ਼ਰ ਨੇ ਉਹਨਾਂ ਨੂੰ ਸਾਰਿਆਂ ਨੂੰ ਇੱਕ ਸਾਈਡ ਤੇ ਕਰ ਦਿੱਤਾ ਕਿ ਛੱਡੋ, ਇਹ ਸਾਰੀਆਂ ਗੱਲਾਂ ਬੇਕਾਰ ਆ, ਤੁਹਾਡੇ ਸਾਰੇ ਇੰਤਜ਼ਾਮ ਜਿਹੜੇ ਉਹ ਬੇਕਾਰ ਆ। ਠੀਕ ਹੈ, ਬਾਈਬਲ 'ਚ ਲਿਖਿਆ ਨਾ ਤਾਂ ਕਦੀ ਗੱਲ ਘਟਾਣੀ ਆ, ਨਾ ਕਦੀ ਵਧਾਣੀ ਆ। ਠੀਕ ਹੈ, ਮਿਲਾਵਟ ਕਰ ਦਿੱਤੀ ਵਚਨ ਦੇ ਵਿੱਚ। ਕਿੱਥੇ ਲਿਖਿਆ ਕਿ ਤੇਲ ਵਾਸਤੇ ਤੁਸੀਂ ਪ੍ਰੇਅਰ ਕਰੋ? ਕਿੱਥੇ ਲਿਖਿਆ? ਕੋਈ ਬਾਈਬਲ ਦੇ ਵਿੱਚ ਇੱਕ ਸ਼ਬਦ ਵੀ ਮੈਨੂੰ ਕੱਢ ਦੇਵੇ, ਇੱਕ ਸ਼ਬਦ। ਠੀਕ ਹੈ, ਕਿ ਤੇਲ ਵਾਸਤੇ ਪ੍ਰਾਰਥਨਾ ਹੋਈ ਸੀ? ਕੋਈ ਇੱਕ ਸ਼ਬਦ ਵੀ ਮੈਨੂੰ ਕੱਢ ਦੇਵੇ ਬਾਈਬਲ ਦੇ ਵਿੱਚ ਕਿ ਪਾਣੀ ਲਈ ਪ੍ਰਾਰਥਨਾ ਹੋਈ ਸੀ? ਤੇਲ ਲਈ ਪ੍ਰਾਰਥਨਾ ਨਹੀਂ ਹੋਈ, ਪਾਣੀ ਲਈ ਪ੍ਰਾਰਥਨਾ ਨਹੀਂ ਹੋਈ। ਨਾ 50 ਰੁਪਏ ਦਾ ਤੇਲ ਵਿਕਿਆ ਕਿਤੇ ਬਾਈਬਲ ਦੇ ਵਿੱਚ, ਨਾ 500 ਦੀ ਸ਼ੀਸ਼ੀ ਵਿਕੀ ਪਾਣੀ ਦੀ। ਨਾ ਕਿੱਥੋਂ ਆ ਗਈ ਇਹ ਸਿੱਖਿਆ? ਜੋ ਵਚਨ ਦੇ ਵਿੱਚ ਵਧਾਉਂਦਾ ਘਟਾਉਂਦਾ ਹੈ, ਉਹਦੀ ਜੀਵਨ ਦੀ ਪੁਸਤਕ ਦੇ ਵਿੱਚ ਵਧਾਇਆ ਘਟਾਇਆ ਜਾਵੇਗਾ। ਇੱਕ ਵਚਨ ਪੜੋ, ਮੈਂ ਤੁਹਾਨੂੰ ਦੱਸਦਾ ਕਿ ਯਿਸੂ ਮਸੀਹ ਨੇ ਔਰ ਚੇਲਿਆਂ ਨੇ ਕੀ ਕੀਤਾ। ਤੇਲ ਦੇ ਬਾਰੇ ਗੱਲ ਮੈਂ ਯਾਦ ਆ ਗਈ। ਠੀਕ ਹੈ, ਇੱਕ ਵਚਨ ਪੜ੍ਹਦੇ ਹਾਂ, ਜਲਦੀ ਜਲਦੀ ਆਪਣੀ ਬਾਈਬਲ ਕੱਢੋ। ਮਰਕੁਸ ਦੀ ਕਿਤਾਬ ਉਸਦਾ 6 ਅਧਿਆਇ ਦੇ ਵਿੱਚ ਲਿਖਿਆ ਹੋਇਆ ਆ ਇੱਕ ਗੱਲ ਲਿਖੀ ਹੋਈ 12 ਔਰ 13 ਆਇਤ ਪੜ੍ਹਦੇ ਹਾਂ ਅਸੀਂ। ਠੀਕ ਹੈ, ਪਹਿਲਾਂ ਸਾਰੇ ਜਾਣੇ ਕੱਢ ਲਓ ਤਾਂ ਕਿ ਪਤਾ ਲੱਗੇ ਕਿ ਤੇਲ ਕੀ ਚੀਜ਼ ਹੁੰਦੀ ਹੈ ਬਈ। ਔਰ ਤੇਲ ਇਸਤੇਮਾਲ ਚੇਲਿਆਂ ਨੇ ਕੀਤਾ, ਯਿਸੂ ਮਸੀਹ ਨੇ ਵੀ ਕੀਤਾ ਤੇਲ ਇਸਤੇਮਾਲ। ਹਾਂਜੀ ਪੜੋ, 12 ਔਰ 13 ਆਇਤ ਪੜ੍ਹਦੇ ਅਸੀਂ ਸਾਰੇ। ਪਹਿਲਾਂ ਕੱਢ ਲਓ ਇਸ ਵਚਨ ਨੂੰ। ਮਰਕੁਸ ਦੀ ਕਿਤਾਬ ਉਸਦਾ 12 ਸੌਰੀ ਇੱਕ ਮਿੰਟ, ਉਹਦਾ 6 ਅਧਿਆਈ
6 ਅਧਿਆਈ, ਮਰਕੁਸ ਦੀ ਕਿਤਾਬ ਉਸਦਾ 6 ਅਧਿਆਈ ਔਰ ਉਸਦਾ 12 ਔਰ 13 ਵਚਨ ਅਸੀਂ ਪੜ੍ਹਨ ਜਾ ਰਹੇ ਹਾਂ। ਹਾਂਜੀ ਪੜੋ, ਪੜੋ, ਜਲਦੀ ਪੜੋ। ਤਾਂ ਉਹ ਬਾਹਰ ਜਾ ਕੇ ਤਾਂ ਉਹ ਬਾਹਰ ਜਾ ਕੇ ਪ੍ਰਚਾਰ ਕਰਨ ਲੱਗੇ। ਪ੍ਰਚਾਰ ਕਰਨ ਲੱਗੇ। ਕੌਣ ਲੱਗੇ ਜੀ? ਪ੍ਰਚਾਰ ਕਰਨ ਲੱਗੇ, ਚੇਲੇ ਲੱਗੇ, ਯਿਸੂ ਮਸੀਹ ਲੱਗੇ। ਹਾਂ, ਕਿ ਲੋਕ ਤੋਬਾ ਕਰਨ। ਹਾਂ, ਔਰ ਬਹੁਤ ਸਾਰਿਆਂ ਭੂਤਾਂ ਨੂੰ ਕੱਢ ਦਿੱਤਾ। ਬਹੁਤ ਸਾਰਿਆਂ ਭੂਤਾਂ ਨੂੰ ਵੀ ਕੱਢ ਦਿੱਤਾ ਉਹਨਾਂ ਨੇ। ਅਤੇ ਬਹੁਤ ਸਾਰੇ ਰੋਗੀਆਂ ਤੇ ਤੇਲ ਮਲ ਕੇ ਇੱਕ ਮਿੰਟ, ਬਹੁਤ ਸਾਰੇ ਰੋਗੀਆਂ ਨੂੰ ਤੇਲ ਮਲ ਕੇ ਉਹਨਾਂ ਨੂੰ ਕੀ ਕੀਤਾ? ਲਿਖਿਆ ਕਿ ਤੇਲ ਲਈ ਪ੍ਰਾਰਥਨਾ ਕੀਤੀ ਉਹਨਾਂ ਨੇ। ਇਸ ਤੇਲ ਲਗਾ ਕੇ ਕਿਆ ਕਰੋ? ਰੋਗੀਆਂ ਦੇ ਲਈ ਪ੍ਰਾਰਥਨਾ ਕਰੋ। ਕਿਹਦੇ ਲਈ ਪ੍ਰਾਰਥਨਾ ਕਰਨੀ ਆ? ਰੋਗੀਆਂ ਦੇ ਲਈ, ਨਾ ਕਿ ਤੇਲ ਦੇ ਲਈ। ਤੇਲ ਲਗਾਓ, ਪ੍ਰੇਅਰ ਕਰ ਦੋ। ਤੇਲ ਲਗਾਓ, ਪ੍ਰੇਅਰ ਕਰ ਦੋ। ਤੇਲ ਵਾਸਤੇ ਪ੍ਰਾਰਥਨਾ ਕਰਕੇ ਵੇਚਣਾ ਇਹ ਸਹੀ ਨਹੀਂ ਆ। ਵਚਨ ਨੇ ਸੱਚਾ ਰਹਿਣਾ। ਅਗਰ ਮੈਂ ਮਰ ਜਾਣਾ ਆ, ਉਹ ਲੋਕ ਮਰ ਜਾਂਦੇ ਆ। ਇੱਥੇ ਕੋਈ ਇਸ ਗੱਲ ਦਾ ਦੂਸਰਾ ਨਹੀਂ ਹੋਇਆ ਕਿ ਮੈਨੂੰ ਸੰਤੁਸ਼ਟੀ ਨਹੀਂ ਮਿਲੀ ਕਿ ਹਾਂ ਪ੍ਰਭੂ ਜੀ ਮੈਂ ਤਾਂ ਤੇਰੀ ਗੱਲ ਸਿਖਾਈ ਸੀ ਪਰ ਮੈਨੂੰ ਇਸ ਗੱਲ ਦੀ ਸੰਤੁਸ਼ਟੀ ਨਹੀਂ ਮਿਲੀ। ਉਹ ਹੈਗਾ ਆ ਜਦੋਂ ਉੱਤੇ ਜਾਵਾਂਗੇ, ਉਹ ਸਾਰੇ ਲੋਕ ਉੱਥੇ ਖੜੇ ਹੋਣਗੇ ਔਰ ਕਹੇਗਾ ਪਰਮੇਸ਼ਰ ਕਿ ਤੂੰ ਤਾਂ ਸਹੀ ਸਿਖਾਇਆ ਸੀ ਪਰ ਇਹਨਾਂ ਨੇ ਨਹੀਂ ਮੰਨਿਆ। ਹਾਲੇਲੂਇਆ। ਫਿਰ ਉੱਥੇ ਨਿਸਤਾਰਾ ਹੋ ਗਿਆ। ਠੀਕ ਆ, ਪੂਰਾ ਕਰ ਦੋ 13 ਵਚਨ। ਸਮਾਪਤ ਕਰਨ ਲੱਗਾ ਮੈਂ। 13 ਤੱਕ ਹੋ ਗਿਆ ਹੈ। ਹਿੰਦੀ ਦੇ ਵਿੱਚ ਕੀ ਲਿਖਿਆ ਹੋਇਆ? और उन्होंने जाकर प्रचार किया कि मन फिराओ 13 और बहुत तेरे दुष्ट आत्माओं को निकाला और बहुत बीमारी पर तेल मल कर उन्हें चंगा किया। बहुत बीमारों पर तेल मल के की कीती उन्होंने प्रार्थना की, चंगा किया। ठीक है, और एक वचन होर पढ़ लेने, याकूब की किताब 5:14 और उस तो बाद समाप्त कर दे। ठीक है, पढ़ो। जल्दी जल्दी पढ़ो। 14 है याकूब की किताब 5:14। नया नेम याकूब की किताब उसका 5 थे और उसका 14 वचन ਅਸੀਂ देखते हैं। यदि तुम में से कोई रोगी हो ਜਦੋਂ ਤੁਹਾਡੇ ਵਿੱਚੋਂ ਕੋਈ ਰੋਗੀ ਹੋਵੇ तो कलीसिया के प्राचीनों को बुलाए ਕਲੀਸਿया ਦੇ ਬਜ਼ੁਰਗਾਂ ਨੂੰ ਬੁਲਾ ਲਓ और वे प्रभु के नाम से ਔਰ ਉਹ ਪ੍ਰਭੂ ਦੇ ਨਾਮ ਤੇ उस पर तेल मल कर ਕਿਆ ਕਿੱਦਾਂ ਲਿਖਿਆ ਇੱਥੇ? ਤੇਲ मल कर ਤੇਲ ਵਾਸਤੇ ਪ੍ਰਾਰਥਨਾ ਕਰਕੇ ਤੇਲ ਮਲ ਕਰ उसके लिए प्रार्थना करें। ਉਹਦੇ ਲਈ ਕੀ ਕਰ? ਪ੍ਰਾਰਥਨਾ ਕਰ। ਤੇਲ ਏਦਾਂ ਲਗਾਣਾ ਹੈ ਔਰ ਪ੍ਰੇ ਕਰਨੀ, ਨਾ ਕਿ ਤੇਲ ਪ੍ਰਾਰਥਨਾ ਕੀਤਾ ਹੋਇਆ ਕਿਸੇ ਨੂੰ ਦੇਣਾ ਹੈ, ਨਾ ਕਿ ਵੇਚਣਾ ਹੈ, ਨਾ ਕਿ ਜਲ ਵੇਚਣਾ, ਨਾ ਕਿ ਜਲ ਵਾਸਤੇ ਪ੍ਰਾਰਥਨਾ ਕਰਨੀ। ਰੋਟੀ ਖਾਣੇ ਆ, ਧੰਨਵਾਦ ਕਰੋ ਪ੍ਰਭੂ ਦਾ, ਜਲ ਲਈ ਵੀ ਪ੍ਰਾਰਥਨਾ ਵਿੱਚ ਹੀ ਹੋ ਜਾਂਦੀ ਹੈ। ਹਾਲੇਲੂਇਆ। ਠੀਕ ਹੈ, ਘਰ 'ਚ ਸਮਾਨ ਆਉਂਦਾ, ਸਾਰੇ ਸਮਾਨ ਦੇ ਲਈ ਪ੍ਰਾਰਥਨਾ ਕਰ ਲਓ। ਤੇਲ ਵੀ ਉਹਦੇ ਵਿੱਚ ਹੀ ਹੁੰਦਾ, ਖੰਡ ਚਾਹ ਪੱਤੀ ਵੀ ਉਹਦੇ ਵਿੱਚ ਹੀ ਹੁੰਦਾ। ਠੀਕ ਹੈ, ਹਾਲੇਲੂਇਆ। हल्दी दे लिए प्रार्थना कर लो, मिर्चां दे लिए प्रार्थना कर लो। ठीक है, समझ लग रही सारिਆਂ ਨੂੰ? ਉਹਨਾਂ ਨੇ 3 ਚੀਜ਼ਾਂ ਗਵਾ ਦਿੱਤੀਆਂ। ਅੱਜ ਵੀ 3 ਚੀਜ਼ਾਂ ਲੋਕ ਗਵਾਉਂਦੇ ਆ। ਉਹਨਾਂ ਨੇ ਜ਼ਿੰਦਗੀ ਗਵਾ ਲਈ, ਉਹਨਾਂ ਨੇ ਸੰਗਤੀ ਗਵਾ ਲਈ ਔਰ ਉਹਨਾਂ ਨੇ ਅਧਿਕਾਰ ਗਵਾ ਲਿਆ, ਕਿਉਂਕਿ ਉਹ ਦੋਗਲੇ ਵਚਨ ਦੇ ਥੱਲੇ ਆ ਗਏ। ਦੋਗਲਾ ਵਚਨ ਉਹਨਾਂ ਦੇ ਜੀਵਨ ਦੇ ਵਿੱਚ ਚਲਾ ਗਿਆ। ਜਦੋਂ ਦੋਗਲਾ ਵਚਨ ਉਹਨਾਂ ਦੇ ਜੀਵਨ ਦੇ ਵਿੱਚ ਚਲਾ ਗਿਆ, ਪਰਮੇਸ਼ਰ ਕੁਝ ਹੋਰ ਕਹਿੰਦੇ ਸੀ ਪਰ ਸ਼ੈਤਾਨ ਕੁਝ ਹੋਰ ਕਹਿੰਦਾ ਸੀ। ਸ਼ੈਤਾਨ ਕਹਿੰਦਾ ਤੁਸੀਂ ਆ ਵੀ ਕਰ ਸਕਦੇ, ਐਦਾਂ ਕਰ ਸਕਦੇ ਆ। ਅੱਜ ਲੋਕ ਉਹ ਕਰਦੇ ਆ। ਉਹ ਮਸਾ ਦੇ ਹੇਠ ਆ, ਕਰੂਬੀ ਸੀਗਾ ਉਹ, ਸ਼ੈਤਾਨ ਦੇ ਮਸਾ ਦੇ ਹੇਠ ਆ ਉਹ ਲੋਕ। ਉਹ ਪਰਮੇਸ਼ਰ ਦੇ ਮਸਾ ਦੇ ਹੇਠ ਨਹੀਂ ਆ, ਸ਼ੈਤਾਨ ਦੇ ਮਸਾ ਦੇ ਹੇਠ ਲੋਕ ਆ। ਕਿਉਂ ਕਰਦੇ ਫਿਰ ਇਹ? ਕਿੱਥੋਂ ਆ ਗਏ? ਇਹ ਸਾਡੇ ਇੰਤਜ਼ਾਮ ਆ। ਉਹਨਾਂ ਨੇ ਜਦੋਂ ਪੱਤੇ ਸੁਣੋ, ਜਦੋਂ ਉਹਨਾਂ ਨੇ ਪੱਤੇ ਪਾ ਲਏ ਸੀ ਨਾ ਆਪਣੇ ਆਲੇ ਦੁਆਲੇ, ਉਹਨਾਂ ਦੇ ਆਪਣੇ ਇੰਤਜ਼ਾਮ ਸੀ। ਉਹਨਾਂ ਨੇ ਸੰਸਥਾਵਾਂ ਬਣਾ ਲਈਆਂ, ਉਹਨਾਂ ਨੇ ਮਿਸ਼ਨ ਬਣਾ ਲਏ। ਉਹਨਾਂ ਨੇ ਕਿਹਾ ਨਹੀਂ ਐਦਾਂ ਕਰ ਸਕਦੇ, ਤੁਸੀਂ ਐਦਾਂ ਕਰ। ਲੇਕਿਨ ਪਰਮੇਸ਼ਰ ਨੇ ਕਿਹਾ ਨਹੀਂ। ਉਹਨਾਂ ਦੇ ਕੱਪੜੇ ਪਾੜੇ ਜੋ ਉਹਨਾਂ ਨੇ ਬਣਾਏ ਸੀ ਪੱਤਿਆਂ ਦੇ, ਤੇ ਲੇਲਾ ਮਾਰਿਆ ਉੱਥੇ ਔਰ ਉਹਨਾਂ ਨੂੰ ਜੀਵਨ ਦਿੱਤਾ। ਉਹਨਾਂ ਨੂੰ ਕੀ ਦਿੱਤਾ? ਉਹਨਾਂ ਨੂੰ ਅਧਿਕਾਰ ਦਿੱਤਾ ਔਰ ਉਹਨਾਂ ਨੂੰ ਸੰਗਤੀ ਦਿੱਤੀ ਆਪਣੀ, ਕਿ ਤੁਸੀਂ ਹੁਣ ਮੇਰੀ ਸੰਗਤੀ ਦੇ ਵਿੱਚ। ਠੀਕ ਹੈ, ਅੱਜ ਸਾਡੇ ਆਪਣੇ ਇੰਤਜ਼ਾਮ, ਸਾਡੀਆਂ ਆਪਣੀਆਂ ਪ੍ਰਾਰਥਨਾਵਾਂ, ਸਾਡੇ ਆਪਣੀਆਂ ਯੋਜਨਾਵਾਂ
ਇਹ ਉਸ ਨੰਗੇਜਪਨ ਨੂੰ ਲੈ ਕੇ ਆਣੀ, ਨੰਗੇਪਨ ਨੂੰ ਲੈ ਕੇ ਆਣੀਆਂ, ਇਹ ਉਸ ਸ਼ਰਮਿੰਦਗੀ ਨੂੰ ਲੈ ਕੇ ਆਣੀਆਂ। ਜੋ ਬਾਈਬਲ 'ਚ ਲਿਖਿਆ ਸੀ ਉਹ ਕਰਨਾ, ਇਹ ਸਾਡੇ ਨੰਗੇਪਨ ਨੂੰ ਟਕੇਗਾ। ਕਿਉਂਕਿ ਜਦੋਂ ਜਦੋਂ ਆਦਮ ਔਰ ਹਵਾ ਉਹ ਕਰਦੇ ਸੀ ਤਾਂ ਉਹਨਾਂ ਦਾ ਨੰਗਾਪਨ ਟਕਿਆ ਹੋਇਆ ਸੀਗਾ, ਪਰ ਜਦੋਂ ਹੀ ਉਹਨਾਂ ਨੇ ਉਹ ਕੰਮ ਕਰਨਾ ਬੰਦ ਕੀਤਾ ਜਿਹੜਾ ਬਾਈਬਲ 'ਚ ਲਿਖਿਆ ਸੀਗਾ, ਜਦੋਂ ਉਹਨਾਂ ਨੇ ਬੰਦ ਕੀਤਾ ਉਹ ਕੰਮ ਕਰਨਾ, ਤੇ ਉਦੋਂ ਨੰਗਾਪਨ ਉਹਨਾਂ ਦਾ ਦਿਖਾਈ ਦੇਣ ਲੱਗਾ। ਜਦੋਂ ਉਹਨਾਂ ਨੇ ਉਹ ਕੰਮ ਕਰਨਾ ਬੰਦ ਕੀਤਾ ਜਿਹੜਾ ਵਚਨ 'ਚ ਲਿਖਿਆ ਹੋਇਆ ਸੀਗਾ ਕਿ ਤੁਸੀਂ ਇਹ ਨਹੀਂ ਕਰਨਾ, ਠੀਕ ਹੈ। ਜਦੋਂ ਉਹਨਾਂ ਨੇ ਉਹ ਕੰਮ ਕਰਨਾ ਸ਼ੁਰੂ ਕੀਤਾ ਜਿਹੜਾ ਵਚਨ ਦੇ ਵਿੱਚ ਲਿਖਿਆ ਹੋਇਆ ਸੀ ਕਿ ਨਹੀਂ ਕਰਨਾ, ਤੇ ਉਹਨਾਂ ਦਾ ਨੰਗਾਪਨ ਉਹਨਾਂ ਦੇ ਜੀਵਨ ਦੇ ਵਿੱਚ ਆ ਗਿਆ, ਠੀਕ ਹੈ। ਕਿਹੜੇ ਕੱਪੜਿਆਂ ਦੀ ਗੱਲ ਹੋ ਰਹੀ ਹੈ? ਸਫੇਦ ਵਸਤਰ। ਸਫੇਦ ਵਸਤਰ ਕੀ ਆ? ਠੀਕ ਹੈ। ਪ੍ਰਕਾਸ਼ ਦੀ ਪੋਥੀ ਦੇ ਵਿੱਚ ਲਿਖਿਆ ਲੇਲੇ ਦਾ ਵਿਆਹ ਆ ਪਹੁੰਚਿਆ ਹੈ, ਦੁਲਹਨ ਨੇ ਆਪਣੇ ਆਪ ਨੂੰ ਕੀ ਕਰ ਲਿਆ? ਦੁਲਹਨ ਨੇ ਆਪਣੇ ਆਪ ਨੂੰ ਕੀ ਕਰ ਲਿਆ ਜੀ? ਮਸੀਹ ਦਾ ਵਿਆਹ, ਲੇਲੇ ਦਾ ਵਿਆਹ ਆ ਪਹੁੰਚਿਆ, ਦੁਲਹਨ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ। ਤਿਆਰ ਕਰ ਲਿਆ ਕਿੱਦਾਂ ਤਿਆਰ ਕਰ ਲਿਆ? ਏਦਾਂ ਮਿਲਾਵਟ ਦੀ ਵਾਲੀ ਜ਼ਿੰਦਗੀ, ਮਿਲਾਵਟ ਦੇ ਨਾਲ ਏਦਾਂ ਨਹੀਂ। ਏਦਾਂ ਦੁਲਹਨ ਤਿਆਰ ਨਹੀਂ ਹੋ ਸਕਦੀ, ਏਦਾਂ ਸਫੇਦ ਵਸਤਰ ਨਹੀਂ ਮਿਲ ਸਕਦਾ। ਸਫੇਦ ਵਸਤਰ ਉਹਨਾਂ ਦੇ ਲਈ ਆ ਜਿਹੜੇ ਯਿਸੂ ਮਸੀਹ ਦੇ ਕਾਰਨ ਕੁਝ ਹੋਏ, ਜਿਨ੍ਹਾਂ ਦੇ ਜੀਵਨ ਦੇ ਵਿੱਚ ਯਿਸੂ ਮਸੀਹ ਦੇ ਕਾਰਨ ਕੁਝ ਹੋਇਆ। ਹਾਲੇਲੂਇਆ, ਠੀਕ ਹੈ। ਦੋ ਗੱਲਾਂ ਦੱਸਣੀਆਂ, ਉਸ ਤੋਂ ਬਾਅਦ ਸਮਾਪਤ ਕਰ ਦਿੰਦਾ। ਮੈਂ ਤੁਹਾਡੇ ਲਈ ਪ੍ਰਾਰਥਨਾ ਕਰਾਂਗਾ, ਠੀਕ ਹੈ। ਜਦੋਂ ਮਰੀਅਮ ਮਗਦਲੀਨੀ ਜਦੋਂ ਕਬਰ ਦੇ ਉੱਤੇ ਗਈ, ਸਾਰੇ ਬੋਲੋ ਕਬਰ ਦੇ ਉੱਤੇ ਗਈ। ਮਰੀਅਮ ਮਗਦਲੀਨੀ ਔਰ ਹੋਰ ਭੈਣਾਂ ਜਦੋਂ ਕਬਰ ਦੇ ਉੱਤੇ ਗਈਆਂ, ਤੇ ਬਾਈਬਲ 'ਚ ਲਿਖਿਆ ਆ ਕਬਰ ਦੇ ਵਿੱਚ ਜਦੋਂ ਉਹਨਾਂ ਨੇ ਝਾਤੀ ਮਾਰੀ ਤਾਂ ਇੱਕ ਕੱਪੜਾ ਸੀਗਾ ਜਿਹੜਾ ਲਪੇਟ ਕੇ ਤਹਿ ਲਗਾ ਕੇ ਰੱਖਿਆ ਹੋਇਆ ਸੀ। ਸਭ ਹਾਲੇਲੂਇਆ ਬੋਲੋ। ਉਹ ਕੱਪੜਾ ਕਿਹਦੇ ਉੱਤੇ ਲਪੇਟਿਆ ਗਿਆ ਸੀਗਾ ਪਤਾ? ਸਭ ਹਾਲੇਲੂਇਆ ਬੋਲੋ। ਯਿਸੂ ਮਸੀਹ ਦੇ ਸਰੀਰ ਦੇ ਉੱਤੇ ਉਹ ਕੱਪੜਾ ਲਪੇਟਿਆ ਹੋਇਆ ਸੀਗਾ। ਉਸ ਕੱਪੜੇ ਦੀ ਇਸ ਧਰਤੀ ਉੱਤੇ ਲੋੜ ਸੀਗੀ, ਪਰ ਜਦੋਂ ਜ਼ਿੰਦਾ ਹੋ ਗਿਆ ਤੇ ਜਦੋਂ ਪਤਰਸ ਨੂੰ ਦਿਖਾਈ ਦਿੰਦਾ, ਜਦੋਂ 500 ਲੋਕਾਂ ਨੂੰ ਦਿਖਾਈ ਦਿੰਦਾ, ਤੇ ਉਦੋਂ ਵੀ ਉਹ ਟਕਿਆ ਹੋਇਆ ਸੀਗਾ। ਸਭ ਹਾਲੇਲੂਇਆ ਬੋਲੋ। ਤੇ ਹੁਣ ਜਦੋਂ ਉਦੋਂ ਉਹ ਟਕਿਆ ਹੋਇਆ ਸੀ ਤਾਂ ਉਹ ਕਿਸ ਚੀਜ਼ ਦੇ ਨਾਲ ਟਕਿਆ ਹੋਇਆ ਸੀ? ਹਾਲੇਲੂਇਆ। ਉਹ ਉਸ ਕੱਪੜੇ ਦੇ ਨਾਲ ਟਕਿਆ ਹੋਇਆ ਸੀ ਜਿਹਦੇ ਵਿੱਚੋਂ ਨੰਗਾਪਨ ਨਹੀਂ ਦਿਖਦਾ ਹੈਗਾ। ਹਾਲੇਲੂਇਆ। ਕਿਉਂਕਿ ਸਾਰੇ ਪਾਪ ਜਿਹੜੇ ਸੀ ਖਤਮ ਹੋ ਚੁੱਕੇ ਸੀ ਉਸਦੇ ਜੀਵਨ ਦੇ ਵਿੱਚੋਂ, ਸਾਰਿਆਂ ਦਾ ਪਾਰ ਸਾਰਾ ਉਸਨੇ ਕਰ ਦਿੱਤਾ ਸੀਗਾ। ਉਹ ਜ਼ਿੰਦਾ ਹੋ ਗਿਆ ਸੀਗਾ। ਹਾਲੇਲੂਇਆ। ਉਹ ਉਸ ਮਹਿਮਾ ਭਰੀ ਕੱਪੜਿਆਂ ਦੇ ਵਿੱਚ ਸੀਗਾ। ਉਹ ਉਸਨੇ ਸਰੀਰ, ਉਹ ਉਸਨੇ ਬਾਡੀ ਨੂੰ ਪਹਿਨਿਆ ਹੋਇਆ ਸੀ, ਉਸ ਘਰ ਨੂੰ ਪਹਿਨ ਲਿਆ ਸੀ ਉਸਨੇ, ਜਿਹੜਾ ਬਿਨਾਂ ਹੱਥ ਲਾਏ ਪਰਮੇਸ਼ਰ ਦੀ ਸਮਰਥ ਦੇ ਦੁਆਰਾ ਤਿਆਰ ਹੋਇਆ ਹੈ। ਉਸ ਕੱਪੜੇ ਨੂੰ ਉਸਨੇ ਪਹਿਨਿਆ ਹੋਇਆ ਸੀ, ਉਸ ਵਸਤਰ ਨੂੰ ਉਸਨੇ ਪਹਿਨਿਆ ਹੋਇਆ ਸੀ, ਉਸ ਸਰੀਰ ਨੂੰ ਪਹਿਨਿਆ ਹੋਇਆ ਸੀ ਜਿਸ ਦੀ ਪੌਲਸ ਗੱਲ ਕਰਦਾ ਹੈ ਕਿ ਉਸ ਨੂੰ ਉਦਾਲੇ ਅਸੀਂ ਪਹਿਨ ਲੈਣਾ ਪਈ। ਠੀਕ ਹੈ, ਸਮਝ ਲੱਗੀ ਇਹ ਗੱਲ ਸਾਰਿਆਂ ਨੂੰ? ਹਾਲੇਲੂਇਆ। ਉਹ ਤਹਿ ਲਗਾ ਕੇ ਕੱਪੜਾ ਉੱਤੇ ਨਹੀਂ ਸੀ ਰੱਖਿਆ ਹੋਇਆ, ਉਹ ਸਾਬਤ ਕਰਦਾ ਇਸ ਗੱਲ ਨੂੰ। ਕੱਪੜਾ ਜਿਹੜਾ ਤਹਿ ਲਗਾ ਕੇ ਰੱਖਿਆ ਹੋਇਆ ਸੀਗਾ ਉੱਥੇ, ਕੱਪੜਾ ਕਬਰ ਦੇ ਵਿੱਚ, ਇਸ ਗੱਲ ਨੂੰ ਸਾਬਤ ਕਰਦਾ ਆ ਕਿ ਇੱਕ ਹੋਰ ਕੱਪੜਾ ਵੀ ਹੈਗਾ ਆ। ਠੀਕ ਹੈ, ਉਹ ਮਹਿਮਾ ਵਾਲਾ ਕੱਪੜਾ, ਉਹ ਸ਼ਰਮਿੰਦਗੀ ਵਾਲਾ ਕੱਪੜਾ ਨਹੀਂ। ਉਹਦੇ ਨਾਲ, ਉਸ ਕੱਪੜੇ ਦੇ ਨਾਲ, ਉਸ ਵਸਤਰ ਦੇ ਨਾਲ ਸਾਡਾ ਨਗੇਜ ਟੱਕ ਹੋ ਜਾਂਦਾ ਆ। ਕਹਿੰਦਾ ਉਹ ਵਸਤਰ ਮੇਰੇ ਕੋਲੋਂ ਲੈ ਲਓ ਤਾਂ ਕਿ ਤੁਸੀਂ ਨੰਗੇ ਨਾ ਪਾਏ ਜਾਓ। ਹਾਲੇਲੂਇਆ। ਸਮਝ ਲੱਗੀ ਸਾਰਿਆਂ ਨੂੰ? ਚਲੋ ਇੱਕ ਗੱਲ ਹੋਰ ਹੀ ਦੱਸ ਦਿੰਦਾ। ਠੀਕ ਹੈ, ਚਲੋ ਠੀਕ ਹੈ। ਹਾਲੇਲੂਇਆ। ਆਤਮਾ ਕਹਿੰਦਾ ਕਿ ਹੋਰ ਦਸੀਏ। ਤੁਹਾਡਾ ਆਤਮਾ ਸੁਣਨੇ ਨੂੰ ਕਰਦਾ, ਕਿੰਨੇ ਦਾ ਕਰਦਾ ਕਿ ਹੋਰ ਗੱਲਾਂ ਕੋਈ ਸੁਣੀਏ ਪ੍ਰਭੂ ਦੇ ਵਚਨ ਦੀਆਂ। ਹਾਲੇਲੂਇਆ। ਯਿਸੂ ਮਸੀਹ ਨੇ ਕਿਹਾ, ਇੱਕ ਸ਼ਾਹੂਕਾਰ ਨੇ ਆਪਣੇ ਮੁੰਡੇ ਦਾ ਵਿਆਹ ਕੀਤਾ। ਸਾਰੇ ਬੋਲੋ, ਸ਼ਾਹੂਕਾਰ ਨੇ ਆਪਣੇ ਮੁੰਡੇ ਦਾ ਵਿਆਹ ਕੀਤਾ, ਭੋਜ ਤਿਆਰ ਕੀਤੇ। ਠੀਕ ਹੈ, ਇਹ ਨਹੀਂ ਬੋਲਣਾ। ਭੋਜ ਤਿਆਰ ਕੀਤੇ ਉਸਨੇ, ਇੰਤਜ਼ਾਮ ਕੀਤਾ ਉਸਨੇ ਸਾਰਾ, ਆਪਣੇ ਮੁੰਡੇ ਦਾ ਵਿਆਹ ਕੀਤਾ ਉਸਨੇ। ਸਾਰਿਆਂ ਨੂੰ ਸੱਦਾ ਦਿੱਤਾ ਗਿਆ, ਕਹਿੰਦਾ ਸਾਰਿਆਂ ਨੂੰ ਲਿਓ। ਸਾਰੇ ਜਾਣੇ ਆ ਗਏ। ਇੱਕ ਬੰਦਾ ਪਿੱਛੇ ਹੌਲੀ ਹੌਲੀ ਜਾਂਦਾ ਆ, ਹੌਲੀ ਹੌਲੀ ਜਾਂਦਾ,
ਜੇ ਤੁਸੀਂ ਬਾਈਬਲ ਪੜ੍ਹਦੇ ਹੋਵੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਬਾਈਬਲ ਦੀਆਂ ਗੱਲਾਂ ਹੈ। ਪੜ੍ਹਿਆ ਹੋਣਾ ਸ਼ਾਇਦ ਤੁਸੀਂ ਇਹ ਵਚਨ। ਇੱਕ ਬੰਦਾ ਹੌਲੀ ਹੌਲੀ ਜਾਂਦਾ ਤੇ ਉੱਥੇ ਜਾ ਕੇ ਵਿਆਹ ਦੇ ਵਿੱਚ ਖੜਾ ਹੋ ਜਾਂਦਾ। ਮਾਲਕ ਆਂਦਾ ਆ ਜਿਹਦੇ ਮੁੰਡੇ ਦਾ ਵਿਆਹ ਆ, ਸਭ ਵਾਲੇ ਲੇਬਲ। ਮਾਲਕ ਕਹਿੰਦਾ ਉਹ ਤੇਰੇ ਵਿਆਹ ਵਾਲੇ ਕੱਪੜੇ ਕਿੱਥੇ ਆ ਬਈ? ਏਦਾਂ ਹੀ ਹੋਈ ਨਾ ਗੱਲ ਹੈ? ਉੱਤੇ ਹਾਂਜੀ, ਉਹ ਤੇਰੇ ਵਿਆਹ ਵਾਲੇ ਕੱਪੜੇ ਕਿੱਥੇ ਆ? ਚੁੱਪ ਰਹਿ ਗਿਆ ਉਹ। ਆਦਮ ਔਰ ਹਵਾ ਦੇ ਜਦੋਂ ਕੱਪੜੇ ਜਿਹਨੇ ਆਪਣੇ ਇੰਤਜ਼ਾਮ ਸੀ ਨਾ ਉਹਨਾਂ ਦੇ ਜਦੋਂ ਪਾੜੇ ਨਾ ਪ੍ਰਭੂ ਨੇ, ਤਾਂ ਕੁਝ ਨਹੀਂ ਕਰ ਸਕੇ, ਚੁੱਪ ਰਹਿ ਗਏ। ਇਸ ਲਈ ਯਸ਼ਾਇਆ ਦੇ ਵਿੱਚ ਲਿਖਿਆ ਕਿ ਤੁਹਾਡੇ ਧਰਮ ਦੇ ਕੰਮ ਮੈਲੇ ਕੱਪੜਿਆਂ ਦੇ ਸਮਾਨ ਹੈ। ਇਹ ਤੁਹਾਡੇ ਧਰਮ ਦੇ ਕੰਮ ਤੁਹਾਨੂੰ ਬਚਾ ਨਹੀਂ ਸਕਦੇ। ਬੰਦਗੀ ਵਿੱਚ ਆਉਣਾ, ਭਜਨ ਸੁਣਨਾ, ਭਜਨ ਗਾਣਾ, ਪ੍ਰਾਰਥਨਾ ਕਰਨੀ, ਦਸ਼ਵਾਂ ਦੇਣ, ਇਹ ਨਹੀਂ ਬਚਾਉਂਦੇ। ਬਚਾਉਂਦਾ ਪਤਾ ਕੌਣ ਆ? ਪ੍ਰਭੂ ਬਚਾਉਂਦਾ ਹੈ, ਵਚਨ ਬਚਾਉਂਦਾ ਹੈ, ਦਇਆ ਉਸ ਦੀ ਬਚਾਉਂਦੀ। ਠੀਕ ਹੈ। ਹੁਣ ਉਹਨਾਂ ਨੇ ਕੀ ਕੀਤਾ? ਘੁਟਨੇ ਟੇਕ ਲਏ, ਔਰ ਆਦਮ ਔਰ ਹਵਾ ਨੇ ਘੁਟਨੇ ਟੇਕ ਲਏ। ਪ੍ਰਭੂ ਹੁਣ ਤਾਂ ਤੂੰ ਹੀ ਹੈ ਬਸ। ਠੀਕ ਹੈ। ਪ੍ਰਭੂ ਨੇ ਆਪਣੀ ਕੁਰਬਾਨੀ ਕਰ ਦਿੱਤੀ, ਆਪਣਾ ਪ੍ਰੇਮ ਦਿਖਾਇਆ, ਆਪਣੇ ਆਪ ਨੂੰ ਮਾਰ ਦਿੱਤਾ ਜ਼ਿੰਦਗੀ ਨੂੰ ਪਾਲਣ, ਤਾਂ ਕਿ ਉਹ ਜੋ ਜ਼ਿੰਦਗੀ ਖੋ ਗਈ ਸੀਗੀ, ਉਹ ਜੋ ਸੰਗਤੀ ਖੋ ਗਈ ਸੀਗੀ, ਉਹ ਜੋ ਅਧਿਕਾਰ ਖੋ ਗਿਆ ਸੀ, ਉਹ ਸਾਰਾ ਉਸ ਨੂੰ ਵਾਪਸ ਦੇ ਦਿੱਤਾ। ਹਾਲੇਲੂਇਆ। ਇਸ ਲਈ ਯਿਸੂ ਮਸੀਹ ਨੇ ਕਿਹਾ ਕਿ ਧਰਤੀ ਔਰ ਆਕਾਸ਼ ਦਾ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ। ਠੀਕ ਹੈ। ਇਸ ਲਈ ਜਾਓ ਤੁਸੀਂ। ਠੀਕ ਹੈ। ਅੱਜ ਤੋਂ ਬਾਅਦ ਦੇ ਵਿੱਚ ਮੈਂ ਤੁਹਾਨੂੰ ਸਾਰਾ ਅਧਿਕਾਰ ਮਤਲਬ ਪੂਰਾ ਅਧਿਕਾਰ ਦੇ। ਠੀਕ ਹੈ। ਵਿਆਹ ਦੀ ਗੱਲ ਚੱਲ ਰਹੀ, ਔਰ ਵਿਆਹ ਦੇ ਵਿੱਚ ਉਹ ਬੰਦਾ ਜਾਂਦਾ ਹੌਲੀ ਹੌਲੀ, ਔਰ ਮਾਲਕ ਕਹਿੰਦਾ ਮੇਰੇ ਮੁੰਡੇ ਦਾ ਵਿਆਹ, ਤੂੰ ਕੱਪੜੇ ਕਿਉਂ ਨਹੀਂ ਪਾ ਕੇ ਆਇਆ ਵੇ? ਵਿਆਹ ਵਾਲੇ ਸਾਰਿਆਂ ਨੇ ਇੱਕੋ ਜਿਹੇ ਕੱਪੜੇ ਪਾਏ ਸੀਗੇ ਵਿਆਹ ਵਾਲੇ ਤਾਂ ਉਹ ਚੁੱਪ ਰਹਿ ਗਿਆ। ਹਾਲੇਲੂਇਆ। ਤੇ ਯਿਸੂ ਮਸੀਹ ਨੇ ਕਿਹਾ, ਸੁਣੋ ਸ਼ਬਦ ਕਿਹੜੇ ਕਹੇ? ਕਹਿੰਦਾ ਉਸ ਮਾਲਕ ਨੇ ਪਤਾ ਕੀ ਕੀਤਾ ਕਿ ਇਸ ਨੂੰ ਫੜੋ ਹੁਣ ਔਰ ਇਸ ਨੂੰ ਬੰਨ੍ਹੋ, ਇਹਦੀਆਂ ਲੱਤਾਂ ਪੈਰ ਬੰਨੋ ਔਰ ਇਸ ਨੂੰ ਉਸ ਅੰਧਕੋਰ ਦੇ ਵਿੱਚ ਸੁੱਟ ਦਿਓ, ਕਿਉਂਕਿ ਇਹ ਉਹਨਾਂ ਕੱਪੜਿਆਂ ਦੇ ਵਿੱਚ ਨਹੀਂ ਆਇਆ। ਯਿਸੂ ਮਸੀਹ ਨੇ ਕਿਹਾ, ਠੀਕ ਹੈ, ਲੇਲੇ ਦਾ, ਪ੍ਰਭੂ ਨੇ ਕਿਹਾ ਲੇਲੇ ਦਾ ਵਿਆਹ ਆ ਪਹੁੰਚਿਆ ਆ ਔਰ ਦੁਲਹਨ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ। ਹਾਲੇਲੂਇਆ। ਕਦ ਨਾ ਤਿਆਰ ਕੀਤਾ ਦੁਲਹਨ ਨੇ ਆਪਣੇ ਆਪ? ਕੌਣ ਉਹਦੇ ਭੋਜ ਦੇ ਵਿੱਚ ਸ਼ਾਮਲ ਹੋਵੇਗਾ? ਕੌਣ ਉਸਦੇ ਵਿਆਹ ਦੇ ਵਿੱਚ ਸ਼ਾਮਲ ਹੋਵੇਗਾ? ਉਹ ਜਿਹੜੇ ਬੁੱਧੀਮਾਨ ਆ, ਪਰ ਮੂਰਖ ਜਿਹੜੀਆਂ ਸੀਗੀਆਂ ਉਹ ਰਹਿ ਗਈਆਂ ਸੀਗੀਆਂ। ਬੁੱਧੀਮਾਨ ਚਲੇ ਗਈਆਂ, ਦਰਵਾਜ਼ਾ ਬੰਦ ਕੀਤਾ ਗਿਆ। ਸਾਡੇ ਲਈ ਦਰਵਾਜ਼ਾ ਖੋਲੋ, ਨਾ ਤਾਂ ਹੁਣ ਉਧਰ ਕੋਈ ਜਾ ਸਕਦਾ, ਨਾ ਉਧਰੋਂ ਇੱਧਰ ਆ ਸਕਦਾ। ਸਭ ਹਾਲੇਲੂਇਆ ਬੋਲਣਗੇ। ਨਾ ਹੁਣ ਕੋਈ ਉਧਰੋਂ ਇੱਧਰ ਜਾ ਸਕਦਾ, ਨਾ ਉਧਰ ਜਾ ਸਕਦਾ। ਹੁਣ ਇਹ ਸਮੇਂ ਆ ਮੁਕਤੀ ਦਾ। ਜਿਉਂਦਿਆਂ ਜੀ ਮੁਕਤੀ ਪੈਂਦੀ ਆ, ਮਰ ਕੇ ਕੋਈ ਮੁਕਤੀ ਨਹੀਂ। ਮਰ ਕੇ ਨਿਆਂ ਆ। ਲਟਕ ਜਾਂਦਾ ਬੰਦਾ ਗੱਬੇ, ਨਾ ਉਧਰ ਜੋਗਾ ਨਾ ਉਧਰ ਜੋਗਾ। ਪਿੱਛੇ ਜਾਂਦਾ ਆ, ਸਰੀਰ ਮਰਿਆ ਪਿਆ। ਅੱਗੇ ਜਾਂਦਾ, ਵਸਤਰ ਹੈ ਨਹੀਂ। ਗੱਬੇ ਆ, ਸ਼ਰਮਿੰਦਗੀ ਦਾ ਸਾਹਮਣਾ, ਲਾਚਾਰੀਆਂ, ਦੁੱਖ ਆ, ਪਰੇਸ਼ਾਨੀਆਂ ਜੋ ਧਨੀ ਦੇ ਜੀਵਨ ਦੇ ਵਿੱਚ ਸੀਗਾ। ਇਸ ਲਈ ਉਸ ਚਿੱਟੇ ਵਸਤਰ ਦੀ ਚਾਹਤ ਰੱਖੋ ਆਪਣੇ ਜੀਵਨ ਦੇ ਵਿੱਚ ਔਰ ਵਿਸ਼ਵਾਸ ਕਰੋ ਉਸ ਦੇ ਉੱਤੇ। ਪੌਲੁਸ ਕਹਿੰਦਾ ਇਹ ਤੰਬੂ ਜਿਹਾ ਘਰ ਟਹਿ ਜਾਣਾ, ਇੱਕ ਘਰ ਹੋਰ ਮਿਲਣਾ। ਉਹ ਵਸਤਰ ਦੀ ਗੱਲ ਕਰ ਰਿਹਾ। ਕਹਿੰਦਾ ਉਸ ਨੂੰ ਅਸੀਂ ਆਲੇ ਦੁਆਲੇ ਪਹਿਨ ਲੈਣਾ। ਪਹਿਨਿਆ ਕੱਪੜਾ ਜਾਂਦਾ ਹੈ, ਰਿਆ ਘਰ ਦੇ ਵਿੱਚ ਜਾਂਦਾ ਹੈ। ਪਵਿੱਤਰ ਵਸਤਰ, ਉਹ ਚਿੱਟੇ ਸਫੇਦ ਵਸਤਰ, ਉਹ ਮਹਿਮਾ ਭਰੀ ਵਸਤਰ ਜਿਹੜੀ ਸਾਡੀ ਮਹਿਮਾ ਕਰਦੇ ਆ, ਸਾਡੀ ਸ਼ਰਮਿੰਦਗੀ ਨੂੰ ਦੂਰ ਕਰਦੇ ਆ। ਉਹ ਵਸਤਰ ਕਿਹਦੇ ਕੋਲ ਆ? ਕਿਹਦੇ ਕੋਲ ਆ? ਕਿਹਦੇ ਕੋਲ ਆ? ਉਹ ਯਿਸੂ ਮਸੀਹ ਦੇ ਕੋਲ ਆ। ਜਦੋਂ ਯੋਹੰਨਾ ਦਰਸ਼ਨ ਦੇਖਦਾ ਹੈ ਤਾਂ ਯਿਸੂ ਮਸੀਹ ਉਹਨਾਂ ਬਜ਼ੁਰਗਾਂ ਨੂੰ ਕੀ ਦਿੰਦਾ ਹੈ? ਕਹਿੰਦਾ ਆ ਲਓ, ਫੜੋ ਚਿੱਟਾ ਵਸਤਰ, ਆਰਾਮ ਕਰੋ। ਕਿਆ ਕਰੋ? ਇਹੀ ਪੜਿਆ ਨਾ ਆਪਾਂ। ਯਿਸੂ ਮਸੀਹ ਉਹਨਾਂ ਨੂੰ ਕੀ ਦਿੰਦੇ ਆ? ਚਿੱਟੇ ਵਸਤਰ ਦਿੰਦੇ ਆ। ਕਹਿੰਦਾ ਪ੍ਰਭੂ ਕਦ ਤੱਕ ਤੂੰ ਨਿਆਂ ਕਰੇਂਗਾ ਉਹਨਾਂ ਲੋਕਾਂ ਦਾ? ਕਦ ਤੱਕ? ਪ੍ਰਭੂ ਕਹਿੰਦਾ ਤੁਸੀਂ ਆਰਾਮ ਕਰੋ, ਆ ਲਓ ਫੜੋ ਚਿੱਟਾ ਵਸਤਰ। ਚਿੱਟਾ ਵਸਤਰ ਸਾਡੇ ਜੀਵਨ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਆ। ਔਰ ਚਿੱਟਾ ਵਸਤਰ ਉਦੋਂ ਆਉਂਦਾ ਸਾਡੇ ਜੀਵਨ ਦੇ ਵਿੱਚ ਔਰ ਜਦੋਂ ਅਸੀਂ ਪਰਮੇਸ਼ਰ ਦੇ ਪਰਫੈਕਟ ਵਚਨ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਾ ਸ਼ੁਰੂ ਕਰਦੇ ਹਾਂ। ਨਹੀਂ ਤਾਂ ਮਿਲਾਵਟ ਵਾਲਾ ਵਚਨ ਜੋ ਅਸੀਂ ਸੁਣਦੇ ਆ ਜਾਂ ਦੇਖਦੇ ਆ, ਇਹ ਸਾਰਾ ਕੁਝ ਸ਼ੈਤਾਨ ਦੇ ਵੱਲੋਂ ਆ। ਇਹ ਉਸ ਦੁਸ਼ਟ ਦਾ ਕੰਮ ਆ, ਕਿਉਂਕਿ ਬਾਈਬਲ ਦੇ ਵਿੱਚ ਨਾ ਤਾਂ ਪਰਮੇਸ਼ਰ ਕੁਝ ਗੱਲ ਘਟਾਉਂਦੇ ਆ ਨਾ ਵਧਾਉਂਦੇ ਆ। ਹਾਲੇਲੂਇਆ। ਇਹ ਕਿਹਦਾ ਕੰਮ ਹੁੰਦਾ ਆ? ਇਹ ਦੁਸ਼ਟ ਦਾ ਕੰਮ ਹੁੰਦਾ ਹੈਗਾ ਆ। ਠੀਕ ਹੈ। ਇਸ ਲਈ ਜੋ ਬਾਈਬਲ 'ਚ ਗੱਲ ਲਿਖੀ ਨਹੀਂ ਆ, ਚਾਹੇ ਉਹ
ਕਰੋੜਾਂ ਹੀ ਲੋਕ ਸਾਡੇ ਸਾਹਮਣੇ ਹੋਣ ਔਰ ਸਾਨੂੰ ਕਹਿਣ ਕਿ ਕਰੋ, ਜੋ ਗੱਲ ਬਾਈਬਲ 'ਚ ਨਹੀਂ ਲਿਖੀ ਉਹ ਨਹੀਂ ਕਰਨੀ, ਜਿਹੜੀ ਗੱਲ ਲਿਖੀ ਹੋ ਆ ਉਹ ਕਰਨੀ ਆ। ਹਾਲੇਲੂਇਆ। ਉਸ ਮਹਿਮਾ ਭਰੀ ਵਸਤਰ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਲੈਣਾ। ਕਿਸੇ ਇਦਾਂ ਨਾ ਹੋਵੇ ਉਹ ਵਸਤਰ ਨਾ ਹੋਣ ਤੇ ਕਹੇ ਮਾਲਕ, ਕਹੇ ਪ੍ਰਭੂ ਕਿ ਇਹਨੂੰ ਅੰਧਕੋਰ ਦੇ ਵਿੱਚ ਸੁੱਟ ਦਿਓ। ਠੀਕ ਹੈ। ਕੋਈ ਮਿਲਾਵਟ ਵਾਲਾ ਵਚਨ ਅਸੀਂ ਆਪਣੇ ਜੀਵਨ ਦੇ ਵਿੱਚ ਨਹੀਂ ਲੈਣਾ। ਜਿਹੜਾ ਮਿਲਾਵਟ ਵਾਲਾ ਵਚਨ ਆ ਉਸ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਨਹੀਂ ਗ੍ਰਹਿਣ ਕਰ ਸਕਦੇ। ਗੋਡ ਬਲੈਸ ਯੂ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ੀਰਵਾਦ।